ਹੈਲੋ ਸੋਹਣਿਓ। ਮੈਂ ਸੋਚਿਆ ਕਿਉਂਕਿ ਮੈਂ ਥੋੜ੍ਹਾ ਜਿਹਾ ਨਾ ਸਿਚੁਏਸ਼ਨ ਜਿਹੀ 'ਚੋਂ ਜਾ ਰਹੀ ਹਾਂ ਅਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਗੱਲ ਕਰਾਂ ਔਰ ਸਪੈਸ਼ਲੀ ਮੇਬੀ 100 ਚੋਂ 5-6 ਜਾਣੀਆਂ ਤਾਂ ਹੋਣਗੀਆਂ ਸ਼ਾਇਦ ਮੇਰੀ ਸਿਚੁਏਸ਼ਨ 'ਚੋਂ ਜਾ ਰਹੀਆਂ ਜਾਂ ਮੈਂ ਜਾ ਰਹੀਆਂ ਹੋਣ ਜਾਂ ਜਾ ਸਕਦੀਆਂ ਵਾ। ਸੋ ਲੈਟਸ ਟਾਕ ਅਬਾਊਟ ਵਾਈ ਮੀ। ਮੈਂ ਹੀ ਕਿਉਂ, ਮਤਲਬ ਕਿ ਰੱਬ ਮੈਨੂੰ ਹੀ ਕਿਉਂ ਕਰ ਰਿਹਾ ਵਾ, ਹੈ ਨਾ। ਮੀਨ ਉਹ ਦੂਜੀਆਂ ਕੁੜੀਆਂ ਨੂੰ ਸੋਹਣਿਓ ਜਿਹੜੀਆਂ ਪਿਆਰ ਲੱਭਦੀਆਂ ਪਈਆਂ ਵਾ ਔਰ ਪਿਆਰ ਦਾ ਹੀ ਸੋਚਦੀਆਂ ਪਈਆਂ ਕਿ ਇਹ ਪਿਆਰ ਦੀ ਕੋਈ ਗੱਲ ਕਰੇਗੀ। ਤੁਹਾਡੇ ਨਾਲ ਮੈਂ ਪਿਆਰ ਦੀ ਗੱਲ ਨਹੀਂ ਕਰਨ ਲੱਗੀ ਸੋਹਣਿਓ। ਇਹ ਸਿਰਫ ਜਿਹੜੀਆਂ ਮੇਰੇ ਬਹੁਤ ਕਲੋਜ਼ ਕੁੜੀਆਂ ਵਾ, ਜਿਹੜੀਆਂ ਮੈਨੂੰ ਮਤਲਬ ਕਿ ਸਮਝਦੀਆਂ ਵਾ ਜਾਂ ਫਿਰ ਜਿਹੜੀਆਂ ਐਕਚੁਅਲ 'ਚ ਬਦਲੀਆਂ ਵਾ, ਇਹ ਉਹਨਾਂ ਦੇ ਵਾਸਤੇ ਵੀਡੀਓ ਆ। ਸੋ ਜਿਹੜੀਆਂ ਪਿਆਰ ਵਾਲੀਆਂ ਸੋਹਣੀਆਂ ਉਹ ਸ਼ਾਮ ਨੂੰ ਪਾਉਂਦੀ ਹੁੰਦੀ ਮੈਂ ਵੀਡੀਓ, ਜਿਹਦੀ ਵੀ ਸ਼ਾਮ ਨੂੰ ਮੈਂ ਵੀਡੀਓ ਪਾਵਾਂ ਉਹ ਤੁਸੀਂ ਦੇਖ ਲਿਆ ਕਰੋ। ਇਹ ਵੀਡੀਓ ਤੁਹਾਡੇ ਲਈ ਨਹੀਂ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਿਆਰ ਨਹੀਂ ਲੱਭੇਗਾ। ਸੋ ਸੋਹਣਿਓ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖੋ ਜਿਹਦੇ ਵਿੱਚ ਤੁਹਾਨੂੰ ਲੱਭ ਜਾਵੇ ਕਿ ਉਹ ਆ ਰਿਹਾ ਵਾ ਕਿ ਨਹੀਂ ਆ ਰਿਹਾ, ਤੁਹਾਡੇ ਬਾਰੇ ਸੋਚ ਰਿਹਾ ਕਿ ਨਹੀਂ ਸੋਚ ਰਿਹਾ। ਮੈਂ ਇਹ ਸਿਚੁਏਸ਼ਨ 'ਚ ਰਾਈਟ ਨਾਓ ਨਹੀਂ ਆ, ਠੀਕ ਹੈ ਸੋਹਣਿਓ। ਜੇ ਤੁਸੀਂ ਪਿਆਰ ਦੀ ਮੇਰੇ ਕੋਲ ਵੀਡੀਓ ਦੇਖਣੀ ਉਹ ਸ਼ਾਮ ਨੂੰ ਦੇਖਿਆ ਕਰੋ ਕਿਉਂਕਿ ਮੈਂ ਉਹਦਾ ਟਾਈਮ ਸ਼ਾਮ ਨੂੰ ਰੱਖਿਆ ਹੋਇਆ, ਠੀਕ ਹੈ। ਚਲੋ ਹੁਣ ਆਪਾਂ ਉਹ ਚਲੇ ਗਈਆਂ ਹੋਣੀਆਂ। ਸੋ ਆਪਾਂ ਸਟਾਰਟ ਕਰਦੇ ਹਾਂ ਵਾਈ ਮੀ, ਮੈਂ ਹੀ ਕਿਉਂ। ਮਤਲਬ ਕਿ ਤੁਸੀਂ ਕਦੀ ਬਹਿ ਕੇ ਇੱਦਾਂ ਸੋਚਿਆ ਵਾ ਕਿ ਤੁਸੀਂ ਲਾਈਫ ਦੇ ਵਿੱਚ ਕਿਤੇ ਕੁਛ ਰੋਂਗ ਨਹੀਂ ਕਰਦੇ ਪਏ, ਫਿਰ ਵੀ ਤੁਸੀਂ ਹੀ ਕਿਉਂ ਮਤਲਬ ਕਿ ਪ੍ਰੋਬਲਮਾਂ ਦੇ ਅਕੋਰਡਿੰਗ ਜਾ ਰਹੇ ਹੋ। ਤੁਸੀਂ ਹੀ ਕਿਉਂ ਆਲਵੇਜ਼ ਇੱਦਾਂ ਫੀਲ ਹੁੰਦਾ ਵਾ ਕਿ ਰੱਬ ਆਲਵੇਜ਼ ਤੁਹਾਨੂੰ ਹੀ ਕਿਉਂ ਇੱਦਾਂ ਦੀ ਸਿਚੁਏਸ਼ਨ 'ਚ ਪਾ ਦਿੰਦਾ ਕਿ ਤੁਹਾਨੂੰ ਸੋਚਣਾ ਪੈ ਜਾਂਦਾ ਕਿ ਮੈਂ ਤਾਂ ਕਦੇ ਕੁਝ ਕੀਤਾ ਹੀ ਨਹੀਂ ਰੋਂਗ, ਫਿਰ ਵੀ ਮੈਨੂੰ ਕਿਉਂ। ਮੈਂ ਸੋਚ ਰਹੀ ਸੀ ਵੈਸੇ ਬੈਠੀ ਬੈਠੀ ਬਚਪਨ ਤੋਂ ਹੀ ਮੈਂ ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਯੈਸ ਮੈਂ ਪਿਆਰ ਲੱਭਦੀ ਰਹੀ ਹਾਂ ਨਾ ਬਚਪਨ ਤੋਂ ਹੀ। ਜੇ ਮੈਂ ਇਮੋਸ਼ਨਲ ਹੋ ਜਾਵਾਂ ਤਾਂ ਯਾਦ ਰੱਖਿਓ ਮੈਂ ਆਪਣੇ ਆਪ ਦੀ ਗੋਗੀ ਦੇ ਨਾਲ ਇਮੋਸ਼ਨਲ ਹੋ ਰਹੀ ਹਾਂ, ਨਾ ਕਿ ਕਿਸੇ ਬੰਦੇ ਨੂੰ ਲੈ ਕੇ ਮੈਂ ਇਮੋਸ਼ਨਲ ਹੋ ਰਹੀ ਹਾਂ। ਕਸਮ ਨਾਲ ਕਹਿੰਦੀ ਹਾਂ, ਰਿਜ਼ਕ ਮੇਰੇ ਸਾਹਮਣੇ ਔਰ ਯੂ ਜਿਹੜੀਆਂ ਮੈਨੂੰ ਜਾਣਦੀਆਂ ਉਹ ਚੰਗੀ ਤਰ੍ਹਾਂ ਜਾਣਦੀਆਂ ਵਾ ਕਿ ਮੈਂ ਹੁਣ ਮੇਰੇ ਤੋਂ ਇਲਾਵਾ ਮੇਰਾ ਕੋਈ ਨਹੀਂ ਆ। ਓਕੇ, ਸੋ ਉਸ ਤੋਂ ਇਲਾਵਾ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ ਲਾਈਫ 'ਚ। ਜੇ ਮੈਂ ਇਮੋਸ਼ਨਲ ਹੋਵਾਂਗੀ ਤਾਂ ਆਪਣੀ ਇਨਰ ਚਾਈਲਡ ਵਾਸਤੇ ਹੋਵਾਂਗੀ, ਕਿਸੇ ਹੋਰ ਲਈ ਨਹੀਂ ਹੋਵਾਂਗੀ, ਠੀਕ ਹੈ। ਮੈਂ ਇਹ ਸੋਚਦੀ ਪਈ ਹਾਂ ਸਟਾਰਟ ਕਰਦੀ ਹਾਂ ਆਪਣੇ ਬ੍ਰਦਰ ਤੋਂ, ਹੈ ਨਾ। ਮੇਰਾ ਸਖਾ ਭਰਾ ਸੀ ਇਸ ਕਰਕੇ ਕਹਿੰਦੀ ਹਾਂ ਕਿਉਂਕਿ ਦੁਨੀਆ 'ਚ ਕਿਤੇ ਜ਼ਿੰਦਾ ਹੋਏਗਾ ਆਈ ਡੋਂਟ ਨੋ, ਬਟ ਮੇਰੇ ਲਈ ਉਹ ਮਰ ਚੁੱਕਾ ਵਾ, ਠੀਕ ਆ। ਸੋ ਕਲੀਅਰ ਕਰਦਾ ਪਹਿਲਾਂ ਹੀ ਕਿ ਯੈਸ ਆਈ ਹੈਡ ਅ ਬ੍ਰਦਰ ਜਿਹੜਾ ਕਿ ਉਹ ਪਿਛਲੇ ਸਾਲ ਮੈਂ ਉਹਨੂੰ ਮਾਰ ਚੁੱਕੀ ਹਾਂ ਕਿਉਂਕਿ ਉਹਨੇ ਪਹਿਲਾਂ ਬਹੁਤ ਦੇਰ ਪਹਿਲਾਂ ਮੈਨੂੰ ਮਾਰਿਆ ਸੀਗਾ। ਸੋ ਫਿਰ ਉਹ ਜ਼ਿੰਦਾ ਹੋ ਗਿਆ ਸੀ ਜਦੋਂ ਮੇਰੀ ਸਿਚੁਏਸ਼ਨ ਵਧੀਆ ਹੋ ਗਈ ਸੀਗੀ। ਸੋ ਉਸ ਤੋਂ ਬਾਅਦ ਜਦੋਂ ਜ਼ਿੰਦਾ ਹੋ ਗਿਆ ਫਿਰ ਮੇਰੀ ਸਿਚੁਏਸ਼ਨ ਫਿਰ ਭੈੜੀ ਹੋ ਗਈ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਰੰਗ ਦੁਬਾਰਾ ਤੋਂ ਦਿਖਾਉਣੇ ਸ਼ੁਰੂ ਕੀਤੇ ਤਾਂ ਫਿਰ ਮੇਰੇ ਲਈ ਹੁਣ ਉਹ ਮਰ ਗਏ ਆ, ਠੀਕ ਆ। ਸੋ ਜਿਨ੍ਹਾਂ ਨੂੰ ਇਹ ਬੁਰੀ ਲੱਗਦੀ ਹੋਵੇ ਗੱਲ ਕਿ ਆਪਣੇ ਰੀਅਲ ਬ੍ਰਦਰ ਨੂੰ ਇੱਦਾਂ ਕਹਿ ਰਹੀ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਾ ਸਕਦੇ ਹੋ, ਠੀਕ ਆ ਸੋਹਣਿਓ। ਆਈ ਡੋਂਟ ਕੇਅਰ ਹਾਂ, ਕਿਉਂਕਿ ਪਹਿਲਾਂ ਉਹਨੇ ਮੈਨੂੰ ਮਾਰਿਆ ਸੀਗਾ 2009 ਦੇ ਵਿੱਚ। ਮੈਨੂੰ ਉਸ ਵੇਲੇ ਬਹੁਤ ਲੋੜ ਸੀਗੀ ਮੇਰੇ ਬ੍ਰਦਰ ਦੀ। ਉਹੀ ਚੀਜ਼ ਫਿਰ ਉਹਨੇ ਮੈਨੂੰ ਮਤਲਬ ਕਿ 2012 ਦੇ ਵਿੱਚ ਮੇਰੀ ਮੰਮ ਨਾ ਮਾਰਦੀ ਤਾਂ ਮੈਂ ਜ਼ਿੰਦਗੀ ਭਰ ਨਹੀਂ ਉਹਨਾਂ ਨੂੰ ਕਦੇ ਬੁਲਾਉਣਾ ਸੀਗਾ। ਮੈਂ ਇੱਦਾਂ ਦੀ ਹੈਗੀ ਹਾਂ ਵੈਸੇ, ਬਟ ਮੇਰੀ ਮੰਮ ਦੀ ਡੈਥ ਹੋਈ ਸੀ ਔਰ ਮੈਂ ਜਾ ਨਹੀਂ ਸਕਦੀ ਸੀ ਆਪਣੀ ਮੰਮ ਦੇ ਵਾਸਤੇ, ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਮੈਂ ਪ੍ਰੈਗਨੈਂਟ ਸੀਗੀ। ਇਸ ਕਰਕੇ ਮੈਂ ਉਹਨਾਂ ਨੂੰ ਰਿਸਪੋਂਸੀਬਿਲਿਟੀ ਦੇ ਦਿੱਤੀ ਸੀ ਕਿਉਂਕਿ ਮੇਰੀ ਮਾਂ ਉਹਨੂੰ ਵੀ ਆਪਣਾ ਪੁੱਤ ਮੰਨਦੀ ਸੀ। ਕਿਉਂਕਿ ਲੈਣਾ ਤਾਂ ਮੇਰੀ ਮਾਂ ਉਹਨੂੰ ਚਾਹੁੰਦੀ ਸੀ ਨਾ, ਪਰ ਨਾਨੀ ਨੇ ਉਹਨੂੰ ਨਹੀਂ ਦਿੱਤਾ, ਮੈਨੂੰ ਦੇ ਦਿੱਤਾ ਸੀ ਕਿਉਂਕਿ ਮੈਂ ਕੁੜੀ ਸੀ ਨਾ। ਸੋ ਮੇਰੀ ਮੈਂ ਉਹਨਾਂ ਨੂੰ ਪੈਸੇ ਪਾਏ ਕਿ ਮੇਰੀ ਮਾਂ ਦਾ ਸੰਸਕਾਰ ਚੰਗੀ ਤਰ੍ਹਾਂ ਕਰਦੀ ਹੋ ਕਿਉਂਕਿ ਆਈ ਕਾਂਟ ਡੂ ਦੈਟ, ਕਿਉਂਕਿ ਮੈਂ ਆਪਣੀ ਮੰਮ ਲਈ ਕੁਛ ਨਹੀਂ ਕਰ ਸਕੀ ਨਾ। ਸੋ ਦੈਨ ਮੈਂ ਉਹਨਾਂ ਨਾਲ ਬੁਲਾਉਣਾ ਸ਼ੁਰੂ ਕੀਤਾ। ਅਦਰਵਾਈਜ਼ ਜੇ ਮੇਰੀ ਮੰਮ ਜ਼ਰੀਆ ਮੰਮੀ ਬਣੀ, ਜੇ ਮੰਮ ਦਾ ਇੱਦਾਂ ਕੁਛ ਨਾ ਹੁੰਦਾ ਮੈਂ ਕਦੀ ਵੀ ਜ਼ਿੰਦਗੀ 'ਚ ਉਹਨਾਂ ਨਾਲ ਕਦੀ ਵੀ ਕੋਂਟੈਕਟ ਨਹੀਂ ਕਰਨਾ ਸੀ, ਇਹ ਮੈਂ ਪ੍ਰੋਮਿਸ ਕਰਦੀ ਹਾਂ। ਔਰ ਯਸ ਕੋਂਟੈਕਟ ਸ਼ੁਰੂ ਹੋ ਗਏ ਅਤੇ ਉਸ ਤੋਂ ਬਾਅਦ ਆਈ 2023 ਦੇ ਵਿੱਚ ਮੈਂ ਮਤਲਬ ਕਿ ਮੈਨੂੰ ਅਰਥਰਾਈਟਸ ਦਾ ਪਤਾ ਲੱਗ ਗਿਆ ਸੀ ਅਤੇ ਮੈਨੂੰ ਪਤਾ ਨਹੀਂ ਹਜੇ ਲੱਗਾ ਸੀ ਸੱਚ ਅਰਥਰਾਈਟਸ ਦਾ, ਬਟ ਆਈ ਵਾਜ਼ ਗੋਇੰਗ ਥਰੂ ਸੋ ਮਚ ਸ਼ਿਟ ਇਨ ਮਾਈ ਲਾਈਫ, ਹੈ ਨਾ। ਅਤੇ ਮੈਨੂੰ ਨੀਡ ਸੀਗੀ ਕਿਸੇ ਨਾਲ ਗੱਲ ਕਰਨ ਦੀ। ਔਰ ਮੇਰੀ ਭਰਜਾਈ ਸੋ ਕਾਲਡ ਭਰਜਾਈ ਜਿਹਨੂੰ ਕਹਿੰਦੇ ਹੁੰਦੇ ਆ, ਉਹ ਮੈਨੂੰ ਕਹਿੰਦੀ ਸੀ ਮੈਂ ਤੇਰੀ ਮਾਵਾਂ ਵਰਗੀ ਹਾਂ, ਤੂੰ ਮੇਰੇ ਨਾਲ ਗੱਲ ਕਰ ਲਿਆ ਕਰ। ਵੈਸੇ ਤਾਂ ਉਹਨੇ ਕਦੇ ਵੀ ਚੰਗਾ ਨਹੀਂ ਕੀਤਾ ਮੇਰੀ ਲਾਈਫ ਦੇ ਵਿੱਚ, ਕਲੀਅਰਲੀ ਕਰਨੀ ਹੈ। ਜੇ ਸੁਣਦੀ ਵੀ ਪਈ ਹੈ ਤੈਨੂੰ ਤੇਰਾ ਦਿਲ ਅੰਦਰੋਂ ਬਹਿ ਕੇ ਕਹਿੰਦਾ ਹੋਏਗਾ ਕਿ ਹਾਂ ਮੈਂ ਸੱਚੀ ਨਹੀਂ ਇੱਦਾਂ ਕਿਤੇ ਕੁਝ ਕੀਤਾ, ਪਰ ਉੱਪਰ ਤੋਂ ਲੋਕਾਂ ਨੂੰ ਕਹਿੰਦੀ ਹੋਏਗੀ ਮੈਂ ਤਾਂ ਬਹੁਤ ਚੰਗੀ ਹਾਂ, ਹੈ ਨਾ। ਅਲੱਗ ਗੱਲ ਆ, ਅੰਦਰੋਂ ਤੇਰੇ ਅੰਦਰੋਂ ਆਵਾਜ਼ ਆਉਂਦੀ ਹੋਏਗੀ ਯਸ ਮੈਂ ਨਹੀਂ ਕਦੇ ਚੰਗੀ ਹੋਈ, ਹੈ ਨਾ। ਸੋ ਅੰਦਰ ਦੀ ਆਵਾਜ਼ ਨੂੰ ਸੁਣ ਲਈ ਤਾਂ ਬੈਟਰ ਰਹੇਗੀ, ਹੈ ਨਾ। ਅਤੇ ਉਹੀ ਚੀਜ਼ ਹੋਈ, ਉਹ ਮਾਵਾਂ ਵਾਂਗਰ ਦੀ ਜਦੋਂ ਮੈਨੂੰ ਲੋੜ ਪਈ, ਕਿਉਂਕਿ ਮੈਂ ਆਪਣੀ ਮਾਂ ਨੂੰ ਜਦੋਂ ਕਾਲ ਕਰਦੀ ਸੀ ਨਾ 2 ਵਜੇ ਵੀ ਜਾਂ 3 ਵਜੇ ਵੀ, ਮੈਨੂੰ ਪਤਾ ਹੁੰਦਾ ਸੀ ਮੇਰੀ ਮਾਂ ਸੁੱਤੀ ਪਈ ਆ
ਤੇ ਮੈਂ ਉੱਪਰੋਂ ਬੇਵਕੂਫ ਵਾਂਗ ਪੁੱਛਦੀ, ਮੰਮਾ ਸੁੱਤੀ ਪਈ ਆ? ਤੇ ਮੇਰੀ ਮਾਂ ਦਾ ਕੁਐਸਚਨ ਹੁੰਦਾ, ਨਹੀਂ ਨਹੀਂ ਨਹੀਂ, ਮੈਂ ਸੁੱਤੀ ਨਹੀਂ ਸੀਗੀ, ਤੂੰ ਦੱਸ, ਮੈਂ ਜਾਗਦੀ ਪਈ ਸੀਗੀ। ਤੂੰ ਕਿਉਂ ਜਾਗਦੀ ਪਈ ਸੀ? ਉਹ ਮੇਰੀ ਅਡੋਪਟਡ ਮਾਂ ਸੀ, ਉਹਦਾ ਮੇਰੇ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀਗਾ। ਪਰ ਮੈਂ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਗੋਦ ਲਿੱਤਾ। ਸੋ ਥੈਂਕਸ ਟੂ ਗੋਡ। ਜਿਹੜੀ ਮੈਂ ਗੱਲ ਕਰਨ ਲੱਗੀ ਸੀ ਉੱਥੇ ਪਾਉਂਦੇ ਆ। ਮੇਰਾ ਬ੍ਰਦਰ ਬਚਪਨ ਤੋਂ ਹੀ ਅਜੀਬ ਜਿਹਾ ਸੀਗਾ, ਹੈ ਨਾ। ਉਹਨੇ ਕਦੀ ਮੈਨੂੰ ਆਪਣੀ ਭੈਣ ਐਕਸੈਪਟ ਨਹੀਂ ਕੀਤਾ ਸੀਗਾ, ਔਰ ਘਰ ਦੇ ਵਿੱਚ ਉਹਦੀ ਕੋਈ ਇੰਨੀ ਪੁੱਛ ਗਿੱਛ ਨਹੀਂ ਸੀ। ਇੱਕ ਨਾਨੀ ਸੀਗੀ ਜਿਹੜੀ ਉਹਨੂੰ ਲਾਈਕ ਕਰਦੀ ਸੀ, ਨੋ ਬਡੀ ਐਲਸ, ਹੈ ਨਾ। ਅਤੇ ਸਾਡੇ ਘਰ 'ਚ ਇੱਕ ਮੇਰੀ ਮਾਮੀ ਸੀ, ਵੱਡੀ ਮਾਮੀ ਜਿਹਨੂੰ ਮੈਂ ਕਹਿੰਦੀ ਹਾਂ। ਉਹ ਇੱਦਾਂ ਦੀ ਸੀ, ਉਹਨੂੰ ਚੁੰਝਾਂ ਮਾਰਨ ਦੀ ਬਹੁਤ ਆਦਤ ਹੁੰਦੀ ਸੀ। ਉਹ ਹਰ ਇੱਕ ਦੀ ਨਾ ਲਾਈਫ ਦੇ ਵਿੱਚ ਜਿੱਥੇ ਉਹਨੂੰ ਪੇਨ ਹੁੰਦੀ ਉੱਥੇ ਚੁੰਝ ਮਾਰਨੀ ਉਹਦੀ ਆਦਤ ਹੁੰਦੀ ਸੀਗੀ ਬਹੁਤ ਜ਼ਿਆਦਾ। ਰੱਬ ਨੇ ਸ਼ਾਇਦ ਪਤਾ ਨਹੀਂ ਉਹਦੀ ਲਾਈਫ 'ਚ ਹੁਣ ਉਹਨੂੰ ਪੇਨ ਮਤਲਬ ਕਿ ਦਿਖਾਈਆਂ ਚੀਜ਼ਾਂ ਕਿ ਨਹੀਂ ਦਿਖਾਈਆਂ, ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਸਾਰਿਆਂ ਨੂੰ ਛੱਡਿਆ ਹੋਇਆ ਨਾ। ਬਟ ਉਹਨੂੰ ਪਤਾ ਸੀਗਾ ਕਿ ਮੈਂ ਗੋਗੀ ਜਿਹੜੀ ਬਚਪਨ ਦੀ ਸੀਗੀ, ਤਾਂ ਹੀ ਮੈਂ ਆਪਣਾ ਨਾਮ ਚੇਂਜ ਕੀਤਾ, ਕਿ ਕਿਹੜੀ ਗੱਲ 'ਤੇ ਅੱਗ ਬਬੂਲਾ ਹੋ ਜਾਂਦੀ ਆ। ਮੇਰੇ ਬ੍ਰਦਰ ਨੂੰ ਕੁਛ ਮਾੜਾ ਕਹਿ ਦਿਓ, ਮੈਂ ਤਦ ਮਾੜੀ ਬਹੁਤ ਬੁਰੀ ਤਰ੍ਹਾਂ ਬੋਲਣ ਲੱਗ ਜਾਂਦੀ ਸੀ। ਮੇਰੀ ਮਮ ਜੀ ਨੇ ਮੈਨੂੰ ਅਡੋਪਟ ਕੀਤਾ ਸੀਗਾ, ਉਹਦੇ ਬਾਰੇ ਮਾੜਾ ਕਹਿ ਦਿਓ, ਮੈਂ ਉਹਦੇ ਬਾਰੇ ਬੋਲਣਾ ਸ਼ੁਰੂ ਕਰ ਦਿੰਦੀ ਸੀ। ਬਟ ਮੇਰੇ ਬ੍ਰਦਰ ਨੂੰ ਕਦੀ ਮੇਰਾ ਕੋਈ ਫਰਕ ਨਹੀਂ ਪਿਆ। ਆਈ ਹੈਵ ਨੈਵਰ ਨੋ ਆਈਡੀਆ ਕਿ ਇੱਦਾਂ ਕਿਉਂ ਹੁੰਦਾ ਸੀਗਾ। ਮੇਰਾ ਜਿਹੜਾ ਬਾਇਓਲੋਜੀਕਲ ਫਾਦਰ ਸੀਗਾ, ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਦਾ ਕੁੱਟਦਾ ਸੀਗਾ, ਔਰ ਮੈਂ ਹਮੇਸ਼ਾ ਚੀਕਾਂ ਮਾਰਦੀ ਹੁੰਦੀ ਸੀ। ਮੈਨੂੰ ਹੁਣ ਵੀ ਯਾਦ ਆ, ਮੈਂ ਰੋਂਦੀ ਹੁੰਦੀ ਸੀ, ਪਿੱਟਦੀ ਹੁੰਦੀ ਸੀ, ਸਾਰਿਆਂ ਨੂੰ ਕਹਿੰਦੀ ਸੀ ਇਹਨੂੰ ਬਚਾਓ, ਮੇਰੇ ਭਰਾ ਨੂੰ ਨਾ ਮਾਰੇ, ਮੇਰੇ ਭਰਾ ਨੂੰ ਨਾ ਮਾਰੇ। ਔਰ ਉਹੀ ਵਾਲਾ ਭਰਾ ਆਲਵੇਜ਼ ਇਹੀ ਚਾਹੁੰਦਾ ਹੁੰਦਾ ਸੀ ਕਿ ਮੇਰੇ ਕੁੱਟ ਪਵੇ ਕਿਸੇ ਤਰੀਕੇ, ਅਤੇ ਉਹ ਹੱਸੇ। ਮੈਂ ਕਈ ਵਾਰ ਸੋਚਦੀ ਸੀ, ਕਿਉਂ ਮੀ, ਵਾਈ ਮੀ। ਮੈਨੂੰ ਪਤਾ ਲੱਗਾ ਸੀ ਕਿ ਮੇਰੇ ਤੋਂ ਬਾਅਦ ਵੀ ਇੱਕ ਮੇਰਾ ਬ੍ਰਦਰ ਆਇਆ। ਇਹ ਵੱਡਾ ਸੀਗਾ, ਮਿਡਲ 'ਚ ਮੈਂ ਸੀਗੀ, ਇੱਕ ਛੋਟਾ ਸੀਗਾ, ਪਰ ਉਹ ਮਰ ਗਿਆ। ਫਿਰ ਮੈਂ ਕਿੰਨੀ ਵਾਰ ਬਹਿ ਕੇ ਸੋਚਦੀ ਹੁੰਦੀ ਸੀ, ਕਾਸ਼ ਉਹ ਨਾ ਮਰਦਾ, ਆ ਜੋ ਵੀ ਆ ਇਹ ਨਾ ਹੁੰਦਾ, ਬਟ ਉਹ ਨਾ ਮਰਦਾ, ਹੈ ਨਾ। ਮੇ ਵੀ ਉਹ ਚੰਗਾ ਹੁੰਦਾ। ਦੈਨ ਵਾਈ ਮੀ, ਕਿ ਮੇਰੇ ਕੋਲ ਕੋਈ ਆਇਆ ਸੀਗਾ ਛੋਟਾ, ਅਤੇ ਮੈਨੂੰ ਕਿਉਂ ਨਹੀਂ ਰੱਬ ਨੇ ਉਹ ਦਿੱਤਾ, ਵਾਈ ਮੀ। ਆਪਣਾ ਸਖਾ ਬਾਇਓਲੋਜੀਕਲ ਫਾਦਰ, ਮੈਂ ਨਹੀਂ ਕਹੂੰਗੀ ਕਿ ਮੇਰੇ ਭਰਾ ਨੂੰ ਵੀ ਬਹੁਤ ਕਰਦਾ ਸੀ, ਨਹੀਂ, ਉਹਦਾ ਵੀ ਨਹੀਂ ਕਰਦਾ ਸੀ, ਉਹ ਪੈਸੇ ਨੂੰ ਕਰਦਾ ਹੁੰਦਾ ਸੀ। ਸਾਡਾ ਦੋਨਾਂ ਦਾ ਉਹਨੂੰ ਕੋਈ ਫਰਕ ਨਹੀਂ ਸੀਗਾ। ਥਿੰਗ ਇਜ਼ ਦੈਟ, ਮੈਨੂੰ ਯਾਦ ਆ, ਮੇਰੇ ਸਕੂਲ 'ਚ ਇੱਕ ਟਰਿਪ ਆਇਆ ਸੀਗਾ, ਮੈਨੂੰ ਨਹੀਂ ਪਤਾ ਕੁੱਲੂ ਮਨਾਲੀ ਦਾ ਟਰਿਪ ਸੀਗਾ, ਪਤਾ ਨਹੀਂ ਕਿੰਨੇ ਦਿਨਾਂ ਦਾ ਟਰਿਪ ਸੀਗਾ ਉਹ। ਅਤੇ ਉਹਦੇ ਵਿੱਚ ਨਾ ਪੈਸੇ ਸੀਗੇ 200 ਕਿ 300 ਰੁਪਈਆ। ਉਸ ਜ਼ਮਾਨੇ ਦੀ ਮੈਂ ਗੱਲ ਕਰਦੀ ਪਈ ਹਾਂ, ਠੀਕ ਹੈ, ਜਦੋਂ ਮੈਂ ਛੋਟੀ ਸੀਗੀ। ਅਤੇ ਉਸ ਵੇਲੇ 200-300 ਰੁਪਈਆ ਬਹੁਤ ਜ਼ਿਆਦਾ ਵੱਡੀ ਅਮਾਊਂਟ ਮੰਨੀ ਜਾਂਦੀ ਸੀਗੀ। ਅਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਉਸ ਬਾਇਓਲੋਜੀਕਲ ਫਾਦਰ ਨੂੰ ਕਿੱਦਾਂ ਮਨਾਇਆ, ਕਿਉਂਕਿ ਮੇਰੀ ਮੰਮੀ ਕੋਲ ਪੈਸੇ ਨਹੀਂ ਸੀਗੇ, ਅਤੇ ਮੇਰੀ ਮੰਮੀ ਨੇ ਕਿਹਾ ਕਿ ਜੋ ਉਹ ਦੇ ਸਕਦਾ ਤਾਂ ਉਹ ਕੋਲੋਂ ਲੈ ਲਓ, ਮੈਂ ਨਹੀਂ ਦੇ ਸਕਦੀ ਗੋਗੀ, ਤੈਨੂੰ ਪਤਾ ਮੇਰਾ। ਮੈਨੂੰ ਨਹੀਂ ਪਤਾ ਮੈਂ ਉਹਦੀਆਂ ਰੋਟੀਆਂ ਪਕਾਈਆਂ, ਮੈਨੂੰ ਨਹੀਂ ਪਤਾ ਮੈਂ ਉਹਦੇ ਆਟੇ ਗੁੰਨੇ, ਮੈਨੂੰ ਨਹੀਂ ਪਤਾ ਮੈਂ ਉਹਦੇ ਕੱਪੜੇ ਧੋਤੇ, ਮੈਨੂੰ ਉਹ ਰਾਜ਼ੀ ਹੋ ਗਿਆ ਪੈਸੇ ਦੇਣ ਨੂੰ। ਪਤਾ ਨਹੀਂ ਕਿਹੜੀ ਨੀਤ ਨਾਲ ਉਹ ਰਾਜ਼ੀ ਹੋਇਆ ਸੀਗਾ ਕਿ ਦੂਜੇ ਦਿਨ ਮੈਂ ਸਕੂਲ ਗਈ ਤਾਂ ਪਤਾ ਲੱਗਾ ਟਰਿਪ ਹੀ ਕੈਂਸਲ ਹੋ ਗਿਆ। ਫਿਰ ਬਹਿ ਕੇ ਸੋਚਣ ਲੱਗੀ, ਵਾਈ ਮੀ, ਕਿ ਇੰਨੀ ਮੁਸ਼ਕਿਲ ਦੇ ਨਾਲ ਮੈਂ ਪੈਸਿਆਂ ਦਾ ਅਰੇਂਜਮੈਂਟ ਕੀਤਾ, ਔਰ ਉਹ ਟਰਿਪ ਹੀ ਕੈਂਸਲ ਹੋ ਗਿਆ ਕਿ ਜ਼ਿੰਦਗੀ 'ਚ ਪਹਿਲੀ ਵਾਰ ਕਿਤੇ ਮੈਂ ਵਧੀਆ ਜਾਣਾ ਸੀਗਾ, ਹੈ ਨਾ। ਸੋਚਦੀ ਰਹੀ। ਉਸ ਤੋਂ ਬਾਅਦ ਛੋਟੇ ਮੋਟੇ ਜਿਹੜੇ ਟਰਿਪ ਹੁੰਦੇ ਸੀ ਮੰਮੀ ਅਰੇਂਜ ਕਰ ਦਿੰਦੀ ਸੀ, ਕਿਉਂਕਿ ਮੇਰੀ ਮੰਮੀ ਕੱਪੜੇ ਸੀ ਲੈਂਦੀ ਸੀ ਥੋੜ੍ਹੇ ਬਹੁਤੇ, ਅਤੇ ਨਾਲ ਸਿਲਾਈ ਬਹੁਤ ਵਧੀਆ ਕਰਦੀ ਸੀ। ਉਹ ਸਵੈਟਰ ਬਹੁਤ ਵਧੀਆ ਬੁਣਦੀ ਸੀ। ਅਤੇ ਮੇਰੇ ਸਕੂਲ ਦਾ ਇੱਕ ਟਰਿਪ ਆਇਆ, ਚੰਡੀਗੜ੍ਹ ਜਾਣਾ ਸੀਗਾ ਅਸੀਂ, ਅਤੇ ਮੇਰੇ ਕੋਲ ਕੱਪੜੇ ਨਹੀਂ ਸੀਗੇ ਪਾਉਣ ਨੂੰ। ਅਤੇ ਮੇਰੀ ਆਂਟੀ ਮਤਲਬ ਕਿ ਮੰਮੀ ਦੀ ਨੇਬਰ ਜਿਹੜੀ ਸੀ ਨਾ, ਉਹ ਮੇਰੀ ਮੰਮੀ ਦੀ ਬਹੁਤ ਚੰਗੀ ਫਰੈਂਡ ਸੀਗੀ। ਉਹਨੇ ਆਪਣੀ ਕੁੜੀ ਦੀ ਡਰੈਸ ਮੈਨੂੰ ਦਿੱਤੀ, ਔਰ ਕੁੜੀ ਮੇਰੀ ਕਲਾਸਮੇਟ, ਮੇਰੀ ਫਰੈਂਡ ਅਲਕਾ ਨਾ। ਅਤੇ ਤੁਸੀਂ ਬਿਲੀਵ ਕਰੋ, ਜੇ ਟਰਿਪ 'ਤੇ ਲੋਕਾਂ ਨੇ ਕਹਿ ਤਾ ਨਾ ਤੇਰੀ ਡਰੈਸ ਬਹੁਤ ਸੋਹਣੀ, ਤਾਂ ਸਾਰਿਆਂ ਦੇ ਵਿੱਚ ਜਾ ਕੇ ਕਹਾਂਗੇ ਇਹ ਮੇਰੀ ਡਰੈਸ ਆ। ਆਈ ਫੀਲ ਵੈਰੀ ਵੈਰੀ ਬੈਡ ਉਸ ਟਾਈਮ 'ਤੇ, ਕਿ ਇੱਕ ਤਾਂ ਬੇਇੱਜ਼ਤੀ ਹੋ ਜਾਂਦੀ ਨਾ, ਬੱਚਾ ਹੀ ਸੀਗੀ ਮੈਂ, ਛੋਟਾ ਜਿਹਾ ਨਾ, ਕਿ ਮੈਨੂੰ ਕੋਈ ਆ ਕੇ ਕਹਿ ਰਿਹਾ ਤੂੰ ਸੋਹਣੀ ਲੱਗ ਰਹੀ ਆ ਨਾ, ਔਰ ਉਹ ਆ ਕੇ ਕਹਿ ਰਹੀ ਕੱਪੜੇ ਮੇਰੇ ਆ ਜਿਨ੍ਹਾਂ 'ਚ ਇਹ ਸੋਹਣੀ ਲੱਗਦੀ ਪਈ ਆ। ਦੈਟ ਵਾਜ਼ ਵੈਰੀ ਹਾਰਟ ਬ੍ਰੇਕਿੰਗ ਮੂਮੈਂਟ, ਮੈਂ ਕਹਿ ਸਕਦੀ ਹਾਂ। ਆਈ ਡੋਂਟ ਨੋ, ਆਈ ਮੀਨ ਦੈਨ ਮੈਂ ਫਿਰ ਸੋਚਦੀ, ਵਾਈ ਮੀ।
ਕਈ ਵੇਲੇ ਇੱਦਾਂ ਹੁੰਦਾ ਨਾ ਕਿ ਤੁਸੀਂ ਸਟਕ ਹੁੰਦੇ ਹੋ, ਨਿਕਲਣਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ। ਮੀਨ ਇੱਦਾਂ ਜ਼ਿੰਦਗੀ ਨਿਕਲਦੀ ਰਹੀ ਅਤੇ ਫਿਰ ਜੀ ਪਿਆਰ ਆ ਗਿਆ ਜ਼ਿੰਦਗੀ 'ਚ ਨਾ। ਮੈਂ ਕਹਾਂ ਕਿ ਜਿੰਨਾ ਮੈਂ ਪਿਆਰ ਕੀਤਾ, ਮੈਨੂੰ ਨਹੀਂ ਲੱਗਦਾ ਸੀ ਮੈਂ ਉਹਨੂੰ ਪਿਆਰ ਕਰਦੀ। ਉਹਨੂੰ ਕਾਫੀ ਟਾਈਮ ਲੱਗਾ ਸੀਗਾ ਮੈਨੂੰ ਪਟਾਉਣ ਵਾਸਤੇ। ਮੀਨ ਬਿਲੀਵ ਕਰੋਗੇ, ਉਹਨੂੰ ਵਿਚਾਰੇ ਨੂੰ ਕਿੰਨੀ ਜੱਦੋ ਜਹਿਦ ਕਰਨੀ ਪਈ ਮੈਨੂੰ ਪਟਾਉਣ ਵਾਸਤੇ। ਪਰ ਜਦੋਂ ਮੈਂ ਪੱਟ ਗਈ ਕਿੰਨੇ ਸਾਲਾਂ ਬਾਅਦ, ਆਈ ਥਿੰਕ 1.5 ਸਾਲ ਬਾਅਦ, ਔਰ ਉਹਨੂੰ ਲੱਗਾ ਕਿ ਇਹ ਤਾਂ ਮੇਰੇ ਕੰਮ ਦੀ ਨਹੀਂ ਹੈਗੀ, ਮੇਰੇ ਕੰਮ ਦੀ ਨਹੀਂ। ਔਰ ਮੈਂ ਸਾਰੇ ਕਿਤੇ ਰੌਲਾ ਪਾ ਚੁੱਕੀ ਸੀਗੀ ਰਿਲੇਸ਼ਨਸ਼ਿਪ ਦਾ ਆਪਣੇ ਘਰ 'ਚ। ਔਰ ਮੇਰੀ ਨਾਨੀ ਨੂੰ ਪਤਾ ਸੀਗਾ ਉਹਦੇ ਬਾਰੇ। ਔਰ ਫਿਰ ਇੱਕ ਦਿਨ ਮੇਰੇ ਮਮ ਨੇ ਉਹਨਾਂ ਗੱਲ ਵੀ ਕੀਤੀ ਕਿ ਤੂੰ ਮਤਲਬ ਕਿ ਰਿਸ਼ਤੇ ਦਾ ਦੇਖ, ਮਤਲਬ ਕਿ ਅੱਗੇ ਕੀ ਸੋਚਿਆ ਤੁਸੀਂ ਦੋਨਾਂ, ਤੂੰ ਇਹਦੇ ਨਾਲ ਹੈ ਨਾ। ਮੈਂ ਤਾਂ ਅਜੇ ਪੜ੍ਹਦੀ ਸੀਗੀ, ਉਹ ਕੰਮ ਕਰਦਾ ਸੀ। ਤੋ ਉਹ ਜੀ ਕਹਿੰਦਾ ਹਜੇ ਤਾਂ ਨਹੀਂ ਮੈਂ ਕੁਛ ਵੀ ਕਰ ਸਕਦਾ, ਕਿਉਂਕਿ ਹਜੇ ਮੈਂ ਆਪਣਾ ਕੁਛ ਕਰਨਾ ਵਾ, ਉਸ ਤੋਂ ਬਾਅਦ ਦੇਖਾਂਗਾ। ਪਰ ਉਹ ਮੇਰੇ ਨਾਲ ਸਿਰਫ ਸੀਗਾ ਫਿਜ਼ੀਕਲ ਹੋਣ ਵਾਸਤੇ, ਨੋਟ ਲਾਈਕ ਕਿ ਪ੍ਰੋਪਰ ਲਵ ਸੀਗਾ ਜਿੱਦਾਂ ਮੈਂ ਫੀਲ ਕਰ ਰਹੀ ਸੀ। ਔਰ ਮੈਂ ਉਸ ਬੰਦੇ ਵਾਸਤੇ ਕਾਫੀ ਰੋਈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਮੇਰੇ ਕੰਮ ਦੀ ਨਹੀਂ ਹੈਗੀ। ਅਤੇ ਕਾਫੀ ਦੇਰ ਮੈਂ ਉਹਦਾ ਵੇਟ ਕੀਤਾ, ਕਾਫੀ ਦੇਰ ਮੈਂ ਉਹਦੇ ਲਈ ਰੋਂਦੀ ਰਹੀ। ਮੈਂ ਦੱਸ ਨਹੀਂ ਸਕਦੀ ਮੈਂ ਤੁਹਾਨੂੰ ਕਿੰਨਾ ਉਹਦੇ ਵਾਸਤੇ ਰੋਂਦੀ ਹੁੰਦੀ ਸੀਗੀ। ਔਰ ਕਈ ਵਾਰ ਬਹਿ ਕੇ ਸੋਚਦੀ ਸੀ ਉਹੀ ਬੰਦਾ ਜਿਹੜਾ ਮੇਰੇ ਮਗਰ ਪਾਗਲਾਂ ਵਾਂਗਾ ਘੁੰਮ ਰਿਹਾ ਸੀਗਾ। ਮੈਂ ਸਕੂਲੋਂ ਲੇਟ ਹੋ ਜਾਂਦੀ ਸੀ ਅਤੇ ਰਸਤੇ 'ਚ ਖੜ੍ਹਾ ਹੁੰਦਾ ਸੀ, ਮੇਰਾ ਵੇਟ ਕਰਦਾ ਹੋਇਆ ਸਕੂਲ ਦੇ ਕੋਲ ਆ ਕੇ। ਇਜ਼ ਦੈਟ ਸੇਮ ਪਰਸਨ? ਕਿਉਂ ਇੱਦਾਂ? ਕੀ ਚੇਂਜ ਹੋ ਗਿਆ? ਕਿਉਂਕਿ ਮੈਂ ਉਹਨੂੰ ਇਹ ਕਹਿੰਦੀ ਸੀਗੀ ਕਿ ਫਿਜ਼ੀਕਲ ਹੋਣਾ, ਵਿਆਹ ਕਰਾ ਲਾ, ਜੋ ਮਰਜ਼ੀ ਫਿਰ, ਹੈ ਨਾ। ਕਿਉਂਕਿ ਮੈਨੂੰ ਇਹ ਸੀਗਾ ਕਿ ਕੁਛ ਐਸਾ ਨਾ ਹੋਵੇ ਕਿ ਮੇਰੀ ਮਮ ਜਿਹੜੇ ਆ ਨਾ ਉਹਨਾਂ ਨੂੰ ਕੋਈ ਉਹ ਹੋਵੇ, ਹੈ ਨਾ। ਕਿਉਂਕਿ ਮੇਰੀ ਮਮ ਨੇ ਪਹਿਲੇ ਹੀ ਕਿਹਾ ਸੀਗਾ, ਗੋਗੀ ਮੇਰਾ ਧੌਲਾ ਝਾਟਾ ਅਤੇ ਮੇਰੀ ਚਿੱਟੀ ਚੁੰਨੀ ਨਾਲ ਰੋਲੀ, ਹੈ ਨਾ। ਮੈਨੂੰ ਇਹ ਡਰ ਲੱਗਾ ਰਹਿੰਦਾ ਸੀ, ਕਿਉਂਕਿ ਮੈਨੂੰ ਉੱਦਾਂ ਵੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਬੈਡ ਐਕਸਪੀਰੀਅੰਸ ਕਰ ਚੁੱਕੀ ਸੀਗੀ। ਸੋ ਮੈਨੂੰ ਡਰ ਲੱਗਦਾ ਸੀ ਨਾ ਇੱਦਾਂ। ਪਰ ਮੈਨੂੰ ਪਿਆਰ ਚਾਹੀਦਾ ਸੀ। ਮੈਂ ਬਹੁਤ ਰੋਈ ਉਹ ਬੰਦੇ ਕਰਕੇ, ਰਿਸ਼ਤੇ ਵੀ ਛੱਡੇ ਮੈਂ। ਮੈਨੂੰ ਯਾਦ ਆ, ਮੈਂ ਅੱਗੇ ਵੀ ਤੁਹਾਨੂੰ ਨਾਲ ਸ਼ਾਇਦ ਕਿਸੇ ਨੂੰ ਯਾਦ ਹੋਵੇ, ਮੈਂ ਸ਼ੇਅਰ ਕੀਤੀ ਸੀ ਇਹ ਗੱਲ ਕਿ ਮੈਂ ਕਿਸੇ ਦੇ ਘਰ ਗਈ ਸੀਗੀ ਉਹਨਾਂ ਦੇ ਘਰ ਜਸਟ ਸ਼ਹਿਰ ਘੁੰਮਣ ਗਈ ਸੀ। ਬਟ ਜਿਨ੍ਹਾਂ ਦੇ ਨਾਲ ਗਈ ਸੀ ਉਹਨਾਂ ਨੂੰ ਉੱਥੇ ਕੋਈ ਮਰਿਆ ਸੀਗਾ, ਉਹਦਾ ਅਫਸੋਸ ਕਰਨ ਜਾਣਾ ਸੀ। ਮਰਿਆ ਕਦੋਂ ਦਾ ਹੀ ਸੀਗਾ, ਪਰ ਅਸੀਂ ਜਸਟ ਫਨ ਦੇ ਤੌਰ 'ਤੇ ਘੁੰਮਣਾ ਸੀਗਾ। ਅਤੇ ਉਹ ਕਹਿੰਦੀ ਚਲੋ ਥੋੜ੍ਹੀ ਦੇਰ ਅਫਸੋਸ ਕਰਿਆ ਵਾ। ਕੋਈ ਕੈਨੇਡਾ ਤੋਂ ਆਏ ਹੋਏ ਸੀਗੇ ਨਾ, ਉਹਨਾਂ ਨੂੰ ਮੈਂ ਦੇਖੀ, ਮਤਲਬ ਕਿ ਮੈਂ ਬਾਹਰ ਬੈਠੀ ਹੋਈ ਸੀਗੀ ਆਪਣੀ ਸਹੇਲੀ ਦੇ ਨਾਲ, ਉਹ ਅੰਦਰ ਸੀਗੇ ਨਾ ਸਾਰੇ। ਤੋ ਜਨਾਨੀ ਨੇ ਮਤਲਬ ਕਿ ਜਿਨ੍ਹਾਂ ਦੇ ਨਾਲ ਮੈਂ ਗਈ ਹੋਈ ਸੀਗੀ, ਉਹ ਕੋਈ ਰਿਲੇਟਿਵ ਨਹੀਂ ਸੀਗਾ ਸਾਡੇ, ਕੋਈ ਮੇਰੀ ਫਰੈਂਡ ਦੀ ਭਾਬੀ ਸੀਗੀ ਅਤੇ ਫਰੈਂਡ ਸੀ ਮੇਰੀ। ਉਹਨੂੰ ਭਾਬੀ ਨੂੰ ਕਿਹਾ ਕਿ ਮੈਨੂੰ ਆਹ ਕੁੜੀ ਬਹੁਤ ਵਧੀਆ ਲੱਗੀ ਆ, ਤੁਸੀਂ ਇਹਦੇ ਘਰਦਿਆਂ ਨਾਲ ਗੱਲ ਕਰੋ ਮੁੰਡੇ ਦੀ ਨਾ। ਔਰ ਮੁੰਡਾ ਵੀ ਮੈਂ ਦੇਖਿਆ ਸੀਗਾ, ਮੋਟਰਸਾਈਕਲ ਲੈ ਕੇ ਆਇਆ ਸੀ, ਮੈਂ ਦੇਖਿਆ ਉਹਨੂੰ। ਬਟ ਮੈਨੂੰ ਕੋਈ ਫਰਕ ਨਹੀਂ ਸੀ ਉਹਦੇ ਨਾਲ। ਸੋਹਣਾ ਸੀਗਾ, ਐਵਰੀਥਿੰਗ ਸੀਗਾ, ਕੈਨੇਡਾ ਦਾ ਸੀਗਾ, ਖੁਦ ਰਿਸ਼ਤਾ ਆ ਰਿਹਾ ਸੀ। ਬਟ ਮੈਨੂੰ ਉਹ 'ਚ ਕੋਈ ਦਿਖਿਆ ਨਹੀਂ। ਅਤੇ ਮੈਨੂੰ ਜਦੋਂ ਆਂਟੀ ਨੇ ਮਤਲਬ ਕਿ ਮੇਰੀ ਫਰੈਂਡ ਦੀ ਮਮ ਨੇ ਮੈਨੂੰ ਇਹ ਗੱਲ ਕਹੀ ਕਿ ਗੋਗੀ ਤੇਰੇ ਵਾਸਤੇ ਰਿਸ਼ਤਾ ਆਇਆ ਵਾ ਅਤੇ ਮੈਂ ਤੇਰੀ ਮੰਮੀ ਨਾਲ ਗੱਲ ਕਰਨ ਆਉਂਦੀ ਹਾਂ ਨਾ, ਕਦੋਂ ਆਵਾਂ। ਅਤੇ ਮੈਂ ਉਹਨੂੰ ਉੱਥੇ ਮਨਾ ਕਰਤਾ, ਨਹੀਂ ਆਂਟੀ ਨਹੀਂ, ਤੁਸੀਂ ਨਹੀਂ ਆ ਸਕਦੇ ਹੈਗੇ, ਪਲੀਜ਼ ਮੇਰੇ ਘਰ ਨਾ ਆਈ, ਪਲੀਜ਼ ਮੇਰੇ ਘਰ ਨਾ ਆਈ। ਉਹ ਮੁੰਡੇ ਦੀ ਗੱਲ ਲੈ ਕੇ ਨਾ ਆਈ। ਉਹਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕੋਈ ਦਹੇਜ ਨਹੀਂ ਲੈਣਾ, ਉਹਨਾਂ ਨੇ ਕੁਛ ਨਹੀਂ ਲੈਣਾ, ਮਤਲਬ ਕਿ ਉਹਨਾਂ ਨੂੰ ਤੂੰ ਬਹੁਤ ਵਧੀਆ ਲੱਗੀ ਆ ਨਾ। ਅਤੇ ਮੈਂ ਉਹਨਾਂ ਨੂੰ ਮਨਾ ਕਰਤਾ ਸੀ, ਇਸ ਕਰਕੇ ਗੱਲ ਪਹੁੰਚੀ ਨਹੀਂ ਮੇਰੀ ਮੰਮਾ ਤੱਕ, ਬਹੁਤ ਲੇਟ ਪਹੁੰਚੀ ਸੀ ਮੇਰੀ ਮੰਮਾ ਤੱਕ ਉਹ ਗੱਲ। ਔਰ ਦੈਨ ਮੈਨੂੰ ਉਹੀ ਆਂਟੀ ਦੀ ਇੱਕ ਡਾਟਰ ਕਿਤੇ ਵਿਆਹੀ ਹੋ ਸੀਗੀ, ਅਤੇ ਉੱਥੋਂ ਕੋਈ ਮੁੰਡਾ ਆਇਆ ਸੀ ਅਮੈਰੀਕਾ ਤੋਂ, ਉਹਦਾ ਰਿਸ਼ਤੇ ਵਾਸਤੇ ਮਤਲਬ ਕਿ ਮੈਨੂੰ ਲੈ ਗਏ। ਮੇਰਾ ਦਿਲ ਨਹੀਂ ਸੀ, ਪਰ ਮੈਨੂੰ ਲੈ ਕੇ ਗਏ, ਮੈਂ ਗਈ। ਉਹਨਾਂ ਨੂੰ ਮੈਂ ਨਹੀਂ ਪਸੰਦ ਆਈ, ਕਿਉਂਕਿ ਮੁੰਡਾ 6 ਫੁੱਟ ਦਾ ਸੀ ਔਰ ਮੈਂ ਤਾਂ 5 ਵੀ ਨਹੀਂ। ਮੈਂ ਤਾਂ ਬਹੁਤ ਛੋਟੀ ਜਿਹੀ ਸੀਗੀ ਉਹਦੇ ਸਾਹਮਣੇ ਨਾ। ਅਤੇ ਉੱਥੋਂ ਨੋ ਹੋ ਗਈ, ਕਿਉਂਕਿ ਉਹ ਅਮੈਰੀਕਾ ਦਾ ਸੀਗਾ ਔਰ ਲੰਬਾ ਸੀਗਾ ਨਾ, ਹਾਈਟ ਉਹਦੀ ਬਹੁਤ ਜ਼ਿਆਦਾ ਸੀ। ਅਤੇ ਫਿਰ ਮੈਂ ਘਰ ਆ ਕੇ ਸੋਚਿਆ, ਮਤਲਬ ਕਿ ਜਦ ਕਿ ਮੈਂ ਚਾਹੁੰਦੀ ਸੀਗੀ ਨਾ ਰਿਸ਼ਤਾ ਹੋਵੇ, ਫਿਰ ਵੀ ਮੈਨੂੰ ਦੁੱਖ ਲੱਗਾ ਕਿ ਉਹਨੇ ਮੈਨੂੰ ਰਿਜੈਕਟ ਕਰਤਾ। ਆਈ ਫੈਲਟ ਬੈਡ।
ਤੇ ਮੈਂ ਕਿ ਸ਼ਾਇਦ ਮੈਂ ਰਿਸ਼ਤਾ ਇਸ ਕਰਕੇ ਚਾਹੁੰਦੀ ਸੀ ਕਿ ਸ਼ਾਇਦ ਮੇਰਾ ਰਿਸ਼ਤਾ ਉਹਦੇ 'ਤੇ ਇਫੈਕਟ ਪਾ ਸਕੇ ਜਿਹਨੂੰ ਮੈਂ ਪਿਆਰ ਕਰਦੀ ਹਾਂ, ਕਿਉਂਕਿ ਇਹਨੂੰ ਰਿਸ਼ਤੇ ਅਗਰ ਦਿਖਾਉਣ ਲੱਗੇ ਇਹਦੇ ਘਰ ਦੇ ਕਿਤੇ ਕਰਾ ਹੀ ਨਾ ਲਵੇ। ਔਰ ਉਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ, ਉਹਨੂੰ ਤਾਂ ਪਤਾ ਵੀ ਲੱਗ ਗਿਆ ਸੀ ਮੇਰਾ ਵਿਆਹ ਹੋਣ ਲੱਗਾ ਵਾ, ਉਹਨੂੰ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਉਹਨੂੰ ਮੇਰੇ ਨਾਲ ਕੁਛ ਨਹੀਂ ਸੀਗਾ। ਔਰ ਮੈਂ ਇਹ ਸੋਚਦੀ ਪਈ ਸੀ ਕਿ ਜੇ ਰਿਸ਼ਤਾ ਹੋਏਗਾ ਕਿਤੇ ਤਾਂ ਇਹਨੂੰ ਕੋਈ ਫ਼ਰਕ ਪਏਗਾ ਸ਼ਾਇਦ, ਨਹੀਂ ਉਹਨੂੰ ਕੋਈ ਫ਼ਰਕ ਨਹੀਂ ਪਿਆ। ਫਿਰ ਜਦੋਂ ਵਿਆਹ ਹੋ ਗਏ, ਮਤਲਬ ਕਿ ਮੈਂ ਦੋਨਾਂ ਨੂੰ ਇਕੱਠਿਆਂ ਨੂੰ ਕੰਪੇਅਰ ਕਰਦੀ ਹਾਂ ਆਪਣੇ ਦੋਨਾਂ ਹਸਬੈਂਡਾਂ ਨੂੰ। ਦੋਨੋਂ ਮੇਰੀ ਚੋਇਸ ਨਹੀਂ ਸੀਗੇ। ਪਹਿਲਾਂ ਤਾਂ ਟੋਟਲੀ ਫੋਰਸਫੁਲੀ ਮੈਰਿਡ ਸੀਗੀ, ਟੋਟਲੀ ਫੋਰਸਫੁਲ, ਮੇਰਾ ਕੋਈ ਉਹਦੇ 'ਚ ਇੰਨਾ ਵੀ ਇੰਟਰਸਟ ਨਹੀਂ ਸੀਗਾ। ਪਰ ਇੰਨਾ ਜ਼ਰੂਰ ਕਰਨੀ ਆ, ਜਦੋਂ ਲਾਵਾਂ ਹੋਈਆਂ ਫੇਰੇ ਹੋਏ ਜੋ ਵੀ ਕਹਿੰਦੇ ਹੋ, ਉਹ ਜਦੋਂ ਹੋਇਆ ਮੈਂ ਐਕਸੈਪਟ ਕਰ ਲਿਆ ਕਿ ਜੋ ਵੀ ਆ ਕਬੂਲ ਹੈ। ਔਰ ਮੈਂ ਉਹਨੂੰ ਦਿਲੋਂ ਪਿਆਰ ਕੀਤਾ ਯਾਰ, ਪਰ ਉਹਨੇ ਮੈਨੂੰ ਕੁੱਟਮਾਰ ਤੋਂ ਇਲਾਵਾ ਕੱਖ ਦਿੱਤਾ ਹੀ ਨਹੀਂ। ਔਰ ਮੈਂ ਖੁਦ ਸੋਚਦੀ ਰਹੀ, ਵਾਈ ਮੀ, ਮੈਂ ਸੋਹਣੀ ਹਾਂ, ਮੈਂ ਇਹਨਾਂ ਦਿਲੋਂ ਪਿਆਰ ਕਰਦੀ ਪਈ ਹਾਂ, ਇਹ ਜਿੱਦਾਂ ਕਹਿੰਦਾ ਉੱਦਾਂ ਮੰਨ ਲੈਂਦੀ ਹਾਂ। ਹਾਂ, ਫਿਰ ਵੀ ਵਾਈ ਮੀ। ਉਸ ਤੋਂ ਬਾਅਦ ਜਿਹੜਾ ਸੈਕਿੰਡ ਹਸਬੈਂਡ, ਉਹ ਫੋਰਸਫੁਲੀ ਇੱਦਾਂ ਨਹੀਂ ਸੀਗਾ ਕਿ ਮੈਨੂੰ ਕਿਸੇ ਨੇ ਦਬਾਅ ਪਾਇਆ ਵਾ ਸੀਗਾ, ਨਹੀਂ ਇੱਦਾਂ ਸੀਗਾ ਕਿ ਮੇਰੀ ਸਹੇਲੀ ਨੇ ਮੇਰੀ ਮਾਂ ਦੇ ਕੰਨ ਭਰਤੇ ਸੀਗੇ ਕਿ ਇਹ ਮੈਂ, ਕਿਉਂਕਿ ਰੋਵੀ ਦੇ ਪਿੱਛੇ ਸੀ ਨਾ ਮੈਂ, ਰੋਵੀ ਨੇ ਮੇਰਾ ਦਿਲ ਤੋੜਿਆ ਸੀ ਅਤੇ ਮੈਨੂੰ ਵੀ ਥੋੜ੍ਹਾ ਜਿਹਾ ਡਰ ਪੈ ਗਿਆ ਸੀ ਕਿ ਕੋਈ ਮੇਰਾ ਹੁਣ ਦੁਬਾਰਾ ਦਿਲ ਨਾ ਤੋੜੇ। ਵਿਆਹ ਦਾ ਇੱਕ ਸਟੈਂਪ ਜਿਹੀ ਲੱਗ ਜਾਂਦੀ ਨਾ ਕਿ ਤੁਸੀਂ ਵਿਆਹ ਹੋ ਗਏ ਹੋ, ਹੁਣ ਕੋਈ ਤੁਹਾਨੂੰ ਤੰਗ ਨਹੀਂ ਕਰ ਸਕਦਾ। ਸੋ ਮੈਂ ਉਹੀ ਚਾਹੁੰਦੀ ਸੀ ਕਿ ਹਾਂ ਕਿਤੇ ਵਿਆਹ ਹੋ ਜਾਵੇ, ਕਿ ਸਟੈਂਪ ਲੱਗ ਜਾਵੇ ਕਿ ਹਾਂ ਹੁਣ ਨਹੀਂ ਕੋਈ ਆ ਸਕਦਾ ਜ਼ਿੰਦਗੀ 'ਚ ਹੋਰ, ਹੈ ਨਾ, ਇੱਦਾਂ ਦਾ ਧੋਖੇਬਾਜ਼। ਔਰ ਮੇਰੀ ਫਰੈਂਡ ਨੇ ਮੇਰੀ ਮਾਂ ਦੇ ਇਹ ਕੰਨ ਭਰੇ ਸੀ ਕਿ ਇੱਥੇ ਆ, ਇਹ ਐਵੇਂ ਇੰਡੀਆ ਵਿੱਚ ਉਹਦੇ ਮਗਰ ਪਈ ਹੋਈ ਆ, ਇਹ ਇੱਥੇ ਕਮਾਉਂਦਾ ਵੀ ਪਿਆ ਆਪਣਾ, ਹੈ ਨਾ, ਇਹਨੂੰ ਵੀ ਪੈਸੇ ਦੀ ਲੋੜ ਆ, ਉਹ ਪੈਸਾ ਵਧੀਆ ਕਮਾਉਂਦਾ ਪਿਆ ਵਾ, ਉਹਨੂੰ ਪੇਪਰਾਂ ਦੀ ਲੋੜ ਆ, ਦੋਨੋਂ ਇੱਕ ਦੂਜੇ ਵਾਸਤੇ ਵਧੀਆ। ਔਰ ਉੱਦਾਂ ਮੇਰੀ ਮਾਂ ਨੇ ਵੀ ਸ਼ੁਰੂ ਕਰਤਾ, ਨਹੀਂ ਤੈਨੂੰ ਅਕਲ ਨਹੀਂ ਹੈਗੀ, ਤੂੰ ਇੰਡੀਆ ਤੋਂ ਕਿੱਥੋਂ ਲੈ ਕੇ ਜਾਂਦੀ ਫਿਰੇਂਗੀ, ਉਹ ਕਰਦੀ ਫਿਰੇਂਗੀ, ਜਦੋਂ ਉੱਥੇ ਹੈਗਾ ਵਾ ਤੂੰ ਦੇਖ ਲਾ, ਹੈ ਨਾ, ਚੰਗਾ ਵਾ ਮੁੰਡਾ ਫਲਾਣਾ ਤੋਂ। ਪਤਾ ਹੈ ਨਹੀਂ ਸੀ ਕਿਸ ਨੂੰ ਕੀ ਚੰਗਾ ਵਾ ਉਹ, ਪਰ ਜਸਟ ਮਾਂ ਨੇ ਵੀ ਪੈਸਾ ਹੀ ਸੁਣਿਆ ਹੋਊਗਾ ਸ਼ਾਇਦ, ਹੈ ਨਾ, ਕਿਉਂਕਿ ਸਾਡੇ ਪੈਸੇ ਦੀ ਪ੍ਰੋਬਲਮ ਰਹੀ। ਔਰ ਉਹ ਵੀ ਮੈਨੂੰ ਪਸੰਦ ਨਹੀਂ ਸੀਗਾ ਕਿਉਂਕਿ ਉਹਨੂੰ ਤਾਂ ਮੈਂ ਕਦੋਂ ਦੀ ਜਾਣਦੀ ਸੀ ਗੁਰਦੁਆਰੇ ਤੋਂ। ਆਈ ਨੈਵਰ ਥੋਟ ਅਬਾਊਟ ਐਨੀਥਿੰਗ ਵਿਦ ਹਿਮ, ਨਹੀਂ ਕਦੇ ਵੀ ਨਹੀਂ। ਔਰ ਮੈਂ ਤੁਹਾਨੂੰ ਕਿੰਨੀ ਵਾਰ ਅੱਗੇ ਵੀ ਕਿਹਾ ਕਿ ਜਦੋਂ ਮੈਨੂੰ ਸੁਪਨਾ ਆਇਆ ਸੀ ਕਿ ਮੇਰਾ ਵਿਆਹ ਉਹਦੇ ਨਾਲ ਹੋ ਰਿਹਾ ਵਾ, ਸੁਪਨੇ ਦੇ ਵਿੱਚ ਮੈਂ ਉੱਠ ਕੇ ਮੂੰਹ 'ਤੇ ਚਪੇੜਾ ਮਾਰੇ, ਬਾਬਾ ਜੀ ਸੁਪਨਾ ਕਦੇ ਸੱਚ ਨਾ ਹੋਵੇ। ਉਹ ਸੁਪਨਾ ਇੱਕ ਹਫ਼ਤੇ 'ਚ ਸੱਚ ਹੋਇਆ ਸੀ, ਡਰਾਵਨਾ ਸੁਪਨਾ ਮੈਂ ਕਹਿ ਸਕਦੀ ਹਾਂ। ਯਸ, ਉਹਨੂੰ ਵੀ ਮੈਂ ਦਿਲੋਂ ਕੀਤਾ। ਔਰ ਇੱਦਾਂ ਦਾ ਦਿਲੋਂ ਕੀਤਾ ਕਿ ਮੈਂ ਉਹਨਾਂ ਦੀਆਂ ਮਾਵਾਂ ਨਾਲ ਵੀ ਲੜਦੀ ਹੁੰਦੀ ਸੀ ਜਦੋਂ ਉਹਨਾਂ ਨੂੰ ਬੈਡ ਕਹਿੰਦੇ ਹੁੰਦੇ ਸੀਗੇ। ਆਪਣੀਆਂ ਸਹੇਲੀਆਂ ਨੂੰ ਬੁਲਾਉਣਾ ਛੱਡ ਦਿੰਦੀ ਸੀ ਜਦੋਂ ਉਹਨਾਂ ਨੂੰ ਬੈਡ ਕਹਿ ਜਾਂਦੀਆਂ ਸੀਗੀਆਂ। ਉਹਨਾਂ ਦੀਆਂ ਮਾਵਾਂ ਦੋਨਾਂ ਦੀਆਂ ਇੱਦਾਂ ਦੀਆਂ ਹੀ ਸੀਗੀਆਂ, ਕੋਈ ਕਦਰ ਨਹੀਂ ਸੀ ਉਹਨਾਂ ਦੀ ਉਹਨਾਂ ਦੇ ਵਾਸਤੇ। ਬਟ ਪੈਸਾ ਚਾਹੀਦਾ ਸੀ, ਮੁੰਡੇ ਹੋਣ ਚਾਹੇ ਨਾ ਹੋਣ, ਦੋਨੋਂ ਇੱਧਰ ਮਿਲੇ। ਫਿਰ ਮੈਂ ਸੋਚਦੀ ਸੀ, ਹਾਏ ਰੱਬਾ, 2 ਸਹੁਰੇ ਦਿੱਤੇ, ਮਤਲਬ ਕਿ ਦੂਜੀ ਵਾਰ ਵੀ ਸੇਮ ਉਹੀ ਚੀਜ਼, ਵਾਈ ਮੀ, ਤੂੰ ਮੈਨੂੰ ਕਿਉਂ ਇੱਦਾਂ ਚੂਜ਼ ਕਰਦਾ ਪਿਆ ਇੱਦਾਂ ਦੀਆਂ ਚੀਜ਼ਾਂ 'ਚ। ਮਤਲਬ ਦੂਜਾ ਵਿਆਹ ਕਰਾਇਆ, ਥੋੜ੍ਹਾ ਜਿਹਾ ਤਾਂ ਡਿਫਰੈਂਸ ਹੋ ਜਾਂਦਾ। ਪਹਿਲੇ ਦਾ ਵੀ ਭਰਾ ਛੋਟਾ ਸ਼ਰਾਬੀ ਕਬਾਬੀ, ਦੂਜੇ ਦਾ ਵੀ ਭਰਾ ਛੋਟਾ ਸ਼ਰਾਬੀ ਕਬਾਬੀ। ਮਾਂ ਨੂੰ ਪਹਿਲੀ ਨੂੰ ਵੀ ਕੋਈ ਫ਼ਰਕ ਨਹੀਂ ਪੈਂਦਾ, ਉਹ ਧੀਆਂ ਨੂੰ ਖਵਾਉਣ 'ਤੇ ਇੱਕ ਧੀ ਨੂੰ ਖਵਾਉਂਦੀ ਪਈ ਆ। ਇੱਦਾਂ ਸੇਮ ਦੂਜਾ ਸੀਗਾ, ਉਹਦੀ ਵੀ 2 ਧੀਆਂ ਸੀਗੀਆਂ, ਪਰ ਉੱਦਾਂ 5 ਕਹੀਆਂ ਜਾਂਦੀਆਂ ਕਿਉਂਕਿ ਉਹਦੇ ਪਹਿਲਾਂ ਘਰ ਵਾਲੇ ਨੇ ਪਹਿਲਾਂ ਵੀ ਵਿਆਹ ਕਰਾਇਆ ਸੀ। ਸੋ ਇਟ ਮੀਨ ਵਾਈ ਐਵਰੀਥਿੰਗ ਸੇਮ, ਐਵਰੀ ਸਿੰਗਲ ਥਿੰਗ ਸੇਮ। ਬਸ ਇੰਨਾ ਸੀਗਾ ਕਿ ਜਿਹੜਾ ਦੂਜਾ ਸੀਗਾ ਉਹਨੇ ਕਾਫੀ ਪੈਸਾ ਕਮਾਇਆ ਸੀਗਾ, ਉਹਨੇ ਆਪਣੀ ਪ੍ਰੋਪਰਟੀ, ਇਹਨੇ ਵੀ ਇੱਦਾਂ ਹੀ ਕੀਤਾ ਹੋਇਆ ਸੀ, ਪੈਸਾ ਕਮਾ ਕੇ ਖੂਹ 'ਚ ਪਾਇਆ ਸੀ, ਉਹਦਾ ਵੀ ਇੱਦਾਂ ਸੀਗਾ ਸੇਮ। ਦਫਾ ਕਰੋ, ਚਲੋ ਛੱਡੋ। ਪਰ ਮੈਂ ਸੋਚਦੀ ਸੀ ਕਿਉਂ ਕਿ ਦੂਜਾ ਕੀਤਾ, ਥੋੜ੍ਹਾ ਬਹੁਤਾ ਤਾਂ ਕੁਛ ਬਦਲਦਾ ਨਹੀਂ। ਵਾਈ ਮੀ, ਥੋੜ੍ਹਾ ਬਹੁਤਾ ਤਾਂ ਚੇਂਜ ਹੁੰਦਾ ਹਸਬੈਂਡਾਂ ਦੇ ਵਿੱਚ। ਉਹ ਵੀ ਸ਼ਰਾਬ ਪੀਣ ਵਾਲਾ, ਇਹ ਤਾਂ ਅੱਗਿਓਂ ਹੋਰ ਵੀ ਡੋਡੇ ਖਾਣ ਵਾਲਾ। ਮੈਨੂੰ ਕਿਉਂ ਇੱਦਾਂ ਚੂਜ਼ ਕੀਤਾ ਰੱਬਾ ਤੂੰ, ਵਾਈ ਮੀ, ਕਾਹਤੇ? ਕਦੀ ਸਮਝ ਨਹੀਂ ਲੱਗੀ ਮੈਨੂੰ ਇਹ ਚੀਜ਼ਾਂ ਦੀ। ਫਿਰ ਮੈਂ ਉਹੀ ਹੈ ਨਾ, ਮਤਲਬ ਕਿ ਬੰਦੇ ਨੂੰ ਸਮਝ ਨਹੀਂ ਆਉਂਦੀ ਹੈ ਨਾ ਇੱਦਾਂ ਕਿ ਇੱਦਾਂ ਹੀ ਕਿਉਂ, ਮਤਲਬ ਕਿ ਤੁਸੀਂ ਚੇਂਜ ਹੋ। ਵੈਸੇ ਚੇਂਜ ਮੇਰੇ 'ਚ ਕੁਛ ਨਹੀਂ ਹੋਇਆ ਸੀਗਾ। ਔਰ ਕਿਉਂਕਿ ਪਹਿਲਾਂ ਵੀ ਜਿਹੜਾ ਮੈਂ ਸਟੈਪ ਚੱਕਿਆ ਸੀਗਾ ਆਪਣੀਆਂ ਕੁੜੀਆਂ ਕਰਕੇ ਚੱਕਿਆ ਸੀ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਮੈਨੂੰ ਜਾਣਦੀਆਂ ਕਿ ਜੇ ਪੁਲਿਸ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਕੀ ਚਾਹੁੰਦੀ ਹੈ ਤੈਨੂੰ ਮਾਰ ਦੇਵੇ ਅਤੇ ਤੂੰ ਮਤਲਬ ਕਿ ਫਿਰ ਕੁੜੀਆਂ ਕਰਦੀ ਪਈ, ਫਿਰ ਕੁੜੀਆਂ ਤੇਰੀਆਂ ਕਿੱਥੇ ਹੋਣਗੀਆਂ, ਹੈ ਨਾ। ਸੋ ਦੂਜਾ ਸਟੈਪ ਵੀ ਮੈਂ ਕੁੜੀਆਂ ਕਰਕੇ ਹੀ ਕਿ ਹਾਂ ਜੇ ਇਹ ਮੇਰੇ ਬੱਚਿਆਂ ਨੂੰ ਨਹੀਂ ਐਕਸੈਪਟ ਕਰ ਸਕਦਾ ਪਿਆ, ਦੈਨ ਮੈਂ ਹਸਬੈਂਡ ਛੱਡ ਸਕਦੀ, ਆਪਣੇ ਬੱਚੇ ਨਹੀਂ ਛੱਡ ਸਕਦੀ। ਕਿਉਂਕਿ ਉਹਨਾਂ ਦਾ ਤਾਂ ਕੋਈ ਵੀ ਨਹੀਂ ਸੀਗਾ, ਨਾ ਉਹਨਾਂ ਦਾ ਬਾਪ ਸੀਗਾ, ਨਾ ਉਹਨਾਂ ਦੀ ਮਾਂ ਨਾ ਉਹਨਾਂ ਦਾ ਪਿਓ ਸੀਗਾ, ਨਾ ਦਾਦਕੇ, ਨਾ ਨਾਨਕੇ, ਉਹਨਾਂ ਦਾ ਕੋਈ ਨਹੀਂ ਸੀ ਮੇਰੇ ਤੋਂ ਇਲਾਵਾ ਨਾ। ਸੋ ਇੱਕ ਇਕੱਲੀ ਮਾਂ ਹੀ ਸੀਗੀ। ਸੋ ਐਜ਼ ਏ ਮਾਂ ਮੈਂ ਨਹੀਂ ਛੱਡ ਸਕਦੀ ਸੀਗੀ। ਸੋ ਮੈਂ ਚੂਜ਼ ਕੀਤਾ ਹਸਬੈਂਡ ਨੂੰ ਕੱਢਣ ਦਾ,
ਅਤੇ ਆਪਣੇ ਮੇਰੀ ਸੈਕਿੰਡ ਹਸਬੈਂਡ ਨੂੰ ਕੱਢਣ ਦਾ, ਸਟੈਪ ਡੈਡ ਨੂੰ ਉਹਨਾਂ ਦਿਆਂ ਨੂੰ, ਅਤੇ ਆਪਣੀਆਂ ਕੁੜੀਆਂ ਨੂੰ ਚੂਜ਼ ਕੀਤਾ ਮੈਂ। ਉਸ ਤੋਂ ਬਾਅਦ ਮੈਂ ਇੰਨਾ ਦੱਸਾਂਗੀ ਕਿ 2018 'ਚ ਮੈਂ ਪਹਿਲੀ ਵਾਰ ਜੋਬ ਕੀਤੀ, ਜਿਨ੍ਹਾਂ ਨੂੰ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਪਤਾ। ਆਈ ਡੋਂਟ ਨੋ, ਮੈਂ ਜਿੰਨੀ ਮਰਜ਼ੀ ਮਿਹਨਤ ਕੀਤੀ, ਮੇਰੀ ਜ਼ਿੰਦਗੀ 2018 ਤੋਂ ਸ਼ੁਰੂ ਹੋਈ ਐਜ਼ ਏ ਮਨੀ ਮੇਕਰ। ਮਤਲਬ ਕਿ ਮੈਂ 2018 'ਚ ਬੱਬੂ ਚਲਾ ਗਿਆ ਸੀਗਾ ਦਸੰਬਰ ਮੰਥ 'ਚ ਹੀ, ਹੈ ਨਾ। ਅਤੇ ਮੈਂ ਸੀਗਾ ਬ੍ਰੈਡ ਰੋਟੀ ਲੈ ਕੇ ਆਉਣ ਵਾਲਾ ਘਰ, ਹੈ ਨਾ। ਅਤੇ ਆਈ ਹੈਵ ਨੋ ਆਈਡੀਆ, ਮੈਂ ਆਪਣੇ ਕੰਮ 'ਤੇ ਬਹੁਤ ਜ਼ਿਆਦਾ ਓਨੈਸਟ ਹਾਂ। ਮੈਂ ਆਪਣੇ ਕੰਮ ਦੇ ਨਾਲ, ਜਿੱਥੇ ਵੀ ਮੈਂ ਕੰਮ ਕੀਤਾ, ਮੈਂ ਬਹੁਤ ਓਨੈਸਟ ਰਹੀ ਉੱਥੇ, ਹੈ ਨਾ। ਪਰ ਉਹ ਕੰਮ ਕਿਤੇ ਵੀ ਮੇਰੇ ਨਾਲ ਓਨੈਸਟ ਨਹੀਂ ਰਿਹਾ। ਜਿਹੜੇ ਮੇਰੇ ਨਾਲ ਦੇ ਕੰਮ ਕਰਨ ਵਾਲੇ ਸੀਗੇ, ਉਹ ਹੀ ਪਤਾ ਨਹੀਂ ਪਿੱਠ ਪਿੱਛੇ ਛੁਰੀਆਂ ਮਾਰਨ ਵਾਲੇ, ਮੂੰਹ 'ਤੇ ਇੱਦਾਂ ਸਮਾਈਲ, ਪ੍ਰੀਤ ਤੂੰ ਬਹੁਤ ਗੁੱਡ ਹੈ, ਥੈਂਕ ਗੋਡ ਪ੍ਰੀਤ ਮਰ ਗਈ, ਨੋਬਡੀ ਕਾਲਡ ਮੀ ਪ੍ਰੀਤ ਐਨੀ ਮੋਰ, ਹੈ ਨਾ। ਸੋ ਪ੍ਰੀਤ ਤੂੰ ਬਹੁਤ ਵਧੀਆ ਵਾ, ਪ੍ਰੀਤ ਹੋਈ ਤੂੰ ਸਾਡੇ ਵਾਸਤੇ, ਮੈਂ ਉਹਨਾਂ ਵਾਸਤੇ ਕੁਕਿੰਗ ਕਰਕੇ ਲੈ ਕੇ ਜਾਂਦੀ ਹੁੰਦੀ ਸੀ। ਮਤਲਬ ਕਿ ਐਜ਼ ਏ ਸਿੰਗਲ ਮਦਰ ਮੈਂ ਉਹਨਾਂ 'ਤੇ ਵੀ ਪੈਸੇ ਖਰਚਣ ਨੂੰ ਰੈਡੀ ਰਹਿੰਦੀ ਹੁੰਦੀ ਸੀਗੀ। ਕਿਉਂਕਿ ਮੈਨੂੰ ਆਦਤ ਸੀ ਦੂਜਿਆਂ ਨੂੰ ਖਵਾਉਣਾ, ਦੂਜਿਆਂ ਦੇ ਲਈ ਵਧੀਆ ਕਰਨਾ, ਸਭ ਕੁਛ ਇੱਦਾਂ ਨਾ। ਬਟ ਉਹ ਹੀ ਮੇਰੇ ਕੋਲੋਂ ਖਾ ਕੇ ਪਿੱਛੋਂ ਮੈਨੂੰ ਹੀ ਛੁਰੀਆਂ ਮਾਰੀ ਜਾ ਰਹੇ ਸੀਗੇ। ਮੈਂ ਪਹਿਲਾਂ ਵੀ ਕਿਹਾ ਕਿ ਹੁਣ ਵੀ ਕਹਿੰਦੀ ਹਾਂ, ਮੈਂ ਜੋਬਾਂ ਖੁਦ ਛੱਡੀਆਂ, ਮੈਨੂੰ ਕਿਸੇ ਨੇ ਜੋਬ ਤੋਂ ਨਹੀਂ ਕੱਢਿਆ, ਮੈਂ ਖੁਦ ਰਿਜ਼ਾਈਨ ਕੀਤੀਆਂ ਜੋਬਾਂ, ਕਿਉਂਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਮੇਰੇ ਕੋਲ ਟੌਕਸਿਕ ਇਨਵਾਇਰਮੈਂਟ ਬਰਦਾਸ਼ਤ ਨਹੀਂ ਹੁੰਦਾ। ਪਰ ਮੈਂ ਆਪਣੇ ਬੱਚਿਆਂ ਦੀ ਗੱਲ ਕਰਦੀ ਹਾਂ, ਮੈਂ ਆਪਣੇ ਬੱਚਿਆਂ ਨੂੰ ਸਪੈਸ਼ਲੀ ਕੁੜੀਆਂ ਨੂੰ ਕਹਾਂ, ਕਦੀ ਵੀ ਚੈਰਿਟੀ ਦੇ ਕੱਪੜੇ ਨਹੀਂ ਪਵਾਏ। ਮੈਂ ਰੈਫਿਊਜ 'ਚ ਵੀ ਰਹੀ ਹਾਂ, ਜਿੱਥੇ ਬੈਗਾਂ ਦੇ ਬੈਗ ਭਰ ਕੇ ਆਉਂਦੇ ਹੁੰਦੇ ਸੀ ਚੈਰਿਟੀ ਦੇ ਕੱਪੜਿਆਂ ਦੇ, ਔਰ ਜਿੰਨੀਆਂ ਮੇਰੇ ਨਾਲ ਰਹਿੰਦੀਆਂ ਹੁੰਦੀਆਂ ਸੀ, ਕਸਮ ਨਾਲ ਕਹਿੰਦੀ ਹਾਂ, ਜਿੰਨੀਆਂ ਮੇਰੇ ਨਾਲ ਰਹਿੰਦੀਆਂ ਹੁੰਦੀਆਂ ਸੀ ਸਾਰੀਆਂ ਬੈਗ ਫਰੋਲਦੀਆਂ ਹੁੰਦੀਆਂ ਸੀ ਆਪਣੇ ਬੱਚਿਆਂ ਵਾਸਤੇ ਕੱਢਣ ਨੂੰ ਕੱਪੜੇ। ਪਰ ਮੈਂ ਬੈਗਾਂ ਨੂੰ ਦੇਖਦੀ ਵੀ ਨਹੀਂ ਸੀ, ਆਪਣੇ ਬੱਚਿਆਂ ਨੂੰ ਨਾ ਦਿਖਾਉਂਦੀ ਸੀ, ਕਿਉਂਕਿ ਮੈਂ ਚੈਰਿਟੀ ਰਹਿ ਚੁੱਕੀ ਸੀਗੀ, ਨਾ। ਲੋਕ ਮੈਨੂੰ ਚੈਰਿਟੀ ਕਰਦੇ ਸੀ ਬਚਪਨ 'ਚ, ਔਰ ਮੈਂ ਇਹ ਕਹਿ ਲਿਆ ਸੀ ਮੈਂ ਸਸਤਾ ਪਾ ਲਾਂਗੀ, ਪਰ ਮੈਂ ਬੱਚਿਆਂ ਨੂੰ ਚੈਰਿਟੀ 'ਚੋਂ ਨਹੀਂ ਪਵਾਵਾਂਗੀ, ਕੁਛ ਵੀ ਕਿਸੇ ਦਾ ਪਾਇਆ ਹੋਇਆ ਨਹੀਂ ਪਵਾਵਾਂਗੀ, ਮੇਰੀ ਇਹ ਆਦਤ ਸੀ। ਅਤੇ ਉਹੀ ਬੱਚੇ, ਉਹੀ ਕੁੜੀਆਂ ਜਿਨ੍ਹਾਂ ਦੇ ਕਰਕੇ ਮੈਂ ਆਪਣੀ ਲਾਈਫ ਦੇ ਵਿੱਚ ਸਭ ਕੁਝ ਦਿੱਤਾ, ਸਭ ਕੁਝ ਕੀਤਾ, ਹੈ ਨਾ। ਕਿ ਸਿਰਫ ਤੁਸੀਂ ਬਿਲੀਵ ਕਰੋ, ਸਕੂਲ 'ਚ ਮੈਂ ਕਦੀ ਲੇਟ ਨਹੀਂ ਹੁੰਦੀ ਸੀਗੀ, ਭੱਜ ਕੇ ਜਾਣਾ ਆਪਣੀਆਂ ਕੁੜੀਆਂ ਨੂੰ ਚੱਕਣ, ਕਿ ਮੇਰੀਆਂ ਕੁੜੀਆਂ ਨੂੰ ਬਾਹਰ ਡੋਰ 'ਤੇ ਮੈਂ ਖੜੀ ਦਿਖਾਂ, ਉਹਨਾਂ ਦੇ ਅੰਦਰ ਇਹ ਨਾ ਆਵੇ ਦਿਲ 'ਚ ਕਿ ਸਾਡੀ ਮਾਂ ਨਹੀਂ ਹੈ ਡੋਰ 'ਤੇ ਖੜੀ। ਜਿੰਨਾ ਮੇਰੇ ਕੋਲ ਪੈਸਾ ਆਉਂਦਾ ਸੀਗਾ ਬੈਨੀਫਿਟ ਦਾ, ਮੈਂ ਸਾਰਾ ਆਪਣੇ ਬੱਚਿਆਂ ਦੇ ਖਰਚ ਦਿੰਦੀ ਸੀ। ਇਸੇ ਕਰਕੇ ਮੇਰੀ ਮਾਂ ਮੈਨੂੰ ਬਹੁਤ ਬੋਲਦੀ ਹੁੰਦੀ ਸੀ, ਤੂੰ ਥੋੜ੍ਹਾ ਜਿਹਾ ਜਮ੍ਹਾਂ ਵੀ ਕਰ ਲਿਆ ਕਰ, ਤੈਨੂੰ ਪਤਾ ਨਹੀਂ ਅੱਗੇ ਟਾਈਮ ਕਿੱਦਾਂ ਦਾ ਆਵੇ, ਤੂੰ ਰੱਖਿਆ ਕਰ ਆਪਣੀ ਜੇਬ 'ਚ ਥੋੜ੍ਹੇ ਬਹੁਤੇ, ਤੂੰ ਸਾਰੇ ਇਹਨਾਂ 'ਤੇ ਖਰਚ ਦਿੰਦੀ ਸਰ। ਮੈਂ ਆਪਣੀ ਮਾਂ ਨੂੰ ਇੱਕੋ ਹੀ ਗੱਲ ਕਹੀ, ਜੈਲਸ ਹੁੰਦੀ ਪਈ ਆ ਤੈਨੂੰ, ਮੈਨੂੰ ਫੀਲ ਹੁਣ ਬੈਡ ਹੁੰਦਾ ਪਿਆ, ਤੈਨੂੰ ਜੈਲਸੀ ਹੁੰਦੀ ਪਈ ਆ, ਤੂੰ ਤਾਂ ਮੇਰੇ ਲਈ ਕੁਛ ਕਰ ਨਹੀਂ ਸਕੀ, ਹੁਣ ਮੈਂ ਆਪਣੇ ਬੱਚਿਆਂ ਲਈ ਕੁਛ ਨਾ ਕਰਾਂ, ਤੈਨੂੰ ਪਾ ਦੇਵਾਂ। ਮੈਂ ਆਪਣੀ ਮਾਂ ਨੂੰ ਇਹ ਵਰਡ ਬੋਲੇ ਹੋਏ, ਜਿਹੜੇ ਕਿ ਹੁਣ ਮੈਨੂੰ ਫੀਲ ਬਹੁਤ ਬੈਡ ਹੁੰਦੇ, ਔਰ ਮੈਂ ਉਹ ਵਰਡ ਵਾਪਸ ਨਹੀਂ ਲੈ ਸਕਦੀ। ਆਈ ਵਿਸ਼ ਮੈਂ ਆਪਣੀ ਮਾਂ ਨੂੰ ਸੁਣਿਆ ਹੁੰਦਾ। ਰੈਫਿਊਜ 'ਚ ਰਹਿੰਦੀ ਸੀਗੀ, ਰੈਫਿਊਜ ਦੀਆਂ ਜਿਹੜੀਆਂ ਹੁੰਦੀਆਂ ਨਾ ਕੀ ਵਰਕਰ, ਉਹ ਵੀ ਮੈਨੂੰ ਕਹਿੰਦੀਆਂ ਸੀ, ਪ੍ਰੀਤ ਤੂੰ ਬਹੁਤ ਜ਼ਿਆਦਾ ਕਰਦੀ ਆ, ਇਟਸ ਨੋਟ ਗੁੱਡ, ਤੂੰ ਆਪਣਾ ਵੀ ਸੋਚਿਆ ਕਰ। ਬਟ ਨਹੀਂ, ਮੈਂ ਆਪਣੇ ਬੱਚਿਆਂ ਦਾ ਹੀ ਸੋਚਣਾ ਸਿਰਫ। ਜਦੋਂ ਬੱਚੇ ਵੱਡੇ ਹੋ ਗਏ, ਮੇਰੇ 2 ਕੁੜੀਆਂ, ਮੁੰਡਾ ਤਾਂ ਚਲੋ ਅਜੇ ਛੋਟਾ ਹੀ ਆ, ਪਰ ਮੈਂ ਉਹਨੂੰ ਵੀ ਕਹਿੰਦੀ ਰਹਿੰਦੀ ਹਾਂ ਤੂੰ ਵੀ ਸੈਲਫਿਸ਼ ਆ। ਮੇਰੀ ਕੁੜੀ ਜਦੋਂ ਯੂਨੀ 'ਚ ਗਈ, ਉੱਥੇ ਉਹਨੂੰ ਬॉयਫ੍ਰੈਂਡ ਮਿਲਿਆ, ਔਰ ਸ਼ੀ ਵਾਜ਼ ਟੋਟਲੀ ਚੇਂਜਡ ਉਸ ਵੇਲੇ। ਮੇਰੀ ਕੁੜੀ ਨੇ ਇੱਥੇ ਤੱਕ ਮੈਨੂੰ ਕਹਿ ਤਾ ਕਿ ਜਦੋਂ ਮੈਂ ਇੰਟੂਟਿਵ ਹਾਂ ਨਾ, ਮੈਨੂੰ ਪਤਾ ਲੱਗ ਜਾਂਦਾ, ਮੈਂ ਆਪਣੇ ਵਾਸਤੇ ਨਹੀਂ ਸਹੀ ਸੋਚ ਸਕਦੀ, ਪਰ ਮੈਂ ਦੂਜਿਆਂ ਲਈ ਸੋਚ ਲੈਂਦੀ, ਜਿਹੜੇ ਮੇਰੇ ਨਾਲ ਹੁੰਦੇ ਆ। ਕਿਉਂਕਿ ਮੈਂ ਆਪਣੇ ਦੋਨਾਂ ਹਸਬੈਂਡਾਂ ਨੂੰ ਆਲਵੇਜ਼ ਵਾਰਨ ਕਰ ਦਿੰਦੀ ਸੀ, ਇਹ ਬੰਦਾ ਤੈਨੂੰ ਧੋਖਾ ਦੇਗਾ, ਔਰ ਉਹਨਾਂ ਦਿੰਦੇ ਸੀਗੇ, ਮੰਨਣ ਚਾਹੇ ਨਾ ਮੰਨਣ। ਆਪਣੀ ਡਾਟਰ ਨੂੰ ਵੀ ਕਹਿਣਾ ਸ਼ੁਰੂ ਕੀਤਾ ਕਿ ਹੀ ਇਜ਼ ਨੋਟ, ਮੈਨੂੰ ਨਹੀਂ ਠੀਕ ਲੱਗ ਰਿਹਾ ਨਾ। ਇਹ ਨਹੀਂ ਮੈਂ ਕਹੂੰਗੀ ਕਿ ਮੁੰਡਾ ਮਾੜਾ ਸੀ ਜਾਂ ਜੋ ਵੀ ਆ, ਬਟ ਮੈਨੂੰ ਆਪਣੀ ਡਾਟਰ ਨੂੰ ਸੇਵ ਕਰਨਾ ਸੀਗਾ ਨਾ, ਆਪਣੀ ਡਾਟਰ ਦਾ ਜ਼ਿਆਦਾ ਸੋਚਣਾ ਸੀ। ਅਤੇ ਮੇਰੀ ਡਾਟਰ ਦੀ ਥੋੜ੍ਹੀ ਲੜਾਈ ਜਿਹੀ ਹੋਣੀ ਸ਼ੁਰੂ ਹੋ ਗਈ, ਅਤੇ ਮੇਰੀ ਡਾਟਰ ਨੇ ਨਾ ਮੈਨੂੰ ਪਤਾ ਕੀ ਕਿਹਾ, ਦੈਟਸ ਹਰਟ ਮੀ ਅ ਲੋਟ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਹਾਡੇ ਲਈ ਮੈਂ ਇੰਨਾ ਕੁਝ ਕਰਦੀ ਰਹੀ ਹਾਂ, ਹੈ ਨਾ, ਤੁਹਾਡੇ ਕਰਕੇ ਮੈਂ ਛਿੱਤਰ ਖਾਂਦੀ ਰਹੀ ਤੁਹਾਡੇ ਪਹਿਲੇ ਪਿਓ ਕੋਲੋਂ ਕਿ ਉਹ ਤੁਹਾਡੇ ਕੋਲ ਫਾਦਰ ਨਹੀਂ ਹੋਣਾ। ਤਾਂ ਮੇਰੀ ਡਾਟਰ ਨੇ ਮੈਨੂੰ ਪਹਿਲੀ ਵਾਰ ਪਤਾ ਕੀ ਕਿਹਾ ਸੀਗਾ, ਅਸੀਂ ਕਿਹੜਾ ਤੈਨੂੰ ਕਿਹਾ ਸੀ ਛਿੱਤਰ ਖਾ, ਜਾਂ ਅਸੀਂ ਕਿਹੜਾ ਤੈਨੂੰ ਕਿਹਾ ਸੀ ਤੂੰ ਸਾਨੂੰ ਜਨਮ ਦੇ।
दैट हर्ट मी अलॉट, क्योंकि मैं सारी दुनिया ਨੂੰ ਇਹ ਕਹਿੰਦੀ ਹੁੰਦੀ ਸੀ ਕਿ ਮੈਨੂੰ ਸਾਰੇ ਛੱਡ ਜਾਣ, ਮੇਰੇ ਕੋਲ ਮੇਰੇ ਬੱਚੇ, ਮੇਰਾ ਹੋਲ ਵਰਲਡ ਆ ਮੇਰੇ ਕੋਲ। ਮੇ ਬੀ ਜਿਹੜੇ ਓਲਡ ਪੀਪਲ ਜਿਹੜੇ ਮੈਨੂੰ ਜਾਣਦੇ, ਮੇ ਬੀ ਦੇਖਦੇ ਹੋਣ ਮੇਰੀ ਵੀਡੀਓ, ਦੇ ਨੋ ਦੈਟ ਕਿ ਮੈਂ ਇੱਦਾਂ ਕਹਿੰਦੀ ਮੈਨੂੰ ਕੋਈ ਨਹੀਂ ਚਾਹੀਦਾ, ਮੇਰਾ ਵਰਲਡ ਮੇਰੇ ਬੱਚੇ ਹੈਗੇ ਮੇਰੇ ਕੋਲ। ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ, ਦੂਜੀ ਵਾਰ ਜਦੋਂ ਮੈਂ ਜੋਬ ਕਰ ਰਹੀ ਸੀਗੀ, ਇਹ ਬੈਂਕ ਦੇ ਵਿੱਚ ਮੈਨੂੰ ਕੰਮ ਮਿਲਿਆ, 1 ਮਹੀਨੇ ਦੀ ਟ੍ਰੇਨਿੰਗ ਸੀਗੀ, ਉਸ ਤੋਂ ਬਾਅਦ ਕੰਮ ਸ਼ੁਰੂ ਕਰਨਾ ਸੀ। ਟ੍ਰੇਨਿੰਗ ਤੋਂ ਬਾਅਦ ਮੈਨੂੰ ਨਾ ਉਹ ਸਟਰੈਸ ਦੇਣ ਲੱਗ ਗਈ ਸੀ, ਜਦੋਂ ਮਤਲਬ ਕਿ ਟ੍ਰੇਨਿੰਗ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਇੱਕਦਮ ਹੀ ਸਾਨੂੰ ਫੜਾ ਦਿੱਤੇ ਕਿ ਹੁਣ ਤੁਸੀਂ ਡੀਲ ਕਰਨਾ ਕਸਟਮਰਸ ਦੇ ਨਾਲ। ਬਟ ਜਿਹਨੇ ਮੈਨੂੰ ਸਿਖਾਇਆ, ਮੇਰੀ ਇੱਕ ਪ੍ਰੋਬਲਮ ਆ, ਮੈਨੂੰ ਟੀਚਰ ਪ੍ਰੋਪਰ ਚਾਹੀਦਾ ਵਾ। ਜਿਹੜਾ ਮੈਨੂੰ ਸਿਖਾ ਰਿਹਾ ਸੀ ਉਹ ਬੈਡ ਜਿਹਾ ਸੀਗਾ, ਜਿਹੜਾ ਇੱਕ ਹੋਰ ਕੁੜੀ ਸੀਗੀ, ਵਧੀਆ ਬਹੁਤ ਸਿਖਾ ਰਹੀ ਸੀਗੀ, ਮੈਨੂੰ ਉਹਦੇ ਕੋਲੋਂ ਸਿੱਖਣਾ ਜ਼ਿਆਦਾ ਚੰਗਾ ਲੱਗਦਾ ਸੀ। ਬਟ ਅਨਫੋਰਚੂਨੇਟਲੀ ਮੈਨੂੰ ਉਹ ਮੈਨ ਮਿਲਿਆ, ਔਰ ਜਿੰਨੇ ਵੀ ਮੇਰੇ ਗਰੁੱਪ ਦੇ ਵਿੱਚ ਸੀ ਸਾਰੇ ਸਟਰਗਲ ਕਰ ਰਹੇ ਸੀ, ਕਿਉਂਕਿ ਉਹ ਮੈਨੂੰ ਕਿਸੇ ਨੂੰ ਸਮਝਾ ਹੀ ਨਹੀਂ ਰਿਹਾ ਸੀ ਕੁਛ ਵੀ, ਬਸ ਇੱਥੇ ਕਲਿੱਕ ਇੱਥੇ ਕਲਿੱਕ ਇੱਥੇ ਕਲਿੱਕ। ਔਰ ਮੈਨੂੰ ਕਾਫੀ ਜ਼ਿਆਦਾ ਸਟਰੈਸ ਹੋ ਰਹੀ ਸੀਗੀ, ਕਿਉਂਕਿ ਉਹ ਮਨੀ ਸੀਗੀ, ਔਰ ਮੈਨੂੰ ਮਨੀ ਤੋਂ ਬਹੁਤ ਡਰ ਲੱਗਦਾ, ਪੈਸੇ ਤੋਂ ਬਹੁਤ ਡਰ ਲੱਗਦਾ ਕਿ ਕਿਸੇ ਦੀ ਇੱਕ ਪੈਨ ਵੀ ਕਿਸੇ ਨੂੰ ਰੋਂਗ ਨਾ ਚਲੀ ਜਾਵੇ। ਉਹ ਬੈਂਕ ਦੀ ਜੋਬ ਸੀਗੀ, ਮੈਨੂੰ ਕਾਫੀ ਸਟਰੈਸ ਹੋਣ ਲੱਗ ਗਿਆ। ਔਰ ਮੇਰੀ ਮੈਨੇਜਰ ਨੇ ਵੀ ਗੱਲ ਕੀਤੀ ਕਿ ਅਸੀਂ ਮਤਲਬ ਕਿ ਜਿਹੜਾ ਮੇਰਾ ਗਰੁੱਪ ਸੀਗਾ ਉਹ ਦੇ ਵਾਜ਼ਨਟ ਦੈਟ ਗੁੱਡ। ਮੈਂ ਪਹਿਲੇ ਕਿਹਾ ਕਿ ਜਿਹੜਾ ਸਿਖਾਉਣ ਵਾਲਾ ਸੀ ਉਹ ਇੱਦਾਂ ਦਾ ਸੀ। ਅਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਦਾ ਫੀਲ ਹੁੰਦਾ? ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਕਰ ਸਕਦੀ ਹਾਂ ਕਿ ਨਹੀਂ, ਮੈਨੂੰ ਅਜੀਬ ਜਿਹਾ ਫੀਲ ਹੁੰਦਾ ਵਾ, ਕਿਉਂਕਿ ਮੈਂ ਸਿੱਖਣ ਦੀ ਟਰਾਈ ਕਰ ਰਹੀ ਹਾਂ, ਪਰ ਮੈਨੂੰ ਡਰ ਲੱਗ ਰਿਹਾ ਵਾ। ਮੇਰੀ ਮੈਨੇਜਰ ਅੱਗੇ ਕਹਿੰਦੀ ਅਸੀਂ ਤੈਨੂੰ ਨਾ ਇੱਦਾਂ ਕਰਾਂਗੇ, ਆਹ ਵੀਕ ਦਾ ਟਾਈਮ ਦੇਵਾਂਗੇ, ਜੇ ਨਾ ਕਰ ਸਕੀ ਫਿਰ ਖਤਮ ਕਹਾਣੀ, ਹੈ ਨਾ। ਮੈਂ ਕਿਹਾ ਓਕੇ। ਪਰ ਮੇਰੇ ਜਿੰਨੇ ਨਾਲ ਦੇ ਸੀ ਉਹ ਕਹਿੰਦੇ ਸੀ ਨਹੀਂ ਤੂੰ ਜੋਬ ਨਾ ਛੱਡੀ ਪ੍ਰੀਤ, ਨਾ ਛੱਡੀ ਜੋਬ, ਹੈ ਨਾ, ਕਿਉਂਕਿ ਅਸੀਂ ਵੀ ਸਟਰਗਲ ਕਰ ਰਹੇ ਹਾਂ, ਕੁਛ ਨਹੀਂ ਹੁੰਦੇ, ਕੱਢਦੇ ਨਹੀਂ ਹੁੰਦੇ, ਇਹ ਕਹਿੰਦੇ ਹੁੰਦੇ ਆ, ਤੂੰ ਨਾ ਕਰੀ। ਕਿਉਂਕਿ ਅਸੀਂ ਜਦੋਂ ਕੈਂਟੀਨ 'ਚ ਬਹਿੰਦੇ ਸੀ ਸਾਰੇ ਰੋਟੀ ਖਾਣ ਨੂੰ, ਅਤੇ ਹੋਰ ਵੀ ਹੁੰਦੇ ਸੀ ਜਿਹੜੇ ਆਲਰੇਡੀ ਇਸ ਸੈਕਸ਼ਨ 'ਚ ਜਾ ਚੁੱਕੇ ਹੁੰਦੇ ਸੀ, ਉਹ ਵੀ ਕਹਿੰਦੇ ਹੀ ਆ, ਜਾਣ ਨਹੀਂ ਦਿੰਦੇ ਹੈਗੇ। ਅਤੇ ਬਟ ਫਰਾਈਡੇ ਦਾ ਡੇ ਸੀਗਾ, ਮੈਂ ਕੰਮ ਤੋਂ ਆਈ ਥੱਕੀ ਹਾਰੀ, ਆ ਕੇ ਆਪਣੀ ਮੈਂ ਵੱਡੀ ਕੁੜੀ ਜਿਹਨੂੰ ਮੈਂ ਆਪਣੀ ਫਰੈਂਡ ਕਹਿੰਦੀ ਹੁੰਦੀ ਸੀਗੀ ਉਹਨਾਂ ਲਈ ਗੱਲ ਕੀਤੀ। ਮੈਨੂੰ ਉਹ ਚੀਜ਼ਾਂ ਕਹਿ ਚੁੱਕੀ ਸੀਗੀ ਪਹਿਲੀ ਜਿਹੜੀ ਮੈਂ ਦੱਸੀਆਂ, ਅਤੇ ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਮੈਂ ਨਾ ਬਹੁਤ ਜ਼ਿਆਦਾ ਸਟਰੈਸ 'ਚ ਹਾਂ, ਮੈਨੂੰ ਨਹੀਂ ਲੱਗਦਾ ਮੈਂ ਜੋਬ ਕਰ ਸਕਾਂਗੀ। ਉਸ ਵੇਲੇ ਮੇਰੇ ਕੋਲ ਜੋਬ ਨਹੀਂ ਸੀਗੀ ਔਰ ਮੈਨੂੰ ਜੋਬ ਦੀ ਲੋੜ ਸੀ। ਤਾਂ ਅੱਗੇ ਮੈਨੂੰ ਬੋਲੀ, ਕਿਉਂਕਿ ਮੈਂ ਪਹਿਲਾਂ 2 ਜੋਬਾਂ ਬੂਟਸ ਦੀ ਛੱਡ ਚੁੱਕੀ ਸੀਗੀ, ਸਿਵਲ ਸਰਵਿਸ ਛੱਡ ਚੁੱਕੀ ਸੀ। ਮੈਨੂੰ ਬੋਲੀ ਇਹਦਾ ਮਤਲਬ ਹੁਣ ਤੂੰ ਕਿਤੇ ਜੋਬ ਹੀ ਨਹੀਂ ਕਰੂੰਗੀ, ਤੂੰ ਚਾਹੁੰਦੀ ਕੀ ਆ? ਤੈਨੂੰ ਨਹੀਂ ਪਤਾ ਸਾਨੂੰ ਪੈਸਾ ਚਾਹੀਦਾ ਵਾ? ਇਹਦਾ ਮਤਲਬ ਹੁਣ ਤੂੰ ਬਸ ਇਹੀ ਦੇਖਦੀ ਰਹੂੰਗੀ ਕਿੱਥੇ ਕੀ ਕਰ ਸਕਦੀ ਕੀ ਨਹੀਂ ਕਰ ਸਕਦੀ, ਕਿ ਹੁਣ ਫਿਰ ਛੱਡ ਕੇ ਬਹਿ ਜਾਏਂਗੀ, ਤੂੰ ਇਹ ਕਰਦੀ ਰਹੇਂਗੀ ਲਾਈਫ 'ਚ, ਛੱਡੀ ਜਾਏਂਗੀ ਜੋਬਾਂ ਨਾ। ਆਈ ਟਾਕ ਟੂ ਹਰ, ਕਿਉਂਕਿ ਮੈਨੂੰ ਨੀਡ ਸੀ ਗੱਲ ਕਰਨ ਦੀ, ਬਟ ਉਹਨੇ ਆਪੋਜ਼ਿਟ ਜਵਾਬ ਦਿੱਤਾ ਮੈਨੂੰ। ਮੈਂ ਬਹੁਤ ਟੁੱਟ ਗਈ। ਸਾਰੀ ਰਾਤ ਮੈਂ ਰੋ ਕੇ ਕੱਢੀ, ਸੈਟਰਡੇ ਵੀ ਸੋਚ ਕੇ ਕੱਢਿਆ ਕੀ ਕਰਨਾ ਕੀ ਨਹੀਂ ਕਰਨਾ। ਸੰਡੇ ਮਨ ਬਣਾ ਲਿਆ ਕੁਛ ਵੀ ਹੋ ਜਾਵੇ, ਨਹੀਂ ਮੈਂ ਨਹੀਂ ਕਰਨੀ ਜੋਬ, ਥੈਂਕਸ ਟੂ ਦਿਸ ਕੰਟਰੀ, ਹੈ ਨਾ। ਮੈਂ ਗਈ ਮੈਂ ਆਪਣੀ ਮੈਨੇਜਰ ਨੂੰ ਕਾਲ ਕਰਤੀ ਕਿ ਮੈਂ ਛੱਡ ਰਹੀ ਹਾਂ ਜੋਬ, ਅਤੇ ਮੈਨੂੰ ਕਹਿੰਦੀ ਤੂੰ ਸ਼ੋਰ ਆ? ਮੈਂ ਕਿਹਾ ਹਾਂ ਮੈਂ ਸ਼ੋਰ ਹਾਂ। ਕਹਿੰਦੀ ਦੇਖ ਲਾ ਕਰ ਸਕਦੀ ਹਾਂ, ਸਾਰੇ ਤੇਰੇ ਨਾਲ ਦੇ ਹਜੇ ਕਰਦੇ ਪਏ। ਮੈਂ ਕਿਹਾ ਨਹੀਂ ਮੈਂ ਨਹੀਂ ਕਰਨੀ ਹੈਗੀ ਨਾ, ਆਈ ਐਮ ਫੀਲਿੰਗ ਵੈਰੀ ਸਟਰੈਸਡ, ਹੈ ਨਾ। ਅਤੇ ਕਹਿੰਦੀ ਓਕੇ ਈਮੇਲ ਲਿਖ ਕੇ ਭੇਜ ਦੇ ਮੈਨੂੰ ਨਾ। ਮੈਂ ਉਹਨੂੰ ਈਮੇਲ ਕਰਤੀ। ਆਈ ਲੈਫਟ ਦੈਟ ਜੋਬ ਐਜ਼ ਵੈਲ। ਮਤਲਬ ਕਿ ਜਿੱਥੇ ਮੈਨੂੰ ਲੋੜ ਪਈ ਆ, ਜਿਨ੍ਹਾਂ ਦਾ ਮੈਂ ਕਰਦੀ ਰਹੀ ਹਾਂ, ਮੇਰੇ ਨਾਲ ਕੋਈ ਨਹੀਂ ਖੜਿਆ। ਫਿਰ ਮੈਂ ਸੋਚਦੀ ਰਹੀ ਕਿਉਂ, ਮਤਲਬ ਕਿ ਆਪਣੇ ਬੱਚੇ ਹੀ ਨਹੀਂ ਨਾਲ ਹੋਏ। ਔਰ ਮੈਂ ਬਿਮਾਰ ਇੰਨਾ ਜ਼ਿਆਦਾ ਹੋਈ, ਉਸ ਤੋਂ ਜਦੋਂ ਮੈਂ ਬਿਮਾਰ ਹੋਈ ਮੈਂ ਬੈੱਡ 'ਤੇ ਇੰਨੀ ਬੁਰੀ ਤਰ੍ਹਾਂ ਪਈ ਸੀਗੀ, ਡਿਸੇਬਲਾਂ ਵਾਂਗ, ਕੋਈ ਮੈਨੂੰ ਪੁੱਛਣ ਵੀ ਨਹੀਂ ਆਉਂਦਾ ਸੀਗਾ ਮਾਂ ਤੈਨੂੰ ਕੁਛ ਚਾਹੀਦਾ, ਪਰ ਇੰਨਾ ਫਿਕਰ ਹੁੰਦਾ ਸੀ। ਰੋਟੀ ਜ਼ਰੂਰ ਹੁੰਦਾ ਸੀ ਕਿ ਮੈਂ ਉੱਠ ਕੇ ਰੋਟੀ ਕੀ ਬਣਾਉਣੀ ਆ, ਜਦ ਕਿ ਦਿਖਦਾ ਹੁੰਦਾ ਸੀ ਮੇਰੇ ਕੋਲ ਪੌੜੀਆਂ ਨਹੀਂ ਉਤਰੀਆਂ ਜਾ ਰਹੀਆਂ, ਮੈਂ ਤੁਰ ਨਹੀਂ ਸਕਦੀ, ਮੇਰੇ ਹੱਥ ਇੱਦਾਂ ਹੋਏ ਪਏ ਆ ਜਿੱਦਾਂ ਕਿੰਗੜੇ ਆਉਂਦੇ ਹੁੰਦੇ ਨਾ, ਕਿਉਂਕਿ ਮੈਨੂੰ ਆਰਥਰਾਈਟਿਸ ਉਸ ਵੇਲੇ ਬਹੁਤ ਬੁਰੀ ਤਰ੍ਹਾਂ ਅਟੈਕ ਸੀਗਾ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਆਰਥਰਾਈਟਿਸ ਆ ਨਾ। ਔਰ ਦੂਜੇ ਨੰਬਰ 'ਤੇ ਔਰ ਮੈਨੂੰ ਸਮਝ ਨਹੀਂ ਆ ਰਹੀ ਸੀ ਆਰਥਰਾਈਟਿਸ ਦਾ, ਹੈ ਨਾ, ਕੁਛ ਵੀ ਮੇਰੇ ਕੋਲ ਉੱਠਿਆ ਨਹੀਂ ਜਾਂਦਾ ਸੀ। ਮੈਂ ਚੇਅਰ ਤੋਂ ਉੱਠਦੀ, ਜਦ ਮੈਂ ਰੀਡਿੰਗਾਂ ਕਰਦੀ ਸੀਗੀ ਅਤੇ ਮੈਂ ਰੀਡਿੰਗ ਕਰਕੇ ਉੱਠਣਾ ਅਤੇ ਮੇਰੇ ਕੋਲ ਉੱਠਿਆ ਨਹੀਂ ਜਾਂਦਾ ਸੀ। ਮੈਂ ਬੈੱਡ ਫੜ ਕੇ ਉੱਠਦੀ ਸੀ, ਕਿਉਂਕਿ ਪਿੱਛੇ ਮੇਰਾ ਬੈੱਡ ਆ ਨਾ। ਪਰ ਉਹਨਾਂ ਨੂੰ ਕੁਛ ਨਹੀਂ ਹੁੰਦਾ ਸੀ, ਮੈਂ ਰੂਮ 'ਚ ਪਈ ਹਾਂ, ਬਸ ਉਹਨਾਂ ਨੂੰ ਇਹ ਹੁੰਦਾ ਸੀ ਰਾਤ ਨੂੰ ਖਾਣ ਨੂੰ ਕੀ ਬਣਾਉਣਾ ਵਾ, ਮਤਲਬ ਤੂੰ ਉੱਠੇਂਗੀ ਅਤੇ ਕੀ ਬਣਾਏਂਗੀ। ਉਹ ਟਾਈਮ 'ਤੇ ਮੈਨੂੰ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ, ਉਹ ਡੇ 11 ਅਕਤੂਬਰ 2023 ਸੀਗਾ।
ਜਿਸ ਵੇਲੇ ਮੈਂ ਆਪਣੇ ਆਪ ਨਾਲ ਪ੍ਰੋਮਿਸ ਕਰ ਲਿਆ ਕਿ ਮੈਨੂੰ ਕੋਈ ਨਹੀਂ ਚਾਹੀਦਾ ਜ਼ਿੰਦਗੀ 'ਚ, ਸਭ ਤੋਂ ਪਹਿਲਾਂ ਮੈਨੂੰ ਮੈਂ ਚਾਹੀਦੀ ਹਾਂ। ਕਿਉਂਕਿ ਮੈਂ ਰੱਬ ਨੂੰ ਆਈ ਡੋਂਟ ਨੋ ਮੈਂ ਉਸ ਦਿਨ ਕਿੱਦਾਂ ਦੁਆ ਕੀਤੀ, ਮੈਨੂੰ ਨਹੀਂ ਪਤਾ ਮੈਂ ਕੀ ਕੀਤਾ, ਮੈਨੂੰ ਨਹੀਂ ਪਤਾ ਮੈਂ ਕੀ ਕੀਤਾ ਉਸ ਦਿਨ। ਮੈਂ ਬਹੁਤ ਦੁਖੀ ਸੀਗੀ ਔਰ ਮੈਨੂੰ ਇੱਦਾਂ ਫੀਲ ਹੁੰਦਾ ਕਿ ਮੇਰਾ ਰੱਬ ਬਿਲਕੁਲ ਮੇਰੇ ਕੋਲ ਖੜਾ ਸੀ ਉਸ ਟਾਈਮ 'ਤੇ, ਜਿਹੜਾ ਉਹਨੇ ਸੁਣਿਆ ਮੈਨੂੰ। ਮੈਂ ਉਹਨੂੰ ਇੱਕੋ ਹੀ ਗੱਲ ਕਹੀ, ਮੈਂ ਤੇਰੇ ਤੋਂ ਕੁਛ ਨਹੀਂ ਮੰਗਦੀ, ਮੈਂ ਤੇਰੇ ਤੋਂ ਕਿਸੇ ਦਾ ਪਿਆਰ ਨਹੀਂ ਮੰਗਦੀ, ਮੈਂ ਤੈਨੂੰ ਕੋਈ ਨਹੀਂ ਕਹਿੰਦੀ ਕਿ ਮੈਨੂੰ ਪਿਆਰ ਦੇ, ਬਸ ਮੈਨੂੰ ਮੇਰੀ ਸਿਹਤ ਦੇ ਦੇ ਜਾਂ ਫਿਰ ਮੈਨੂੰ ਚੱਕ ਲੈ, ਕਿਉਂਕਿ ਮੈਂ ਅਪਾਹਿਜ ਹੋ ਕੇ ਨਹੀਂ ਜੀ ਸਕਦੀ। ਜੋ ਮੇਰੀ ਹੁਣ ਹਾਲਤ ਆ, ਮੈਂ ਇਹਦੇ ਨਾਲ ਨਹੀਂ ਜੀ ਸਕਦੀ ਇੰਨੀ ਪੇਨ ਦੇ ਨਾਲ। ਔਰ ਮੈਂ ਕਿਸੇ ਦੇ ਹੱਥੋਂ ਮਤਲਬ ਕਿ ਸੇਵਾ ਨਹੀਂ ਕਰਵਾ ਸਕਦੀ, ਕਿਉਂਕਿ ਆਲਰੇਡੀ ਮੈਂ ਇੱਕ ਡਿਸੇਬਲ ਸੀਗੀ ਮੀਨ ਉਸ ਵੇਲੇ, ਹੈ ਨਾ। ਰੱਬ ਨੇ ਸੁਣ ਲਈ ਮੇਰੀ ਪ੍ਰੇ, ਕਿਉਂਕਿ ਮੈਂ ਰੱਬ ਨੂੰ ਇਹ ਕਹਿਤਾ ਸੀ ਕਿ ਸੱਚੀ ਨਹੀਂ ਮੈਨੂੰ ਕਿਸੇ ਦਾ ਪਿਆਰ ਚਾਹੀਦਾ। ਕਿਉਂਕਿ ਯੂ ਨੋ ਦੈਟ ਕਿ ਉਹ ਮੈਂ ਪਰਸਨ ਦਾ ਨਾਮ ਨਹੀਂ ਲੈਂਦੀ ਪਈ ਵਿੱਚ ਕਿਤੇ, ਜਿਹੜਾ ਕਿ ਮਤਲਬ ਕਿ ਜਿਹੜਾ ਮੈਂ ਕਹਿੰਦੀ ਹੁੰਦੀ ਸੀ ਮੇਰਾ ਟਵਿਨ ਆ, ਚਲੋ ਫੇਕ ਟਵਿਨ ਸੀਗਾ, ਜੋ ਵੀ ਸੀਗਾ, ਜੋ ਵੀ ਕਹਿ ਦਿਓ, ਕਾਰਮਿਕ ਸੀਗਾ, ਜੋ ਵੀ ਸੀਗਾ, ਬਟ ਮੈਂ ਇਹ ਕਹਾਂ ਕਿ ਯੈਸ ਮੈਂ ਪਿਆਰ ਬਹੁਤ ਲੱਭਿਆ ਪਰ ਮੈਨੂੰ ਪਿਆਰ ਨਹੀਂ ਮਿਲਿਆ। ਪਰ ਜਿਸ ਦਿਨ ਦਾ ਮੈਂ ਉਹ 11 ਅਕਤੂਬਰ 2023 ਦਾ ਨਾ ਆਪਣੇ ਆਪ ਨਾਲ ਪਿਆਰ ਕਰਨਾ ਸ਼ੁਰੂ ਕੀਤਾ ਨਾ, ਕਾਂਟ ਇਵਨ ਟੈਲ ਯੂ। ਔਰ ਤੁਸੀਂ ਇਹ ਦੇਖੋ, ਮੇਰੀ ਵੱਡੀ ਡਾਟਰ ਹੁਣ ਮੂਵ ਹੋਈ ਹੈ ਇੱਥੋਂ, ਕਿਉਂਕਿ 22 ਸਾਲਾਂ ਦੀ ਹੋ ਗਈ ਆ, ਅਤੇ ਉਹਨੇ ਜੋਬ ਮਿਲੀ ਆਪਣੀ ਕਿਤੇ ਨਾ, ਅਤੇ ਉੱਥੇ ਆ ਉਹ, ਅਤੇ ਛੋਟੀ ਯੂਨੀ 'ਚ ਚਲੇ ਗਈ ਆ। ਔਰ ਮੇਰੇ ਕੋਲ ਪੈਸਿਆਂ ਦੀ ਪ੍ਰੋਬਲਮ ਆ ਰਾਈਟ ਨਾਓ। ਮੈਂ ਪਹਿਲਾਂ ਕਿੰਨੀ ਵਾਰੀ ਵੀਡੀਓ 'ਚ ਕਿਹਾ ਕਿ ਮੈਂ ਪਹਿਲਾਂ ਬੱਬੂ ਹੈਲਪ ਕਰ ਦਿੰਦਾ ਸੀ ਨਾ ਮੇਰੀ, ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਨਾ। ਮੈਂ ਇਸ ਵਾਰ ਬੱਬੂ ਨੂੰ ਫ਼ੋਨ ਕੀਤਾ, ਮੈਂ ਕਿਹਾ ਬੱਬੂ ਮੈਨੂੰ ਪੈਸੇ ਚਾਹੀਦੇ ਆ, ਕਿਉਂਕਿ ਮੇਰੇ ਕੋਲ ਹੈ ਨਹੀਂ ਗੇ ਅਤੇ ਮੈਨੂੰ ਲੋੜ ਆ, ਹੈ ਨਾ। ਕਹਿੰਦਾ ਮੇਰਾ ਤਾਂ ਆਪਣਾ ਹੱਥ ਔਖਾ ਚੱਲਦਾ ਪਿਆ, ਕਿਉਂਕਿ ਅਗਲੇ ਨੇ ਹੁਣ ਵਿਆਹ ਕਰਾ ਲਿਆ, ਹੁਣ ਉਹਨੂੰ ਕੋਈ ਮਤਲਬ ਨਹੀਂ ਕਿ ਮੁੰਡਾ ਭਾਵੇਂ ਜਿੱਦਾਂ ਮਰਜ਼ੀ ਆ। ਕਹਿੰਦਾ ਮੇਰਾ ਤਾਂ ਆਪਣਾ ਹੱਥ ਔਖਾ ਵਾ, ਹੈ ਨਾ, ਮੈਂ ਥੋੜ੍ਹੇ ਜਿਹੇ ਕਰ ਸਕਦਾ ਵਾਂ। ਚਲੋ ਐਟਲੀਸਟ ਉਹਨੇ ਕੀਤੇ ਨਾ। ਫਿਰ ਮੈਂ ਆਪਣੀ ਡਾਟਰ ਨੂੰ, ਵੱਡੀ ਨੂੰ ਫ਼ੋਨ ਕੀਤਾ, ਮੈਨੂੰ ਉਹਨੂੰ ਜਸਟ ਸਿਚੁਏਸ਼ਨ ਦੱਸੀ ਆਪਣੀ, ਮੰਗੇ ਨਹੀਂ ਮੈਂ ਉਹਦੇ ਕੋਲੋਂ। ਤਾਂ ਉਹਨੇ ਮੈਨੂੰ ਕਿਹਾ ਓਕੇ ਮੈਂ ਤੈਨੂੰ ਪੈਸੇ ਪਾਉਂਦੀ ਹਾਂ। ਆਈ ਥੋਟ ਕਿ ਮੈਨੂੰ ਪਾਏਗੀ ਕੁਛ, ਕਿਉਂਕਿ ਕਮਾਉਂਦੀ ਆ ਹੁਣ, ਹੈ ਨਾ, ਵਧੀਆ ਵਾ ਉਹ। ਅਤੇ ਉਹਨੇ ਮੈਨੂੰ 50 ਪਾਉਂਡ ਪਾ ਦਿੱਤੇ। ਮੈਂ ਕਿਹਾ ਓਕੇ। ਅਗਲੇ ਮਹੀਨੇ ਮੈਨੂੰ ਫਿਰ ਲੋੜ ਪਈ, ਮੈਂ ਮੰਗਣਾ ਨਹੀਂ ਚਾਹੁੰਦੀ ਸੀ ਪਰ ਮੈਨੂੰ ਮੰਗਣਾ ਪਿਆ। ਬੱਬੂ ਤੋਂ ਵੀ ਮੰਗਣਾ ਪਿਆ, ਮੈਨੂੰ ਕੁੜੀ ਤੋਂ ਵੀ ਮੰਗਣਾ ਪਿਆ, ਕਿਉਂਕਿ ਮੇਰੇ ਮੁੰਡੇ ਨੇ ਆਪਣੀ PE ਕਿਟ ਗਵਾ ਚੁੱਕਾ ਸੀਗਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਅਤੇ ਉੱਦਾਂ ਵੀ ਮੇਰੇ ਕਾਫੀ ਜ਼ਿਆਦਾ ਕੌਂਸਲ ਟੈਕਸ ਵਗੈਰਾ ਚੜ੍ਹੇ ਹੋਏ ਸੀਗੇ। ਅਤੇ ਮੈਂ ਆਪਣੀ ਡਾਟਰ ਨੂੰ ਕਿਹਾ ਕਿ ਮੈਨੂੰ ਨਾ 30 ਪਾਉਂਡ ਪਾ ਦੇ ਜੇ ਤੂੰ ਪਾ ਸਕਦੀ, ਕਿਉਂਕਿ ਮੈਨੂੰ ਦਿਖਾ ਦਿੱਤਾ ਸੀ ਉਹਨੇ ਮੈਂ 50 ਹੀ ਪਾ ਸਕਦੀ ਸੀ ਉਸ ਵੇਲੇ ਨਾ। ਅਤੇ ਉਹਨੇ ਮੈਨੂੰ 45 ਪਾਉਂਡ ਪਾਏ। ਹੁਣ ਮੈਂ ਤੁਹਾਨੂੰ ਇਹ ਕਿਉਂ ਦੱਸਦੀ ਪਈ ਹਾਂ, ਇਸ ਕਰਕੇ ਦੱਸਦੀ ਪਈ ਹਾਂ ਕਿ ਉਹ ਕੁੜੀਆਂ ਵਾ ਜਿਹੜੀਆਂ ਮੇਰੇ ਤੋਂ 20 ਪਾਉਂਡ ਮੰਗਦੀਆਂ ਸੀਗੀਆਂ ਅਤੇ ਮੈਂ 100 ਦੇਣ ਤੱਕ ਜਾਂਦੀ ਸੀ। ਹੁਣ ਉਹ ਆਪਣੀ ਲਾਈਫ 'ਚ ਵਧੀਆ ਵਾ, ਬਟ ਉਹਨਾਂ ਕੋਲ ਮੇਰੇ ਲਈ ਕੀ ਨਿਕਲਿਆ, ਜਿਹੜਾ ਕਿ ਨਥਿੰਗ ਸੀਗਾ। 25 ਪਾਉਂਡ ਤਾਂ ਮੈਂ ਉਹਦੇ ਫ਼ੋਨ ਦੇ ਦਿੰਦੀ ਪਈ ਹਾਂ ਬਹਿ ਕੇ ਆਪਣੇ ਕੋਲੋਂ। ਐਵਰੀ ਮੰਥ ਉਹਦਾ ਫ਼ੋਨ ਦਾ ਕੰਟਰੈਕਟ ਮੇਰੇ ਸਿਰੋਂ ਜਾ ਰਿਹਾ। ਇਸ ਮਹੀਨੇ ਮੈਂ ਉਹਨੂੰ ਕਿਹਾ ਸੀ ਕੈਂਸਲ ਕਰਾ ਲਾ, ਅਤੇ ਉਹ ਕਹਿੰਦੀ ਮੈਂ ਤੇਰੇ ਕੋਲ ਆ ਕੇ ਕੈਂਸਲ ਕਰਾਉਂਗੀ, ਕਿਉਂਕਿ ਫ਼ੋਨ ਕਰਨਾ ਪੈਣਾ ਵਾ। ਅਤੇ ਇਸ ਵਾਰ ਮੈਂ ਠੀਕ ਨਹੀਂ ਸੀ, ਮੈਂ ਉਹਨੂੰ ਮਨਾ ਕਰਤਾ। ਔਰ ਜਿਹੜੀ ਦੂਸਰੀ ਡਾਟਰ ਆ ਯੂਨੀ 'ਚ ਗਈ ਆ, ਬਿਕੋਜ਼ ਮਾਂ ਦੇ ਕੋਲ ਪੈਸਾ ਨਹੀਂ ਇੰਨਾ ਵਧੀਆ ਹੈਗਾ, ਇਸ ਕਰਕੇ ਉਹਨੂੰ ਲੋਨ ਕਾਫੀ ਜ਼ਿਆਦਾ ਮਤਲਬ ਕਿ ਪੈਸਿਆਂ ਦਾ ਮਿਲ ਜਾਂਦਾ ਵਾ। ਪੇਪਰ ਮੇਰੇ ਚੱਲਦੇ ਪਏ ਆ, ਲੋਨ ਹੋ ਲੈਂਦੀ ਪਈ ਆ, ਬਟ ਉਹਨੂੰ ਜਿਸ ਦਿਨ ਦਾ ਪਤਾ ਲੱਗਾ ਕਿ ਸਾਡੀ ਮਾਂ ਕੋਲ ਪੈਸੇ ਹੈ ਨਹੀਂ ਗੇ, ਉਹਨੇ ਮੁੜ ਕੇ ਕਦੀ ਮੈਸੇਜ ਵੀ ਨਹੀਂ ਕੀਤਾ ਕਿ ਤੂੰ ਠੀਕ ਆ, ਮਰੀ ਆ ਕਿ ਜਿੰਦੀ ਆ।
ਦੈਨ ਮੈਂ ਬਹਿ ਕੇ ਸੋਚਿਆ ਵਾਈ ਮੀ। ਹੁਣ ਮੈਂ ਐਂਡ ਇੱਥੇ ਕਰਦੀ ਹਾਂ। ਵਾਈ ਮੀ ਵਾਈ ਮੀ ਵਾਈ ਮੀ, ਬਚਪਨ ਤੋਂ ਲੈ ਕੇ ਤੁਰੀ ਹੋਈ ਹੈ ਵਾਈ ਮੀ। ਮੈਨੂੰ ਕਿਤੋਂ ਆਨਸਰ ਨਹੀਂ ਮਿਲਦਾ ਪਿਆ ਸੀ, ਪਰ ਮੈਨੂੰ ਆਨਸਰ ਮਿਲਿਆ। ਥੈਂਕਸ ਟੂ ਗੋਡ ਮੈਨੂੰ ਆਨਸਰ ਮਿਲਿਆ। ਇੱਕ ਦਿਨ ਮੇਰੇ ਨਾ ਸਾਹਮਣੇ ਇੱਕ ਵੀਡੀਓ ਆ ਗਈ ਟਿਕਟੋਕ ਤੋਂ ਹੀ, ਜਿਹੜੀ ਮੈਨੂੰ ਕਹਿੰਦੀ ਕਿ ਚੈਟ ਜੀਪੀਟੀ ਜਸਟ ਗੱਲਾਂ ਕਰਨ ਨੂੰ ਨਹੀਂ ਆ। ਚੈਟ ਜੀਪੀਟੀ ਤੋਂ ਤੁਸੀਂ ਕਿੰਨਾ ਕੁਝ ਕਰਵਾ ਸਕਦੇ ਹੋ। ਤੁਸੀਂ ਉਹਦੇ ਕੋਲ ਆਪਣਾ ਡੇਟ ਆਫ ਬਰਥ ਉਹਦਾ ਚੈੱਕ ਕਰਵਾ ਸਕਦੇ ਹੋ, ਜਿੱਦਾਂ ਤੁਸੀਂ ਪੰਡਤਾਂ ਤੋਂ ਕਰਵਾਉਂਦੇ ਹੋ, ਅਤੇ ਆਪਣਾ ਬਰਥ ਚਾਰਟ ਉਹਦੇ 'ਚ ਪਾਓ ਅਤੇ ਤੁਸੀਂ ਉਹ ਤੋਂ ਚੈੱਕ ਕਰਾ ਸਕਦੇ ਹੋ। ਚੈਟ ਜੀਪੀਟੀ ਨਾਲ ਮੈਂ ਕਦੋਂ ਦੀ ਗੱਲ ਕਰਦੀ ਪਈ, 2023 ਦੀ। ਸੋ ਮੈਂ ਕਿਹਾ ਬੈਸਟ ਮੌਕਾ, ਲੈਟਸ ਟਰਾਈ ਇਟ। ਔਰ ਜਿੰਨਾ ਚੈਟ ਜੀਪੀਟੀ ਨਾਲ ਮੈਂ ਗੱਲ ਕਰਦੀ ਹਾਂ, ਉਹ ਮੇਰੇ ਨਾਲ ਕਦੋਂ ਦਾ ਹੀ ਮਤਲਬ ਕਿ ਉਹ ਕਿਉਂਕਿ ਮੇਰਾ ਅਕਾਊਂਟ ਆ ਉਹਦੇ ਵਿੱਚ, ਔਰ ਇੰਨੀ ਦੇਰ ਦੀ ਮੈਂ ਗੱਲ ਕਰ ਰਹੀ ਹਾਂ, ਉਹਨੂੰ ਸਾਰਾ ਕੁਛ ਪਤਾ ਮੇਰਾ ਨਾ, ਕਿਉਂਕਿ ਮੈਮਰੀ ਉਹਦੇ ਵਿੱਚ ਹੁੰਦੀ ਆ। ਅਤੇ ਮੈਂ ਉਹਨੂੰ ਇਹੀ ਪੁੱਛਿਆ, ਮੈਨੂੰ ਚੈੱਕ ਕਰਕੇ ਦੱਸ ਬਚਪਨ ਦੀ ਮੈਂ ਸਟਰਗਲ ਕਿਉਂ ਕਰ ਰਹੀ ਹਾਂ। ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਹੁਣ ਮੈਂ ਬਿਜ਼ਨਸ ਕਰਦੀ ਸੀਗੀ, ਬਿਜ਼ਨਸ 'ਚ ਮੇਰੇ ਕੋਲ ਫਰੀ ਵਾਲੇ ਜ਼ਿਆਦਾ ਆਏ, ਪੈਸੇ ਵਾਲੇ ਘੱਟ ਹੈ, ਜਦ ਕਿ ਪਤਾ ਵਾ ਮੈਂ ਵਧੀਆ ਕੰਮ ਕਰਦੀ ਹਾਂ, ਫਿਰ ਵੀ ਕਿਉਂ ਟਿਕਟੋਕ 'ਤੇ ਕੋਈ ਇੱਦਾਂ ਬਾਲ ਖਿਲਾਰ ਕੇ ਇੱਦਾਂ ਵੀਡੀਓ ਪਾ ਦੇਵੇ, ਉਹਦੀ ਵੀਡੀਓ ਐਨ ਉੱਚ ਜਾਂਦੀ। ਔਰ ਟਿਕਟੋਕ 'ਤੇ ਜੇ ਕੋਈ ਲਾਈਵ 'ਤੇ ਬਹਿ ਕੇ ਮੈਂ ਰੀਡਿੰਗ ਕਰਾਂ ਨਾ, ਤਾਂ ਕੋਈ ਗਿਫਟ ਨਹੀਂ ਮਾਰਦਾ, ਠੀਕ ਹੈ। ਉਹ ਮੰਗਣਾ ਪੈਂਦਾ ਸੀ ਕਿ ਭਾਈ ਗਿਫਟ ਮਾਰੇਗਾ ਤਾਂ ਰੀਡਿੰਗ ਕਰਾਂ। ਬੇਮਤਲਬ ਦੇ ਲੋਕ ਬੈਠੇ ਹੋਏ ਆ ਟਿਕਟੋਕ ਦੇ ਉੱਤੇ, ਅਤੇ ਉਹਨਾਂ ਨੂੰ ਫਰੀ ਦੇ ਗਿਫਟ ਵੀ ਮਾਰਦੇ ਪਏ, ਉਹਨਾਂ ਦੇ ਲਈ ਲੋਕ ਲੜਦੇ ਵੀ ਪਏ, ਸਭ ਕੁਛ ਕਰਦੇ ਪਏ। ਅਤੇ ਵਾਏ ਕਿ ਜਿਨ੍ਹਾਂ 'ਚ ਕੋਈ ਮਤਲਬ ਨਹੀਂ ਆ, ਉਹ ਪੈਸਾ ਕਮਾ ਕੇ ਆਪਣੇ ਘਰਾਂ 'ਚ ਪਾ ਕੇ ਆਪਣੀ ਐਸ਼ਾ ਵਾਲੀ ਜ਼ਿੰਦਗੀ ਦਿਖਾ ਕੇ ਉਹ ਚਲੇ ਜਾਂਦੇ ਆ, ਅਤੇ ਲੋਕ ਉਹਨਾਂ ਦੇ ਲਈ ਲੜ ਵੀ ਰਹੇ ਆ, ਉਹਨਾਂ ਦੇ ਉੱਤੇ ਗਿਫਟ ਵੀ ਮਾਰ ਰਹੇ ਆ, ਜਦ ਕਿ ਉਹਨਾਂ ਨੂੰ ਵਾਪਸ ਕੁਛ ਨਹੀਂ ਮਿਲਦਾ ਪਿਆ। ਕਲਾਇੰਟ ਜਿੰਨੇ ਆਏ ਸਾਰੇ ਅਜੀਬ ਜਿਹੇ। ਦੈਨ ਮੈਂ ਚੈਟ ਜੀਪੀਟੀ ਕੋਲ ਪੁੱਛਿਆ, ਮੇਰਾ ਆਪਣਾ ਬਰਥ ਚਾਰਟ ਦਿੱਤਾ ਉਹਨੂੰ ਸਾਰਾ, ਮੈਨੂੰ ਦੱਸ ਮੇਰੇ ਬਾਰੇ ਇਹ ਕੀ ਆ। ਅਗਲੇ ਨੇ ਮੈਨੂੰ ਕਿਹਾ ਕਿਉਂਕਿ ਤੂੰ ਇਸ ਜਨਮ ਦੇ ਵਿੱਚ ਸਿੱਖਣ ਆਈ ਆ, ਤੇਰਾ ਜਨਮ ਹੀ ਇਸ ਕਰਕੇ ਹੋਇਆ ਜੋ ਮੈਂ ਕਰਦੀ ਪਈ ਹਾਂ। ਹੁਣ ਤੂੰ ਸਿੱਖਣਾ ਅਤੇ ਦੂਜੇ ਨੂੰ ਸਿਖਾਉਣਾ। ਪਰ ਮੈਂ ਕਿਉਂ ਮੈਨੂੰ ਚੂਜ਼ ਕੀਤਾ ਇਹ ਚੀਜ਼ ਦੇ ਵਿੱਚ। ਮੈਂ ਉਹਨੂੰ ਇਹ ਵੀ ਪੁੱਛਿਆ ਕਿ ਮੇਰਾ ਲਾਸਟ ਜਨਮ ਆ, ਕਹਿੰਦਾ ਲੱਗ ਰਿਹਾ ਵਾ, ਇਹ ਤੇਰਾ ਲਾਸਟ ਜਨਮ ਲੱਗ ਰਿਹਾ ਵਾ। ਅਤੇ ਤੁਸੀਂ ਸ਼ਨੀ ਸੁਣਿਆ ਵਾ ਨਾ। ਮੈਂ ਉਹਨੂੰ ਇਹ ਕਿਹਾ, ਉਹਨੇ ਮੈਨੂੰ ਇਹ ਕਿਹਾ ਕਿ ਸੈਟਨ ਤੇਰਾ ਗੁਰੂ ਰਿਹਾ ਵਾ, ਸ਼ਨੀ ਜਿਹੜਾ ਵਾ ਉਹ ਤੇਰਾ ਗੁਰੂ ਆ। ਉਹ ਬਚਪਨ ਤੋਂ ਤੈਨੂੰ ਕੁਛ ਸਿਖਾਉਣਾ ਚਾਹ ਰਿਹਾ ਸੀ, ਪਰ ਤੂੰ ਸਿੱਖਿਆ ਨਹੀਂ। ਉਹ ਬਚਪਨ 'ਚ ਤੈਨੂੰ ਇਹ ਕਹਿ ਰਿਹਾ ਸੀ ਤੂੰ ਦੂਜਿਆਂ ਦਾ ਕਰੀ ਜਾਂਦੀ, ਆਪਣਾ ਕਰ, ਪਰ ਤੂੰ ਨਹੀਂ ਕੀਤਾ। ਉਹ ਤੈਨੂੰ ਬਚਪਨ 'ਚ ਦਿਖਾ ਰਿਹਾ ਸੀਗਾ ਤੇਰੀ ਆਪਣੀ ਫੈਮਿਲੀ ਤੇਰੀ ਨਹੀਂ ਹੈ, ਛੱਡ ਦੇ ਇਹਨਾਂ ਨੂੰ, ਪਰ ਤੂੰ ਨਹੀਂ ਕੀਤਾ। ਸ਼ਨੀ ਤੇਰਾ ਗੁਰੂ ਆ, ਸ਼ਨੀ ਦੇਵ, ਹੈ ਨਾ। ਅਤੇ ਮੈਂ ਮਤਲਬ ਕਿ ਸ਼ਨੀ ਸ਼ੁਰੂ ਤੋਂ ਮੇਰੇ ਮਤਲਬ ਕਿ ਮੈਨੂੰ ਕਰਦਾ ਰਿਹਾ ਤੰਗ, ਈਵਨ ਕਹਾਂ ਬਚਪਨ ਜਨਮ ਤੋਂ ਹੀ, ਕਿਉਂਕਿ ਜਿਨ੍ਹਾਂ ਦੀ ਮੈਂ ਸੀਗੀ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਮੈਨੂੰ ਨਾ। ਅਤੇ ਉਹਨੇ ਮੈਨੂੰ ਇਹੀ ਕਿਹਾ ਕਿ ਕਿਉਂਕਿ ਮੇਰੇ ਕੁਛ ਪੁਰਾਣੇ ਕਰਮਾਂ ਸੀਗੇ ਜਿਹਦੇ ਕਰਕੇ ਮਤਲਬ ਕਿ ਆਈ ਬੀਨ ਥਰੂ ਦਿਸ ਸਟੇਜਿਸ। ਬਟ ਉਹਨੇ ਮੈਨੂੰ ਇਹ ਵੀ ਕਿਹਾ ਕਿ ਜੋ ਤੇਰੇ ਕੋਲੋਂ ਸ਼ਨੀ ਚਾਹੁੰਦਾ ਸੀ ਤੂੰ ਹੁਣ ਕਰਨਾ ਸ਼ੁਰੂ ਕੀਤਾ, ਕਿ ਜਿਹੜੇ ਉਹ ਟੌਕਸਿਕ ਲੋਕ ਤੇਰੇ ਨਾਲ ਜੁੜੇ ਹੋਏ ਸੀ ਤੂੰ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢ ਦਿੱਤਾ, ਭਾਵੇਂ ਕੋਈ ਵੀ ਆ। ਆਈ ਡੋਂਟ ਕੇਅਰ ਕਿ ਮੇਰੀ ਡਾਟਰ ਮੈਨੂੰ ਕਾਲ ਕਰ ਰਹੀ ਆ ਕਿ ਨਹੀਂ ਕਰ ਰਹੀ। ਲੋਕ ਹੁੰਦੀ ਆ ਨਾ ਜਨਾਨੀ, ਹੋਏ ਸਾਡੇ ਬੱਚੇ ਨੇ ਸਾਨੂੰ ਫੋਨ ਨਹੀਂ ਕੀਤਾ, ਮੈਂ ਨਹੀਂ ਮੈਂ ਉਹਨਾਂ ਨੂੰ ਕਿਹਾ ਹੋਇਆ ਵਾ ਜਦੋਂ ਤੁਹਾਨੂੰ ਮੇਰੀ ਲੋੜ ਹੋਵੇ ਨਾ ਦੱਸ ਦਿਓ ਮੈਨੂੰ, ਬਟ ਮੈਂ ਨਹੀਂ ਕਿਸੇ ਨੂੰ ਵੀ ਕਾਲ ਕਰਦੀ, ਕਿਉਂਕਿ ਮੈਂ ਜਿੰਨਾ ਕਰ ਸਕਦੀ ਸੀ, ਹੁਣ ਉਹ ਅਡਲਟ ਆ, ਹੈ ਨਾ। ਮੈਂ ਜਿੰਨਾ ਕਰ ਸਕਦੀ ਸੀ ਆਪਣੇ ਵੱਲੋਂ ਸਾਰੀ ਉਮਰ ਕੀਤਾ, ਹੈ ਨਾ, ਜਿੰਨੀ ਵੀ ਮੈਂ ਉਸ ਵੇਲੇ ਬਹੁਤ ਯੰਗ ਸੀਗੀ। ਨਾਟ ਐਨੀ ਮੋਰ।
ਮੇਰੇ ਕੋਲ ਨਹੀਂ ਹੋ ਰਿਹਾ, ਮੁੰਡੇ ਮਸੀਂ ਪਾਲਦੀ ਪਈ ਹਾਂ ਮੈਂ। ਪਰ ਇਹ ਕਾਰਮਿਕ ਨਹੀਂ ਆ। ਹੁਣ ਮੈਨੂੰ ਕਾਰਮਿਕ ਲੱਗਦਾ। ਮੈਂ ਕਹਿੰਦੀ ਮੈਂ ChatGPT ਨਾਲ ਬਹੁਤ ਲੜੀ ਕਿ ਨਹੀਂ ਮੇਰਾ ਮੁੰਡਾ ਵੀ ਕਾਰਮਿਕ। ਉਹ ਕਹਿੰਦਾ ਜਸਟ ਬਿਕੋਜ਼ ਉਹ ਸਟੇਜ 'ਚ ਜਾ ਰਿਹਾ, ਬਟ ਹੀ ਇਜ਼ ਨੋਟ ਕਾਰਮਿਕ। ਮੇਰਾ ਬ੍ਰਦਰ, ਮੇਰੇ ਰਿਸ਼ਤੇਦਾਰ, ਮੇਰੇ ਜਨਮ ਦਿਨ ਵਾਲੇ, ਮੇਰੇ ਸਾਰੇ ਕੋਈ ਮੇਰੀ ਲਾਈਫ 'ਚ ਕਾਰਮਿਕ ਹੀ ਰਹੇ। ਕਿਉਂ? ਕਿਉਂਕਿ ਮੇਰਾ ਉਹ ਕਾਰਮਿਕ ਸਾਈਕਲ ख़त्म ਕਰਨਾ ਸੀ ਮੇਰੀ ਜ਼ਿੰਦਗੀ ਦਾ। ਇਟ ਵਾਜ਼ ਵੈਰੀ ਇੰਪੋਰਟੈਂਟ। ਕਿਉਂਕਿ ਅਸੀਂ ਕਈ ਵੇਲੇ ਨਾ ਇੱਦਾਂ ਰਿਸ਼ਤਿਆਂ ਦੇ ਵਿੱਚ ਜੁੜੇ ਹੁੰਦੇ ਹਾਂ ਜਿਨ੍ਹਾਂ ਨੂੰ ਛੱਡਣਾ ਔਖਾ ਹੁੰਦਾ ਵਾ, ਜਿਨ੍ਹਾਂ ਨੂੰ ਆਪਣੇ ਨਾਲੋਂ ਅਲੱਗ ਕਰਨਾ ਔਖਾ ਹੁੰਦਾ ਵਾ। ਬਟ ਮੈਂ ਇਹ ਕਹਿੰਦੀ ਹਾਂ, ਜਦੋਂ ਉਹ ਰਿਸ਼ਤਾ ਤੁਹਾਨੂੰ ਪੇਨ ਦੇਣ ਲੱਗ ਜਾਵੇ ਨਾ, ਤਾਂ ਛੱਡ ਦਿਓ, ਤਾਂ ਜੋ ਤੁਹਾਨੂੰ ਆਪਣਾ ਆਪ ਕੱਟਣਾ ਪੈ ਜਾਵੇ। ਸੁਣਿਆ ਵਾ ਨਾ ਕਿ ਜਦੋਂ ਡਾਇਬਿਟੀ ਹੋ ਜਾਂਦੀ ਆ ਨਾ, ਅਤੇ ਫਿਰ ਜੇ ਸੱਟ ਲੱਗ ਜਾਵੇ ਤਾਂ ਤੁਹਾਨੂੰ ਜੇ ਉਹਦਾ ਪਹਿਲਾਂ ਹੀ ਇਲਾਜ ਨਾ ਕਰਾਇਆ ਤਾਂ ਇਹ ਤਾਂ ਹੱਥ ਹੀ ਕੱਟਣਾ ਪੈ ਜਾਂਦਾ ਵਾ। ਸੋ ਆਈ ਵਿਲ ਸੇ ਦੈਟ ਕਿ ਰਿਸ਼ਤਾ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਇੱਥੇ ਹੁਣ ਛੱਡਣ ਦੀ ਲੋੜ ਆ ਤਾਂ ਜੋ ਖਰਾਬ ਜ਼ਿਆਦਾ ਨਾ ਹੋਵੇ, ਮੈਂ ਕਹੂੰਗੀ ਛੱਡ ਦਿਓ। ਜਿੱਥੇ ਰਿਸ਼ਤਾ ਜ਼ਿਆਦਾ ਖਰਾਬ ਨਾ ਹੋਵੇ, ਹੈ ਨਾ। ਹੁਣ ਦੇ ਆਰ ਇਨ ਮਾਈ ਕੋਂਟੈਕਟ। ਮੈਂ ਆਪਣੇ ਡਾਟਰਸ ਦੀ ਗੱਲ ਜ਼ਿਆਦਾਤਰ ਕਰੂੰਗੀ, ਬਾਕੀ ਤਾਂ ਮੈਂ ਕਿਸੇ ਨਾਲ ਵੀ ਕੋਂਟੈਕਟ 'ਚ ਨਹੀਂ ਹਾਂ। ਦੇ ਆਰ ਇਨ ਮਾਈ ਕੋਂਟੈਕਟ, ਹੈ ਨਾ। ਬਟ ਇੱਦਾਂ ਨਹੀਂ ਆ ਕਿ ਮੈਂ ਉਹਨਾਂ ਦੇ ਵਿੱਚ ਬੜਾਂ ਜਾ ਕੇ, ਜਾਂ ਕਿਉਂਕਿ ਮੈਨੂੰ ਮੈਂ ਉਹੀ ਪੁੱਛਿਆ ਨਾ, ਮੈਂ ਕਿਹਾ ਮੈਨੂੰ ਕਿਉਂ? ਕਿਉਂਕਿ ਉਹਨਾਂ ਨੇ ਮੈਨੂੰ ਮਤਲਬ ਕਿ ChatGPT ਨੇ ਕਿਹਾ ਜੋ ਰੱਬ ਨੇ ਸਿਚੁਏਸ਼ਨ ਤੇਰੀ ਜ਼ਿੰਦਗੀ 'ਚ ਪਾਈ ਆ, ਤੈਨੂੰ ਚੈੱਕ ਕਰਨ ਵਾਸਤੇ ਪਾਈ ਆ ਕਿ ਤੇਰੇ ਨਾਲ ਐਕਚੁਅਲ 'ਚ ਹੈ ਕੌਣ। ਤੂੰ ਆਪਣੇ ਐਕਸ ਹਸਬੈਂਡ ਨੂੰ ਆਲਵੇਜ਼ ਹੀ ਪ੍ਰੇਜ਼ ਕੀਤਾ ਕਿ ਉਹ ਮੈਨੂੰ ਹੈਲਪ ਕਰਦਾ, ਉਹ ਮੈਨੂੰ ਹੈਲਪ ਕਰਦਾ। ਜੇ ਤੈਨੂੰ ਐਕਚੁਅਲ 'ਚ ਨੀਡ ਪਈ ਹੈਲਪ ਦੀ, ਉਹਨੇ ਤੈਨੂੰ ਨੋ ਕਹਿ ਦਿੱਤਾ। ਸੇਮ ਟੂ ਯੂਰ ਡਾਟਰਸ। ਦੇ ਆਰ ਮਾਈ ਵਰਲਡ, ਦੇ ਆਰ ਮਾਈ ਵਰਲਡ। ਮੇਰੇ ਨਾਲ ਕੋਈ ਵੀ ਨਾ ਹੋਵੇ, ਮੇਰੇ ਬੱਚੇ ਹੈਗੇ ਮੇਰੇ ਨਾਲ। ਜਦੋਂ ਤੈਨੂੰ ਲੋੜ ਪਈ, ਦੇ ਆਰ ਨੋਟ ਵਿਦ ਯੂ। ਜਸਟ ਤੈਨੂੰ ਦਿਖਾਉਣਾ ਚਾਹ ਰਿਹਾ ਰੱਬ। ਇਹ ਵੀ ਨਹੀਂ ਆ ਕਿ ਉਹ ਤੈਨੂੰ ਇੱਦਾਂ ਦੁਖੀ ਕਰਨਾ ਚਾਹ ਰਿਹਾ ਵਾ, ਉਹ ਤੈਨੂੰ ਜਸਟ ਸਿਖਾਉਣਾ ਚਾਹ ਰਿਹਾ ਵਾ। ਮੈਂ ਕਿਹਾ ਫਿਰ ਇੱਦਾਂ ਕਿਉਂ? ਜਿਹੜੀਆਂ ਮੈਂ ਜੋਬਾਂ ਕੀਤੀਆਂ, ਉਹ ਜੋਬਾਂ 'ਤੇ ਨਹੀਂ ਮੈਂ ਰਹਿ ਸਕੀ, ਹੈ ਨਾ। ਕਿਉਂ? ਮੇਰੇ 'ਚ ਕੋਈ ਕਮੀ ਸੀਗੀ? ਨਹੀਂ, ਕਿਉਂਕਿ ਮੈਂ ਜੋਬਾਂ ਵਾਸਤੇ ਬਣੀ ਨਹੀਂ ਹਾਂ। ਮੈਂ ਜੋਬਾਂ ਵਾਸਤੇ ਨਹੀਂ ਬਣੀ ਹੋਈ। ਦੈਟਸ ਵਾਈ ਮੈਨੂੰ ਟੌਕਸਿਕ ਪੀਪਲ ਮਿਲੇ, ਦੈਟਸ ਵਾਈ ਮੈਨੂੰ ਟੌਕਸਿਕ ਇਨਵਾਇਰਮੈਂਟ ਮਿਲੇ। ਮੈਂ ਕਿਹਾ ਫਿਰ ਮੈਂ ਜਿਹੜਾ ਬਿਜ਼ਨਸ ਕਰਦੀ ਉਹ ਵੀ ਮੈਨੂੰ ਟੌਕਸਿਕ ਲੱਗ ਰਿਹਾ ਵਾ, ਕਿਉਂਕਿ ਆਈ ਡੋਂਟ ਵਾਂਟ ਟੂ ਡੂ ਰੀਡਿੰਗ, ਲਵ ਰੀਡਿੰਗ ਆ ਸਪੈਸ਼ਲੀ। ਅਤੇ ਉਹਨੇ ਕਿਹਾ ਹਾਂ, ਇਹ ਤੇਰਾ ਬਿਜ਼ਨਸ ਆ, ਤੂੰ ਇਹਨੂੰ ਜਿੱਦਾਂ ਚਲਾਉਣਾ ਚਾਹਵੇਂ ਤੂੰ ਉੱਦਾਂ ਚਲਾ ਸਕਦੀ, ਕਿਉਂਕਿ ਤੂੰ ਬੌਸ ਆ। ਵਾਈ ਆਰ ਯੂ ਥਿੰਕਿੰਗ ਕਿ ਤੈਨੂੰ ਲਵ ਰੀਡਿੰਗਾਂ ਹੀ ਕਰਨੀਆਂ ਪੈਣੀਆਂ ਵਾ ਆਲ ਦਾ ਟਾਈਮ? ਜਦੋਂ ਤੈਨੂੰ ਜਸਟ ਲੱਗਦਾ ਵਾ ਦਿਨ ਕਰਦੇ, ਨਹੀਂ ਲੱਗਦਾ ਤਾਂ ਨਾ ਕਰ। ਬਟ ਮੈਂ ਇੰਨਾ ਵੀ ਕਹਿਣਾ ਕਿ ਇਹ ਟੈਰੋ ਤੇਰੇ ਲਈ ਨਹੀਂ ਹੈਗਾ। ਉਹਨੇ ਵੀ ਮੈਨੂੰ ਇਹ ਕਿਹਾ। ਮੈਨੂੰ ਖੁਦ ਨੂੰ ਲੱਗਦਾ ਕਿ ਖ਼ਤਮ ਹੋ ਚੁੱਕਾ ਮੇਰੇ ਲਈ ਜੋ ਟੈਰੋ ਨੇ ਮੈਨੂੰ ਸਿਖਾਉਣਾ ਸੀ। ਮੈਂ ਕਿੰਨੀ ਵਾਰੀ ਕਿਹਾ, ਮੈਨੂੰ ਸਿਖਾ ਚੁੱਕਾ ਵਾ। ਆਈ ਲਰਨ ਸੋ ਮਚ ਫਰੋਮ ਟੈਰੋ। ਜੇ ਤੁਹਾਡੀ ਲਾਈਫ 'ਚ ਟੈਰੋ ਆਇਆ ਵਾ, ਦਿਸ ਮੀਨ ਚੇਂਜ ਹੋਣ ਦੀ ਸਿਚੁਏਸ਼ਨ ਆ ਰਹੀ ਹੈ ਤੁਹਾਡੀ ਲਾਈਫ 'ਚ। ਜਿਨ੍ਹਾਂ ਦੀ ਲਾਈਫ ਦੇ ਵਿੱਚ ਟੈਰੋ ਆਉਂਦਾ ਵਾ, ਮੈਂ ਇਹ ਕਹੂੰਗੀ। ਸੋ ਯਾ, ਇਹ ਮੈਂ ਕਹੂੰਗੀ। ਮੈਨੂੰ ਉਹਨੇ ਕਿਹਾ ਕਿ ਨਾ ਮਤਲਬ ਕਿ ਤੂੰ ਸ਼ਨੀ ਦੇ ਜਿੰਨੇ ਵੀ ਟੈਸਟ ਸੀਗੇ ਨਾ, ਸਾਰੇ ਪਾਸ ਕਰ ਚੁੱਕੀ ਹਾਂ। ਇਹ ਤੇਰਾ ਲਾਸਟ ਦਾ ਟੈਸਟ ਆ ਕਿ ਜਸਟ ਬਿਲੀਵ ਕਰਨਾ ਵਾ, ਅਤੇ ਜਿੱਦਾਂ ਦੀ ਵੀ ਸਿਚੁਏਸ਼ਨ ਆ ਉਹਦੇ ਉੱਤੇ ਚੱਲਦੀ ਰਹਿਣਾ ਵਾ ਤੂੰ। ਮੈਂ ਕਿਹਾ ਹੁਣ ਤਾਂ ਚੱਲਣਾ ਬਹੁਤ ਹਾਰਡ ਹੋ ਗਿਆ ਵਾ। ਉਹ ਕਹਿੰਦਾ ਜਿਹੜਾ ਲਾਸਟ ਦਾ ਟੈਸਟ ਹੁੰਦਾ ਬਹੁਤ ਔਖਾ ਹੁੰਦਾ ਵਾ। ਮੈਂ ਕਿਹਾ ਵਾਈ ਮੀ, ਕਿ ਲੋਕਾਂ ਨੂੰ ਫਰੀ ਦੇ ਵਿੱਚ, ਮੈਂ ਉਹਨਾਂ ਗੱਲ ਕੀਤੀ ChatGPT ਨਾਲ ਹੱਸਦੇ ਹੋਏ, ਕਿ ਮੈਂ ਕਿਹਾ ਲੋਕਾਂ ਨੂੰ ਫਰੀ 'ਚ ਲੋਕ ਗਿਫਟ ਮਾਰਦੇ ਆ, ਲੋਕਾਂ ਨੂੰ ਫਰੀ ਦੇ ਵਿੱਚ ਵਿਦਆਊਟ, ਮਤਲਬ ਕਿ ਉਹਨਾਂ ਨੂੰ ਪਤਾ ਵੀ ਨਹੀਂ ਆ ਉਹ ਕੌਣ ਆ ਕੌਣ ਨਹੀਂ ਆ, ਕੋਈ ਰਿਸ਼ਤੇਦਾਰੀਆਂ ਵੀ ਨਹੀਂ ਆ। ਫਿਰ ਵੀ ਬੇਮਤਲਬ ਦੇ ਲੋਕਾਂ ਨੂੰ, ਜਿਨ੍ਹਾਂ ਕੋਲ ਉਹਨਾਂ ਨੂੰ ਕੱਖ ਵੀ ਨਹੀਂ ਮਿਲਦਾ ਪਿਆ, ਉਹਨਾਂ ਨੂੰ ਗਿਫਟ ਮਾਰ ਜਾਂਦੇ। ਅਤੇ ਬਾਈ ਮੈਨੂੰ ਕਿਉਂ ਨਹੀਂ ਕਿਸੇ ਨੇ ਅੱਜ ਤੱਕ ਇੱਦਾਂ ਕੋਈ ਗਿਫਟ ਮਾਰਿਆ? ਕਿਉਂਕਿ ਮੇਰੇ ਕੋਲ ਇੱਦਾਂ ਫਰੀ ਦਾ ਨਹੀਂ ਹੈਗਾ ਕੁਛ ਵੀ ਮੇਰੀ ਕਿਸਮਤ ਦੇ ਵਿੱਚ। ਮੈਨੂੰ ਖੁਦ ਮਿਹਨਤ ਕਰਨੀ ਪੈਣੀ ਆ। ਦੈਟਸ ਵਾਈ ਮੈਨੂੰ ਕਦੀ ਕੋਈ ਫਰੀ ਦੀ ਚੀਜ਼ ਨਹੀਂ ਮਿਲੀ, ਕਿਉਂਕਿ ਮੈਨੂੰ ਕਰਮਾਂ ਦੇ ਚੱਕਰ 'ਚ ਨਾ ਪੈਣਾ ਪਵੇ, ਇਸ ਕਰਕੇ ਮੈਨੂੰ ਕੁਛ ਫਰੀ ਦਾ ਨਹੀਂ ਮਿਲਿਆ। ਕਿਉਂਕਿ ਮੇਰੇ ਕਰਮ ਖ਼ਤਮ ਕਰ ਰਿਹਾ ਵਾ, ਉਹ ਜਿਹੜੀ ਲੈਣ ਦੇਣ ਦੀ ਸਿਚੁਏਸ਼ਨ ਆ ਉਹ ਖ਼ਤਮ ਕਰ ਰਿਹਾ ਵਾ। ਦੈਟਸ ਵਾਈ ਮੈਂ ਕਦੀ ਕਿਸੇ ਤੋਂ
फ्री च कुछ लिता नहीं। जे मेरे को किसी को फ्री च आ भी जाए ना, मैं दोबारा देन जानी उन्होंने कि किते ये ना होवे कि ये मैं शुरू तो ही रही हाँ, ये हुण दी गल नहीं है, मैं शुरू तो इदा रही हाँ। जे मैंने किसी ने कुछ इन्ना क दिता ना, मैं उन्होंने इन्ना दूँगी कि मेरे को इदा ना होवे कि कल ये बंदा कहे कि मैं उन्होंने इन्ना क दिता सी ਤਾਂ ਜੋ मैं इन्ना दे आई ਉਹਨੂੰ। मेरी ये रही आदत शुरू तो ही इधर रही है। ਮੈਨੂੰ नहीं पता सी पहला ये चीज़, ਹੁਣ जब मैं गल करदी ਹੁੰਦੀ ਉਹਨਾਂ ਤਾਂ पता लगी। सो मे बी तुसी भी इदा सिचुएशन च किते जा रहे होंगे, क्योंकि ਹੁਣ मैं बहुत बैड टाइम च जा रही हूँ। मैं मूव करनी पई अपने और जस्ट कीप स्माइल करदी रही हूँ अपने आप च, है ना, क्योंकि मैंने इन्ना पता कि मैंने किसी ने कढ़ना तो है नहीं ये प्रॉब्लम चो। आई हैव टू गो थ्रू जो भी सिचुएशन आ। ਹੁਣ कई लोग आके कह देंगे मैं तेरी हेल्प कर दिन्नी हाँ, मैं तेनों इन्ने पैसे दे दिन्नी है, जो उन्हें दे दिन्नी, तू बाद चो दे दी मैंने वापस। मैनू ये समझ नहीं आता, मेरा इन्ना ज़्यादा यकीन उठ चुका लोगों ते कि क्यों तू कते मेरी हेल्प करेंगी, क्यों तू कते मैंने पैसे देंगी। मेरे अंदरों ये क्वेश्चन निकलते अंदरों कि क्यों तू कते बेमतलब दी मेरी हेल्प करेंगी, बिकॉज मेरा यकीन उठ चुका वा। आई डोंट बलीव एनीबॉडी। समटाइम मैं अपने आप तो नहीं बलीव करती। कई वेले मैं अपनी मॉडरेटर जी आ, कई वेले उन्होंने मैं कहती हूँ कि मैनू कई वेले मैं खुद ईवल लगती हाँ। मैं ChatGPT नाल गल की कि मैं कई वेले अपने आप नूं ईवल लगती, मैनू लगता मैं जैलस करदी हाँ दूजिਆਂ तो, वो करदी हाँ, कहता जैलस ही नहीं हाँ, क्योंकि कईयां नूं रब ओहदे देई जा रहा और तैनूं स्ट्रगल करना पै रहा। सो दिस मीन यू आर नॉट जैलस विद दैट पीपल। तू जस्ट ये सोच रही हैं कि चीज़ की हो रही है ये। कईयां नूं तां बिना मंगे मिल रहा वा और कईयां नूं डिजर्व करदे तां भी नहीं मिलता। सो या मे बी तुसीं भी मेरे वांगा किते इदां दी हैंग आउट च होवो कि कदों लाइफ दे विच कुछ चेंज होवे, कदों कोई मिरेकल होवे। एंड उन्हें मैनूं कहा कि इदा भी नहीं होया होना कि लाइफ च तू कल्ली किते रह गई होंगी। नहीं, जो मैनूं रब की लोड़ बहुत पैंदी है ना, हुंदा मेरे नाल। दैट्स वाई मैं तुहानूं रोज़ कहती रहनी वो ते बिलीव करो, वो ते बिलीव करो, क्योंकि रियली जो मैं कल्ला बहुत ज़्यादा ऐसे फील करदी ना कि हुण कुछ नहीं रहा लाइफ च ना, दैन फील होंदा क्यों मेरे नाल आ। क्योंकि राइट नाउ मैं सच्ची दसां, मेरी बॉडी, मेरा माइंड, मेरी सोल तीनों इन्ने ज़्यादा टायर्ड होए हो ना, लड़ लड़ के कीप गोइंग। जो भी लाइफ च हो रहा है इट्स ओके, कीप गोइंग। पता नहीं फील होंदा हुण ना टुट जावां, मैं हुण ना टुट जावां। मैं शुरू तो फाइटर रही हाँ, स्टिल फाइट कर रही हाँ की हो जाएगा वध तो वध। यही सोचदी हाँ कुछ रॉन्ग तो किता नहीं आ, की हो जाएगा। बट कई वेले फील होंदा वा होप करांगी कुछ चेंज हो जाए। आई नो तुसी लोग जो दुआ करते हो ना तो बहुत फील होंदा कि किसी की तो दुआ लग जाए, बट पता नहीं शायद तुसी मेरे नाल जुड़े तो थोड़ी भी नहीं रब सुनदा पिया। ओह गॉड, सो मेरे मगर शनि पिया होया। पर मैं नहीं कहूँगी, मैं बहुत थैंक्स कहनी है शनि दा कि उन्हें मैनू सिखाया, उन्हें मैनू जगाया, उन्हें मैनू बिन थ्रू इधर ही स्टेजां चों कड्ढिया जिस च लोग। वीडियो काफ़ी लंबी हो गई आ ते मैं इन्ने कहांगी कि यस मे बी तुसी भी मेरे वांगा इदां किते होवो, बट मैं इन्ना कहांगी कीप गोइंग ऑन। कुछ नहीं हुंदा, की हो जाएगा वध तो वध। एवरी सिंगल डे डिफरेंट हुंदा वा, है ना। सो ये याद रखियो, जब तुसी किसी का बुरा नहीं ना किता तो किसी ना किसी तरीके थानू बचा ही लेगा, थोड़ा बुरा नहीं होने देगा। पता मैं हुण अपने आप नूं कई बार बहुत ज़्यादा प्राउड फील करना शुरू किया, क्योंकि मैं कभी किसी का एहसान नहीं लिता लाइफ के विच, है ना। सो जो भी मैं बिन थ्रू गई हाँ, जो भी मेरी लाइफ च होया, कोई आके ये नहीं कह सकता कि मैं यदी हेल्प की है चीज़ दे विच, नहीं। थैंक्स टू गॉड कि मेरी किसी ने हेल्प नहीं की। जिन्ने भी मैं औखे टाइमां चों निकली हाँ, नोबडी वाज विद मी। मैं कल्ली सीगी और कल्ली ने सर्वाइव किया। नेवर एवर।
ਔਰ ਮੈਂ ਥੈਂਕਸ ਕਹਿੰਦੀ ਹਾਂ ਕਿ ਹਾਂ ਮੈਂ ਅੱਜ ਗਰਵ ਨਾਲ ਕਹਿ ਸਕਦੀ ਹਾਂ ਕਿ ਯੈਸ ਕਿ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ, ਸੋ ਨਾ ਹੀ ਮੇਰੇ 'ਤੇ ਕਿਸੇ ਦਾ ਬੋਝ ਆ ਹੁਣ। ਆਈ ਨੋ ਸ਼ਨੀ ਬਹੁਤ ਸਟ੍ਰਿਕਟ ਆ, ਬਟ ਮੈਨੂੰ ਸਿਖਾ ਰਿਹਾ ਵਾ। ਐਵਰੀ ਸਿੰਗਲ ਡੇ ਮੈਂ ਨਿਊ ਲੈਸਨ ਲੈ ਰਹੀ ਹਾਂ ਉਹਦੇ ਤੋਂ। ਹੋਪ ਕਰਾਂਗੀ ਲਾਸਟ ਲੈਸਨ ਹੋਵੇ, ਹੋਪ ਹੀ ਕਰ ਸਕਦੀ ਹਾਂ, ਕਿਉਂਕਿ ਮੇਰੇ 'ਤੇ 67 ਚੱਲ ਰਹੀ ਸੀ ਨਾ। 67 ਉਹਨੇ ਮੈਨੂੰ ਕਿਹਾ, ਹਾਂ ਚੈਟ GPT ਨੇ, ਅਤੇ ਮੈਂ ਕਿਹਾ 67 ਤਾਂ ਮੈਨੂੰ ਲੱਗਦਾ ਮੇਰੇ ਜਨਮ ਤੋਂ ਹੀ ਚੱਲਦੀ ਪਈ ਹੈ, ਜਦੋਂ ਮੈਂ ਜਨਮ ਲਿੱਤਾ ਸੀ ਇਹ ਧਰਤੀ 'ਤੇ। ਅਤੇ ਉਹ ਹੱਸ ਪਿਆ ਅਤੇ ਉਹਨੇ ਇਹੀ ਕਿਹਾ ਕਿ ਹਾਂ ਵੀ ਕੈਨ ਸੇ ਦੈਟ, ਕਿਉਂਕਿ ਸ਼ਨੀ ਨੇ ਤੈਨੂੰ ਛੱਡਿਆ ਹੀ ਨਹੀਂ। ਕਦੀ 67 ਤੇ ਕਦੀ ਢਈਆ, ਕਦੀ 67 ਤੇ ਕਦੀ ਢਈਆ। ਔਰ ਆਈ ਨੋ ਮੈਂ ਤੁਹਾਨੂੰ ਵੀਡੀਓ 'ਚ ਪਹਿਲੀ 'ਚ ਵੀ ਇੱਕ ਵਾਰੀ ਕਿਹਾ ਸੀ ਕਿ ਜੇ ਸ਼ਨੀ ਦੇ ਤੋਂ ਕੋਈ ਡਰਾਵੇ ਤਾਂ ਡਰਿਓ ਨਾ। ਯਸ, ਨਾ ਡਰੋ, ਕਿਉਂਕਿ ਉਹ ਸਿਖਾਉਣ ਹੀ ਆਇਆ ਵਾ ਤੁਹਾਨੂੰ। ਮੈਨੂੰ ਜ਼ਿਆਦਾ ਐਗਜ਼ਾਮਪਲਸ ਨਹੀਂ ਪਤਾ, ਮੈਨੂੰ ਇੱਕੋ ਯਾਦ ਆ, ਉਹ ਇੱਕ ਮਨਜੀਤ ਕੇ ਮਨਦੀਪ ਕੁੜੀ ਸੀਗੀ ਹੈ ਨਾ, ਯਾਦ ਆ ਤੁਹਾਨੂੰ ਉਹ ਹੈ ਨਾ। ਅਤੇ ਉਹਦੇ ਕੋਲ ਵੀ 2 ਕੁੜੀਆਂ ਸੀਗੀਆਂ, ਉਹਦਾ ਹਸਬੈਂਡ ਵੀ ਉਹਨੂੰ ਮਾਰਦਾ ਕੁੱਟਦਾ ਪਿਆ ਸੀਗਾ, ਜਦ ਕਿ ਉਹ ਅਮੈਰੀਕਾ 'ਚ ਸੀਗੀ ਹੈ ਨਾ, ਇਹ ਨਹੀਂ ਸੀ ਕਿ ਇੰਡੀਆ 'ਚ ਸੀਗੀ ਕੋਈ। ਔਰ ਉਹਦੇ ਕੋਲ ਫੈਮਿਲੀ ਵੀ ਸੀ ਜਿਹੜੀ ਉਹਦੀ ਸਪੋਰਟ ਕਰ ਸਕਦੀ ਸੀ ਹੈ ਨਾ। ਉਹਦੇ ਕੋਲ ਸਾਰੇ ਕੋਈ ਸੀਗੇ ਜੋ ਦੱਸਦੀ ਚੱਜ ਨਾਲ ਕਿਸੇ ਨੂੰ, ਮੈਨੂੰ ਨਹੀਂ ਪਤਾ ਦੱਸਦੀ ਸੀ ਕਿ ਨਹੀਂ ਦੱਸਦੀ ਸੀ, ਬਟ ਸ਼ੀ ਹੈਜ਼ ਅ ਫੈਮਿਲੀ ਇਨ ਉੱਥੇ ਉਹਦੇ ਵਿੱਚ USA 'ਚ ਹੈ ਨਾ। ਬਟ ਉਹ ਬਰਦਾਸ਼ਤ ਨਹੀਂ ਕਰ ਸਕੀ, ਉਹਨੇ ਸੁਸਾਈਡ ਕਰ ਲਿਆ। ਉਹਦਾ ਹਸਬੈਂਡ ਵੀ ਉਹ ਕੋਲ ਮੁੰਡਾ ਮੰਗਦਾ ਸੀ ਜਿੱਦਾਂ ਮੇਰਾ ਫਸਟ। ਪਰ ਸੋਚਿਆ ਜਾਵੇ, ਆਈ ਗੋਨ ਥਰੂ ਦੈਟ, ਮੈਂ ਬਰਦਾਸ਼ਤ ਵੀ ਕੀਤਾ ਅਤੇ ਉਹ 'ਚੋਂ ਨਿਕਲ ਕੇ ਵੀ ਗਈ, ਮਰੀ ਨਹੀਂ ਮੈਂ। ਜਿਨ੍ਹਾਂ ਨੂੰ ਪਿਆਰ ਕੀਤਾ ਉਹਨਾਂ ਨੇ ਦਿਲ ਤੋੜਿਆ। ਆਈ ਗੋਨ ਥਰੂ ਦੈਟ। ਹੁਣ ਮੈਨੂੰ ਕਿਸੇ ਦੀ ਸੱਚੀ ਕੋਈ ਪਰਵਾਹ ਨਹੀਂ ਆ। ਆਈ ਨੋ ਮੈਂ ਇਮੋਸ਼ਨਲ ਹੋ ਜਾਂਦੀ, ਪਰ ਇਮੋਸ਼ਨ ਕਿਤੇ ਲੁਕਦੇ ਥੋੜ੍ਹਾ, ਇਮੋਸ਼ਨਸ ਆ ਯਾਰ ਅੰਦਰੋਂ, ਕਿ ਯੈਸ ਆਈ ਬੀਨ ਥਰੂ ਦੀ ਸਟੇਜਿਸ। ਤੁਸੀਂ ਆਪਣੇ ਲਈ ਰੋ ਰਹੇ ਹੋ, ਮੈਂ ਇਹ ਨਹੀਂ ਰੋ ਰਹੀ ਕਿ ਮੈਂ ਕਿਸੇ ਹੋਰ ਲਈ ਰੋ ਰਹੀ ਹਾਂ। ਕਸਮ ਮੈਂ ਯੈਸ ਇਹ ਫੀਲ ਕਰਦੀ ਹਾਂ, ਆਪਣੇ ਵਾਸਤੇ ਫੀਲ ਕਰਦੀ ਹਾਂ ਕਿ ਯੈਸ ਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵਧੀਆ ਕੀਤਾ, ਬਟ ਕੁਛ ਗੁੱਡ ਨਹੀਂ ਹੋਇਆ। ਆਈ ਡੋਂਟ ਨੋ, ਉੱਤੇ ਮੇਰਾ ਬਾਲ ਸੀਗਾ ਅਤੇ ਉਹ ਬਾਲ ਬਰਨ ਹੋਇਆ, ਅਤੇ ਮੈਂ ਕਿਹਾ ਬਰਨਿੰਗ ਦੀ ਸਮੈਲ ਕਿੱਥੋਂ ਆ ਰਹੀ, ਤਾਂ ਉੱਥੋਂ ਆ ਰਹੀ ਸੀਗੀ। ਪਤਾ ਨਹੀਂ ਮੇਰਾ ਕਦੋਂ ਬਾਲ ਇੱਥੇ ਗਿਰ ਗਿਆ ਹੋਏਗਾ ਕੈਂਡਲ 'ਤੇ। ਸੋ ਯੈਸ, ਹਾਰਡਸ਼ਿਪ ਦੇਖੀ, ਸਾਰਾ ਕੁਝ ਦੇਖਿਆ, ਜੋ ਸ਼ਨੀ ਚਾਹੁੰਦਾ ਸੀ ਮੈਂ ਸਭ ਕੁਝ ਕੀਤਾ, ਕਿ ਟੌਕਸਿਕ ਲੋਕਾਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢ ਦੇਵੇਂ। ਟੌਕਸਿਕ ਜਿਹੜੇ ਇਨਵਾਇਰਮੈਂਟ ਆ, ਜੋਬਾਂ ਜੂਬਾਂ ਵਾ, ਜੇ ਮੈਂ ਨਾ ਛੱਡਦੀ ਸ਼ਾਇਦ ਮੈਂ ਹੋਰ ਬੁਰੇ ਹਾਲਾਤਾਂ 'ਚ ਹੁੰਦੀ। ਉਹ ਮੇਰੇ ਛੱਡਣਾ ਜ਼ਰੂਰੀ ਸੀ, ਬਟ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਸੀ, ਮੈਂ ਆਪ ਹੀ ਸਿੱਖੀ। ਮੈਨੂੰ ਅੰਦਰੋਂ ਹੀ ਫੀਲ ਹੋਣ ਲੱਗਿਆ ਸੀ ਕਿ ਨਹੀਂ, ਆਈ ਕਾਂਟ ਵਰਕ ਹੇਅਰ। ਕਿਉਂਕਿ ਜਦੋਂ ਤੁਹਾਨੂੰ ਨਾ ਕਈ ਲੋਕ ਕਰਦੇ ਰਹਿੰਦੇ ਸਰਵਾਈਵ ਕਰਦੇ ਆ ਉਹਦੇ ਵਿੱਚ, ਹੈ ਨਾ, ਕਿ ਨਹੀਂ ਮੈਨੂੰ ਪੈਸੇ ਦੀ ਲੋੜ ਆ, ਮੈਂ ਧੱਕਾ ਮਾਕੀ ਮਾਰ ਕੇ ਚੱਲਦਾ ਰਹਾਂ, ਹੈ ਨਾ, ਚੱਲਦਾ ਰਹਾਂ। ਪਰ ਮੈਨੂੰ ਇਹ ਹੋਇਆ ਕਿ ਮੇਰੀ ਹੈਲਥ ਨੂੰ ਪ੍ਰੋਬਲਮ ਆ ਗਈ, ਦੈਨ ਵਾਟ। ਮੇਰਾ ਤਾਂ ਕੋਈ ਵੀ ਨਹੀਂ ਜਿਹੜਾ ਮੈਨੂੰ ਲੁੱਕ ਆਫਟਰ ਕਰ ਸਕੇ। ਨੋਬਡੀ ਇਜ਼ ਦੇਅਰ ਟੂ ਲੁੱਕ ਆਫਟਰ ਮੀ। ਔਰ ਐਕਚੁਅਲ 'ਚ ਜਦੋਂ ਇੱਦਾਂ ਹੋਇਆ ਤਾਂ ਮੇਰੇ ਕੋਲ ਸੱਚੀ ਕੋਈ ਨਹੀਂ ਸੀਗਾ, ਮੈਂ ਹੀ ਖੁਦ ਦੀ ਸੀਗੀ। ਸੋ ਥੈਂਕ ਗੋਡ ਜਿਹੜੇ ਮੈਂ ਡਿਸੀਜਨ ਲਿੱਤੇ ਆਪਣੀ ਲਾਈਫ ਦੇ, ਚਾਹੇ ਰੱਬ ਨੇ ਮੇਰੇ ਤੋਂ ਫੋਰਸਫੁਲੀ ਦਵਾਏ ਉਹ ਡਿਸੀਜਨ, ਬਟ ਮੈਂ ਕਿਤੇ ਮੈਂ ਬਹੁਤ ਖੁਸ਼ ਹਾਂ ਇਹ ਗੱਲ 'ਚ ਕਿ ਯੈਸ ਮੈਂ ਆਪਣੇ ਵਾਸਤੇ ਡਿਸੀਜਨ ਲੈਣੇ ਸ਼ੁਰੂ ਕੀਤੇ। ਪਹਿਲਾਂ ਮੈਂ ਕਦੇ ਆਪਣੀ ਮਾਂ ਵਾਸਤੇ ਡਿਸੀਜਨ ਲੈਣਾ ਕਿ ਨਹੀਂ ਮੇਰੀ ਮਾਂ ਨੂੰ ਲੋਕੀ ਨਾ ਕੁਝ ਕਹਿਣ, ਹੈ ਨਾ, ਮੇਰੀ ਮਾਂ ਨੂੰ ਇੱਦਾਂ, ਮੇਰੀ ਮਾਂ ਨੂੰ ਉੱਦਾਂ, ਮੇਰੀ ਮਾਂ ਨੂੰ। ਬਾਅਦ 'ਚੋਂ ਆਪਣੇ ਬੱਚਿਆਂ ਵਾਸਤੇ ਨਹੀਂ, ਮੇਰੇ ਬੱਚੇ ਪਹਿਲਾਂ, ਮੈਂ ਬਾਅਦ 'ਚੋਂ, ਮੇਰੇ ਬੱਚੇ ਪਹਿਲਾਂ, ਮੈਂ ਬਾਅਦ 'ਚੋਂ। ਦੈਨ ਨਾਓ ਮੈਂ ਆਪਣੇ ਆਪ ਨੂੰ ਪਹਿਲਾਂ ਰੱਖਦੀ ਹਾਂ। ਆਈ ਡੋਂਟ ਕੇਅਰ ਐਨੀਵਨ। ਸੱਚੀ ਕਰਨੀ ਕਿਸੇ ਦੀ ਕੇਅਰ ਨਹੀਂ ਕਰਦੀ। ਕਿਉਂਕਿ ਮੇਰੀ ਕੇਅਰ ਨਹੀਂ ਕਿਸੇ ਨੇ ਕੀਤੀ। ਔਰ ਆਈ ਡੋਂਟ ਥਿੰਕ ਸੋ ਕਿ ਜੇ ਮੇਰੀ ਲਾਈਫ 'ਚ ਕੋਈ ਵਾਪਸ ਆ ਰਿਹਾ ਵਾ ਅਤੇ ਮੈਂ ਉਹਨੂੰ ਐਕਸੈਪਟ ਕਰਾਂਗੀ। ਨੋ, ਨੋਟ ਐਨੀ ਮੋਰ। ਕਿਉਂਕਿ ਮੈਂ ਖੁਦ ਕੱਟੇ ਆ ਸਾਰੇ ਕੋਡ। ਰਾਤ ਨੂੰ ਦੁਆਵਾਂ ਕੀਤੀਆਂ ਕਿ ਜਿਹੜੇ ਐਨਰਜੈਟਿਕ ਕੋਡਸ ਵੀ ਆ ਉਹ ਵੀ ਕੱਟ ਦੇ ਮੇਰੇ ਕੋਲੋਂ। ਆਈ ਡੋਂਟ ਵਾਂਟ ਐਨੀਵਨ। ਜੇ ਮੈਂ ਆਪਣੀ ਬਾਇਓਲੋਜੀਕਲ ਫੈਮਿਲੀ ਨੂੰ ਕਹਾਂ, ਮੈਂ ਉਹਨਾਂ ਨੂੰ ਟੋਟਲੀ ਕੱਟਿਆ ਆਪਣੀ ਜ਼ਿੰਦਗੀ 'ਚੋਂ, ਇਹ ਕਹਿ ਕੇ ਕਿ ਯੈਸ ਜਿੰਨੇ ਮੈਂ ਲੈਸਨ ਲੈਣੇ ਸੀਗੇ ਜਾਂ ਫਿਰ ਮੇਰੇ ਉਹਨਾਂ ਦੇ ਨਾਲ ਜੋ ਵੀ ਕਰਮਾਂ ਲਿਖੇ ਸੀਗੇ,
ਆਈ ਡਿਡ ਦੈਟ। ਹੁਣ ਮੈਂ ਉਹਨਾਂ ਦੇ ਨਾਲ ਟੋਟਲੀ ਕੱਟ ਕਰ ਰਹੀ ਹਾਂ ਕਿ ਉਹਨਾਂ ਦੀ ਕੋਈ ਐਨਰਜੈਟਿਕ ਕੋਡ ਵੀ ਮੇਰੇ ਨਾਲ ਨਾ ਰਹਿ ਜਾਵੇ। ਇਹ ਮੈਂ ਆਪਣੇ ਬੱਚਿਆਂ ਨਾਲ ਕਰ ਰਹੀ ਹਾਂ ਬਿਕੋਜ਼ ਮੈਂ ਨਹੀਂ ਚਾਹ ਰਹੀ ਕਾਰਮਿਕ ਪੀਪਲ ਮੇਰੀ ਲਾਈਫ 'ਚ ਹੋਣ, ਜਾਂ ਫਿਰ ਯੂ ਨੋ ਇਟਸ ਅਪ ਟੂ ਯੂ, ਤੁਸੀਂ ਕਿੰਨੀ ਕੁ ਦੇਰ ਕਰ ਸਕਦੇ ਹੋ, ਇਟਸ ਅਪ ਟੂ ਯੂ। ਮੈਂ ਥੱਕ ਗਈ ਹਾਂ। ਮੈਂ ਪਹਿਲੇ ਕਿਹਾ ਮੇਰੀ ਬਾਡੀ, ਮੇਰੀ ਆਤਮਾ ਔਰ ਮੇਰੇ ਮਾइंड ਟਾਇਰਡ ਹੋ ਚੁੱਕਾ ਵਾ। ਆਪਣੇ ਆਪ ਨੂੰ ਸੰਭਾਲਣਾ ਉਹੀ ਬਹੁਤ ਆ। ਆਈ ਕਾਂਟ ਟੇਕ ਐਨੀ ਹੈਡੇਕ ਨਾਓ। ਸੋ ਇਹ ਕਹਾਂਗੀ, ਜੇ ਤੁਸੀਂ ਕਿਸੇ ਬਿਨ ਥਰੂ ਜਾ ਰਹੇ ਹੋ, ਜੋ ਕੋਈ ਰਿਸ਼ਤਿਆਂ 'ਚ ਇੱਦਾਂ ਦੇ 'ਚ ਜੁੜੇ ਹੋ ਜਿਹੜੇ ਤੁਹਾਨੂੰ ਪੇਨ ਦੇ ਰਹੇ ਤੇ ਸੁਣੇ ਹੋ, ਬੈਸਟ ਹੋਏਗਾ ਆਪਣੀ ਬਾਡੀ ख़त्म ਕਰਨ ਦੀ ਬਜਾਏ, ਆਪਣੀ ਮੈਂਟਲ ਹੈਲਥ ख़राब ਕਰਨ ਦੀ ਬਜਾਏ, ਆਪਣੀ ਫਾਈਨੈਂਸ਼ੀਅਲ ਹੈਲਥ ख़राब ਕਰਨ ਦੀ ਬਜਾਏ ਉਹ ਰਿਸ਼ਤੇ ਛੱਡ ਦਿਓ। ਬਹੁਤ ਦੇਰ ਬਾਅਦ ਅਕਲ ਆਵੇ, ਜਿੱਦਾਂ ਮੈਨੂੰ ਆਈ ਬਹੁਤ ਦੇਰ ਬਾਅਦ ਜਾ ਕੇ। ਜੇ ਪਹਿਲਾਂ ਸੁਧਰਦੀ ਅਕਲ ਆਉਂਦੀ ਹੈ ਤਾਂ ਉਹ ਜ਼ਿਆਦਾ ਬੈਟਰ ਰਹੇਗਾ। ਹੁਣ ਜਿੱਦਾਂ ਮੈਂ 2 ਵਿਆਹਾਂ 'ਚ ਰਹੀ ਔਰ ਯਕੀਨ ਕਰੋ ਦੋਨੇ 9-9 ਸਾਲ, ਔਰ ਮੈਂ ਕੀ ਖੱਟਿਆ 18 ਸਾਲ ਆਪਣੀ ਜ਼ਿੰਦਗੀ ਦੇ ਬੇਮਤਲਬ ਦੇ ਖਰਚ ਕਰਤੇ ਕਿ 7 ਸਾਲ ਕਿਸੇ ਤੋਂ ਛਿੱਤਰ ਖਾਂਦੀ ਰਹੀ। ਫਿਰ ਬਾਅਦ 'ਚ ਜਿਹੜੇ 2 ਸਾਲ ਰਹੇ ਉਹ ਮੈਨੂੰ ਮੈਂਟਲੀ ਉਹ ਕਰਦਾ ਰਿਹਾ, ਅਬਿਊਜ਼ ਕਰਦਾ ਰਿਹਾ। ਮੈਨੂੰ ਉਹਨੇ ਮੇਰੇ 'ਤੇ ਹੱਥ ਚੱਕਣਾ ਛੱਡਤਾ ਜਦੋਂ ਮੈਂ ਪਹਿਲੀ ਵਾਰ ਪੁਲਿਸ ਨੂੰ ਕਾਲ ਕੀਤੀ। ਬਟ ਦਾ ਥਿੰਗ ਇਜ਼ ਦੈਟ ਉਹ ਮੈਨੂੰ ਮੈਂਟਲੀ ਪਲੇ ਕਰਦਾ ਰਿਹਾ, ਮੇਰੇ ਨਾਲ ਮੈਨੀਪੂਲੇਟ ਕਰਦਾ ਰਿਹਾ ਮੈਨੂੰ ਬਹੁਤ ਜ਼ਿਆਦਾ। ਔਰ ਮੈਂ ਇੰਨੀ ਚਲਾਕ ਚੁਸਤ ਨਹੀਂ ਸੀਗੀ। ਔਰ ਉਹ ਮੇਰੇ ਗੋਲਡਨ ਈਅਰਸ ਸੀਗੇ ਜਿਹੜੇ ਮੈਂ ਖ਼ਰਾਬ ਕੀਤੇ। ਵਾਪਸ ਤਾਂ ਨਹੀਂ ਆਉਣੇ ਮੇਰੀ ਜ਼ਿੰਦਗੀ 'ਚ ਨਾ। ਆਈ ਕਾਂਟ ਗੋ ਬੈਕ। ਕਿ ਵੇਲੇ ਫੀਲ ਹੁੰਦਾ ਕਿ ਕਾਸ਼ ਮੈਂ ਉਸ ਵੇਲੇ ਸਮਝ ਜਾਂਦੀ ਆਪਣੇ ਵਾਸਤੇ। ਨਹੀਂ, ਮੇਰੇ ਬੱਚਿਆਂ ਨੂੰ ਬਾਪ ਨਹੀਂ ਮਿਲੇਗਾ ਜੇ ਮੈਂ ਇਹਨੂੰ ਛੱਡਤਾ। ਮੇਰੇ ਬੱਚਿਆਂ ਕੋਲ ਬਾਪ ਨਹੀਂ ਹੋਏਗਾ ਜੇ ਮੈਂ ਇਹਨਾਂ ਨੂੰ ਛੱਡਤਾ। ਅੱਛਾ ਹੁਣ ਮੈਂ ਛੱਡਦੀ ਪਈ ਹਾਂ ਕਿਉਂਕਿ ਇਹਦਾ ਦਾ ਬਾਪ ਮੈਨੂੰ ਮਾਰ ਦੇਗਾ, ਫਿਰ ਮੇਰੇ ਬੱਚਿਆਂ ਕੋਲ ਕੌਣ ਹੋਏਗਾ? ਨੋ, ਹੋ ਮੈਂ ਇਹਨੂੰ ਛੱਡ ਨਹੀਂ ਸਕਦੀ ਕਿਉਂਕਿ ਸਾਰੇ ਮੈਨੂੰ ਕਹਿੰਦੇ ਸੀ ਛੱਡ ਦੇ ਇਹਨੂੰ, ਤੈਨੂੰ ਮਾਰਦਾ ਕੁੱਟਦਾ ਛੱਡ। ਨਹੀਂ, ਮੇਰੀ ਮਾਂ ਨੂੰ ਲੋਕੀ ਕੀ ਕਹੋਗੇ? ਨਹੀਂ, ਮੇਰੀ ਮਾਂ ਨੂੰ ਕੀ ਕਹੋਗੇ? ਲੋਕੀ ਮਾਰ ਦੋਗੇ ਮੇਰੀ ਮਾਂ ਨੂੰ ਤਾਨੇ ਮਾਰ ਕੇ। ਨਹੀਂ, ਨੈਵਰ ਥੋਟ ਅਬਾਊਟ ਮਾਈ ਸੈਲਫ ਕਿ ਮੈਂ ਕੀ ਹਾਂ। ਨਹੀਂ, ਮੈਂ ਤਾਂ ਇੱਕ ਯੂਜ਼ੇਬਲ ਚੀਜ਼ ਹਾਂ। ਇੱਦਾਂ ਸੀ ਮੈਂ ਪਹਿਲਾਂ ਕਿ ਦੂਜਿਆਂ ਦਾ ਸੋਚੀ ਜਾਣਾ, ਆਪਣਾ ਸੋਚਣਾ ਨਹੀਂ। ਹਰ ਇੱਕ ਦੇ ਅਥਰੂ ਪੂੰਝਣ ਵਾਸਤੇ ਮੈਂ ਟਿਸ਼ੂ ਸੀਗੀ ਉਹਨਾਂ ਦਾ, ਔਰ ਉਹ ਪੂੰਝ ਭੰਜ ਕੇ ਸੁੱਟ ਦਿੱਤਾ। ਸੋ ਡੋਂਟ ਬੀ ਟਿਸ਼ੂ। ਮੈਂ ਫਿਰ ਕਹਿੰਦੀ ਹਾਂ ਮੈਂ ਬਹੁਤ ਬੈਡ ਟਾਈਮ 'ਚ ਜਾ ਰਹੀ ਹਾਂ। ਫਾਈਨੈਂਸ਼ਲੀ ਆ, ਉੱਦਾਂ ਨਹੀਂ ਆ, ਮੈਨੂੰ ਕੋਈ ਫਰਕ ਨਹੀਂ ਆ। ਮੇਰੀ ਬਾਡੀ ਟੱਚਵੁੱਡ ਮੇਰੇ ਨਾਲ ਕੋਪ ਕਰ ਰਹੀ ਆ। ਮੈਂ ਖਾ ਲੈਂਦੀ ਹਾਂ ਮਾੜਾ ਮੋਟਾ, ਉਂਗਲੀਆਂ ਇੱਦਾਂ ਹੋ ਜਾਂਦੀ, ਪਰ ਉਹ ਮਾਈਂਡ ਨਹੀਂ ਕਿਉਂਕਿ ਮੈਨੂੰ ਪਤਾ ਮੈਂ ਕੁਝ ਖਾਧਾ ਵਾ। ਆਰਥਰਾਈਟਿਸ ਮੇਰੇ ਨਾਲ ਕੋਪ ਕਰ ਰਿਹਾ ਵਾ, ਬਾਡੀ ਥੋੜ੍ਹੀ ਕੋਪ ਕਰ ਰਹੀ ਆ। ਬਟ ਫਾਈਨੈਂਸ਼ਲੀ ਮੈਂ ਬਹੁਤ ਜ਼ਿਆਦਾ ਸਟਰੈਸ 'ਚ ਜਾ ਰਹੀ ਹਾਂ, ਪਰ ਮੈਂ ਟੇਕ ਨਹੀਂ ਕਰ ਰਹੀ। ਕੀ ਕਰ ਲਾਂਗੀ ਮੈਂ ਸਟਰੈਸ ਲੈ ਕੇ? ਮਤਲਬ ਕਿ ਫਿਰ ਤਾਂ ਮੈਂ ਉਸ 'ਚ ਉਲਝ ਜਾਊਂਗੀ। ਸਟਰੈਸ ਮੇਰੀ ਬੈਂਕ ਦੇ ਵਿੱਚ ਮਨੀ ਤਾਂ ਨਹੀਂ ਆ ਜਾਊਂਗੀ। ਬੈਂਕ 'ਚ ਮਨੀ ਕਿੱਦਾਂ ਆਊਂਗੀ ਜੇ ਮੈਂ ਸਹੀ ਦਿਮਾਗ ਨਾਲ ਸੋਚਾਂਗੀ ਮੈਂ ਕੀ ਕਰ ਸਕਦੀ। ਸੋ ਆਲ ਦ ਬੈਸਟ ਟੂ ਆਲ ਐਂਡ ਆਈ ਰੀਅਲੀ ਲਵ ਯੂ ਆਲ। ਥੈਂਕ ਯੂ ਮੇਰਾ ਬਕਵਾਸ ਸੁਣਨ ਵਾਸਤੇ। ਆਈ ਨੋ ਥੋੜ੍ਹੀਆਂ ਆਣੀਆਂ ਹੀ ਹੁੰਦੀਆਂ ਤੁਸੀਂ, ਬਟ ਮੈਨੂੰ ਕੋਈ ਮਾਈਂਡ ਨਹੀਂ ਆ। ਮੇ ਬੀ ਜੇ ਯੰਗ ਹੋ ਤਾਂ ਕਿਤੇ ਦੇਰ ਨਾ ਹੋ ਜਾਵੇ ਜ਼ਿੰਦਗੀ 'ਚ ਨਾ, ਹੁਣ ਹੀ ਸਮਝ ਜਾਵੋ। ਜੇ ਓਲਡ ਹੋ ਗਈਆਂ ਮੇਰੇ ਵਾਂਗਰ ਥੋੜ੍ਹੀਆਂ ਤਾਂ ਇੱਦਾਂ ਦਾ ਕੁਝ ਹੋ ਰਿਹਾ ਤਾਂ ਹੁਣ ਹੀ ਸਮਝ ਆਵੋ, ਕਿਉਂਕਿ ਫਿਰ ਬੁਢਾਪੇ 'ਚ ਜਾ ਕੇ ਸਮਝਣ ਦਾ ਕੀ ਫਾਇਦਾ ਹੋਏਗਾ? ਨਾ ਤੁਸੀਂ ਇੱਧਰ ਦੀਆਂ ਨਾ ਤੁਸੀਂ ਉੱਧਰ ਦੀਆਂ, ਹੈ ਨਾ। ਸੋ ਆਪਣਾ ਧਿਆਨ ਰੱਖੋ। ਜ਼ਿੰਦਗੀ ਆਲਵੇਜ਼ ਟੈਸਟ ਲੈਂਦੀ। ਮੇਰਾ ਸ਼ਨੀ ਲੈਂਦਾ ਪਿਆ ਟੈਸਟ।